हाँ जी, एक बार फिर स्वागत है PTN 24 ਤੇ ਜੀ ਵੀਰਵਾਰ ਦਾ ਜਿਹੜਾ 11 ਤੋਂ 12 ਵਜੇ ਦਾ ਪ੍ਰੋਗਰਾਮ ਲੈ ਕੇ ਸਕਿਨ ਸਟੂਡੀਓ ਦੇ ਵਿੱਚ ਮੈਂ ਤੁਹਾਡਾ ਹੋਸਟ ਰਾਜ ਮਰਾਰਲ ਐਂਡ ਮੇਰੇ ਨਾਲ ਮਨਜੀਤ ਜੀ, ਸੰਦੀਪ ਜੀ ਸੋ ਤੁਹਾਡਾ ਸਵਾਗਤ ਹੈ ਜੀ। ਐਕਚੁਅਲੀ ਪ੍ਰੋਗਰਾਮ ਤਾਂ ਤੁਹਾਡਾ ਹੀ ਅੱਜ ਵੈਸੇ ਹੀ ਮੈਂ ਕਿ ਚਲੋ ਅਸੀਂ ਵੀ ਜਾ ਕੇ ਆਉਣੇ ਸੋ ਕੀ ਕਹਿਣਾ ਚਾਹੋਗੇ ਮਨਜੀਤ? ਹਾਂਜੀ, ਸਾਡੇ ਵੱਲੋਂ ਵੀ PTN 24 ਪ੍ਰੋਗਰਾਮ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸੰਦੀਪ ਗੋਸਲ ਵੱਲੋਂ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਠੀਕ ਹੈ ਜੀ। ਅੱਜ ਮੌਸਮ ਬੜਾ ਵਧੀਆ, ਬਹੁਤੀ ਠੰਡ ਨਹੀਂ ਹੈਗੀ, ਥੋੜਾ ਮੀਂਹ ਪੈ ਰਿਹਾ ਤਾਂ ਆਮ ਤੌਰ ਤੇ ਮੌਸਮ ਖੁਸ਼ਕ ਰਹੇਗਾ ਜੀ। ਕਿਤੇ ਛਿੱਟੇ ਪੈਣ ਦੀ ਸੰਭਾਵਨਾ ਆ ਤਾਂ ਦੂਰ ਇਲਾਕਿਆਂ ਦੇ ਵਿੱਚ ਕਿਤੇ ਮੀਂਹ ਹਨੇਰੀ ਵੀ ਆ ਸਕਦੇ ਆ ਜੀ। ਆਮ ਤੌਰ ਤੇ ਮੌਸਮ ਖੁਸ਼ਕ ਰਹੂਗਾ। ਜਿਹੜੀ ਅੱਗੇ ਹੁੰਦੀ ਸੀ 7:30 ਵਜੇ ਜਿਹੜਾ ਮੌਸਮ ਦਾ ਹਾਲ ਹੁੰਦਾ ਸੀਗਾ। ਪਰ ਐਨੀਵੇ ਜੀ, ਅੱਜ ਆਪਾਂ ਕਵਰ ਕਰਾਂਗੇ ਇੱਕ ਜਿਹੜੀ ਬੁੱਕ ਆ, ਤੁਸੀਂ ਅੱਗੇ ਵੀ ਸੁਣਦੇ ਆਏ ਆ, ਦਾ ਬਿਜ਼ਨਸ ਆਫ 21st ਸੈਂਚੁਰੀ। ਹਾਂਜੀ, ਜਿਹੜੇ ਉਹਨੇ ਰਾਈਟਰ ਹੈਗੇ ਰੋਬਰਟ ਕਿਓਸਾਕੀ। ਉਹਨਾਂ ਨੇ ਇੱਕ ਬੁੱਕ ਲਿਖੀ ਆ ਆਪਣੇ ਨਿੱਜੀ ਤਜਰਬੇ ਦੇ ਉੱਤੇ। ਇਹ ਨਹੀਂ ਹੈਗਾ ਵੀ ਕਿਸੇ ਹੋਰ ਦਾ ਨਿੱਜੀ ਆ। ਜਦੋਂ ਸਕੂਲ ਦੇ ਵਿੱਚ ਉਹ ਪੜ੍ਹਦਾ ਸੀ ਤਾਂ ਉਹਦਾ ਇੱਕ ਫਰੈਂਡ ਹੁੰਦਾ ਸੀ ਨਾਲ, ਜਿਹਦਾ ਡੈਡ ਜਿਹੜਾ ਸੀ ਉਹ 10th ਗ੍ਰੇਡ ਵੀ ਨਹੀਂ ਸੀਗਾ ਪਰ ਬਿਜ਼ਨਸਮੈਨ ਸੀ। ਸੋ ਉਹਦਾ ਜਿਹੜਾ ਰੋਬਰਟ ਕਿਓਸਾਕੀ ਦਾ ਡੈਡ ਸੀਗਾ ਵੈਲ ਐਜੂਕੇਟਡ ਪਰਸਨ, ਬਹੁਤ ਹਾਈ ਪੋਸਟ 'ਤੇ ਸੀਗਾ, ਬਹੁਤ ਜ਼ਿਆਦਾ ਇਨਕਮ ਸੀਗੀ। ਈਵਨ ਉਹਦੇ ਜਿਹੜਾ ਫਰੈਂਡ ਦਾ ਡੈਡ ਹੈ ਉਹਨੂੰ ਉਹ ਰਿਚ ਡੈਡ ਕਹਿੰਦਾ, ਆਪਣੇ ਡੈਡ ਨੂੰ ਕਹਿੰਦਾ ਸੀਗਾ ਪੂਅਰ ਡੈਡ। ਸੋ ਉਹ ਫਿਰ ਕੀ ਆ, ਮੈਨੂੰ ਲੱਗਦਾ 7ਵੀਂ 8ਵੀਂ 10ਵੀਂ ਦੇ ਵਿੱਚ ਜਾ ਕੇ ਉਹਨੂੰ ਆਪਣਾ ਮੈਂਟਰ ਬਣਾ ਲਿਆ, ਕੋਚ ਬਣਾ ਲਿਆ। ਉਸ ਜਿਹੜਾ ਮੁੰਡਾ ਆਈ ਥਿੰਕ ਰੋਜਰ ਸੀਗਾ, ਕੀ ਮੈਨੂੰ ਚੇਤਾ ਨਹੀਂ ਨਾਮ ਉਹਦੇ ਫਰੈਂਡ ਦਾ। ਹਾਂਜੀ, ਤਾਂ ਉਹਨੇ ਉਹਦੇ ਡੈਡ ਨੂੰ ਮੈਂਟਰ ਬਣਾ ਕੇ ਉਹ ਤੋਂ ਜਿਹੜੀ ਆ ਐਜੂਕੇਸ਼ਨ ਜਿਹੜੀ ਬਿਜ਼ਨਸ ਐਜੂਕੇਸ਼ਨ ਲੈਣੀ ਸ਼ੁਰੂ ਕਰ ਦਿੱਤੀ। ਪਰ ਉਹਨਾਂ ਦੇ ਘਰ ਦੇ ਵਿੱਚ ਇਹ ਹੁੰਦਾ ਸੀ ਬਈ ਰੋਬਰਟ, get a good grade, go to school, get a good grade and get a good job, set for your life. It's true. ਪਰ ਉਹਦਾ ਜਿਹੜਾ ਡੈਡ ਦੂਜਾ ਸੀਗਾ, ਰਿਚ ਡੈਡ ਸੀਗਾ, ਉਹ ਆਲਵੇਜ਼ ਕਹਿੰਦਾ ਸੀ ਨਹੀਂ ਵੀ ਤੂੰ ਆਪਣਾ ਬਿਜ਼ਨਸ ਬਿਲਡ ਕਰ ਨਾਲ ਐਂਡ ਸੈਕਰੀਫਾਈਸ ਕਰਨਾ ਪੈਣਾ ਲਾਈਫ ਦੇ ਵਿੱਚ। ਮੇਬੀ ਫਸਟ 5 years you cannot see money, you cannot live life what you are looking for, but after that now you build an asset, then asset will create the cash flow. ਸੋ ਦੋ ਕੰਟਰਾਡਿਕਸ਼ਨ ਸੀਗੀ ਦੋ ਪੇਰੈਂਟਸ ਦੇ ਵਿੱਚ ਜਿਹੜੀ ਸੀਗੀ। ਸੋ ਉਸ ਬਾਰੇ ਇੱਕ ਬੁੱਕ ਪਹਿਲਾਂ ਰਿਚ ਡੈਡ ਪੂਅਰ ਡੈਡ ਲਿਖੀ ਗਈ ਸੀ, ਉਹ ਤੋਂ ਬਾਅਦ ਲਿਖਿਆ ਦ ਬਿਜ਼ਨਸ ਆਫ 21st ਸੈਂਚੁਰੀ। ਬਿਜ਼ਨਸ ਕਿਉਂ ਜ਼ਰੂਰੀ ਆ? ਬਿਜ਼ਨਸ ਜਿਹੜਾ ਅੱਜ ਕੱਲ੍ਹ ਆਪਾਂ ਇੱਕ ਚੀਜ਼ ਦੇਖਦੇ ਹਾਂ, ਬਿਜ਼ਨਸ ਅੱਜ ਨੈਸੈਸਿਟੀ ਹੋ ਗਈ, ਨਾ ਕਿ ਲਗਜ਼ਰੀ ਹੋ ਗਈ। ਪੈਂਡੈਮਿਕ ਦੇ ਵਿੱਚ ਲੋਕਾਂ ਦੇ ਘਰਾਂ ਦੇ ਜੋ ਫਾਈਨੈਂਸ਼ੀਅਲ ਸਿਚੁਏਸ਼ਨ ਹੈ ਉਹ ਟੋਟਲੀ ਚੇਂਜ ਹੋ ਚੁੱਕੀ ਹੈ ਬਿਕਾਜ਼ ਆਫ ਪੈਂਡੈਮਿਕ। ਆਪਾਂ ਈਵਨ ਸੁਣਦੇ ਵੀ ਰਹਿੰਦੇ ਹਾਂ, ਆਪਾਂ ਜੇ ਹਿਊਮਨ ਬੀਇੰਗ ਦੇਖਦੇ ਹਾਂ ਉਹਨਾਂ 'ਚ ਅਸੀਂ ਵੀ ਆਉਂਦੇ ਹਾਂ ਸਾਰੇ। ਕਈ ਵਾਰੀ ਗੱਲਾਂ ਸੁਣ ਲੈਂਦੇ ਹਾਂ ਪਰ ਅਮਲ ਨਹੀਂ ਕਰਦੇ। ਪਰ ਜਦੋਂ ਉਹ ਟਾਈਮ ਆਉਂਦਾ ਫਿਰ ਸੋਚਦੇ ਹਾਂ ਕਿਤੇ ਉਦੋਂ ਇਹ ਕੰਮ ਕੀਤਾ ਹੁੰਦਾ ਤਾਂ ਜ਼ਿੰਦਗੀ ਵਧੀਆ ਰਹਿਣੀ ਸੀਗੀ। ਪਰ ਉਦੋਂ ਕਈ ਵਾਰੀ ਲੇਟ ਹੋ ਜਾਂਦੇ ਆ। ਆਮ ਤੌਰ 'ਤੇ ਆਪਾਂ ਆਪਣੇ ਘਰਾਂ ਦੇ ਵਿੱਚ ਸੁਣਿਆ ਹੋਊਗਾ, ਆਪਣਾ ਖੂਹ ਪੱਟੋ ਜਦੋਂ ਤੁਹਾਨੂੰ ਪਿਆਸ ਨਹੀਂ ਲੱਗੀ ਹੈਗੀ। ਠੀਕ ਹੈ ਜੀ। ਸੋ ਜਦੋਂ ਪਿਆਸ ਲੱਗ ਗਈ ਉਦੋਂ ਖੂਹ ਪੱਟੋਗੇ, ਉਹਨੂੰ ਟਾਈਮ ਲੱਗ ਜਾਂਦਾ, ਫਿਰ ਉਹਨੂੰ ਪਾਣੀ ਪਤਾ ਨਹੀਂ ਥੱਲੇ ਆਉਣਾ ਕਿ ਨਹੀਂ ਆਉਣਾ, ਪਾਂਡੂ ਜਿੱਦਾਂ ਅੱਗੇ ਕਿਹਾ ਜਾਂਦਾ ਸੀਗਾ। ਸੋ ਉਸ ਤਰੀਕੇ ਨਾਲ ਡਿਗ ਯੂ ਵੈਲ ਬਿਫੋਰ ਯੂ ਥਰਸਟੀ। ਬਟ ਮੈਜੋਰਟੀ ਆਫ ਲੋਕ ਆਪਾਂ ਉਸ ਕੈਟਾਗਰੀ ਨਾਲ ਸੰਬੰਧਿਤ ਹੈਗੇ ਆ। ਆਪਾਂ ਉਦੋਂ ਹੀ ਸੋਚਦੇ ਹਾਂ ਜਦੋਂ ਸਾਡੇ ਉੱਤੇ ਮੁਸੀਬਤ ਆ ਗਈ ਹੈ, ਬਾਅਦ 'ਚ ਪਹਿਲਾਂ ਨਹੀਂ ਸੋਚਣਾ, ਅਹੈਡ। ਸੋ ਆਪਾਂ ਗੱਲਬਾਤ ਕਰਾਂਗੇ ਉਹਦੇ ਬਾਰੇ। ਮੇਰੇ ਨਾਲ ਦੋ ਐਕਸਪਰਟ ਆ ਜਿਨ੍ਹਾਂ 'ਚ ਅਮੇਜ਼ਿੰਗ ਬਿਜ਼ਨਸ ਲੇਡੀਜ਼। ਠੀਕ ਹੈ, ਮਨਜੀਤ ਮੇਰੀ ਵਾਈਫ ਐਂਡ ਸੰਦੀਪ ਹੈਗੇ ਆ ਸੋ ਨਨਾਣ ਭਰਜਾਈ ਮੈਂ ਕਹਿ ਦਿੰਦਾ ਜੀ। Okay, it's बहुत बढ़िया team है। Manjeet used to be a supervisor. Sandeep was full time in Tim Horton. So they bought their time back because of entrepreneurship. शुरुआत किस तरीके ने की सीगी? सिर्फ एक निक्के जे ड्रीम दे नाल भी हाँ, I don't want to work for anyone, right? And it's possible. And today Manjeet is enjoying her life, more than 10 years from home, working from home as an entrepreneur with kids and ਘਰ ਜਿਹੜਾ ਹੈ ਸਾਡਾ ਜੇ ਕਹਿ ਦਈਏ ਪ੍ਰੋਸਪਰਿਟੀ ਹੈਗੀ ਆ, ਟਾਈਮ ਹੈਗਾ ਆ, ਵੀ ਇੰਜੋਇੰਗ ਆਰ ਲਾਈਫ ਦ ਸੇਮ ਵੇ ਸੰਦੀਪ ਗੋਸਲ ਐਂਡ ਹਰ ਹਸਬੈਂਡ ਐਂਡ ਦੇ ਇੰਜੋਇੰਗ ਦ ਲਾਈਫ ਟੂ। ਵਾਈ? ਬਿਕਾਜ਼ ਦੇ ਬਿਲਡ ਅ ਬਿਜ਼ਨਸ ਦੈਟ ਟਾਈਮ ਜਦੋਂ ਲੋਕ ਟਿਚਰਾ ਕਰਦੇ ਸੀਗੇ ਜਾਂ ਲੋਕ ਸਾਨੂੰ ਕਈ ਵਾਰੀ ਇਹ ਵੀ ਹੋ ਜਾਂਦਾ ਸੀ ਵੀ ਤੁਸੀਂ ਤਾਂ ਪਾਗਲ ਹੋ ਗਏ, ਕੋਈ ਕੰਮ ਹੈ। ਠੀਕ ਹੈ, ਕੰਮ ਆਪਾਂ ਉਹੀ ਕਹਿੰਦੇ ਜਿੱਥੇ $2 ਲੱਖ ਲੱਗਾ ਹੋਵੇ, 5 ਲੱਖ ਲੱਗਾ ਹੋਵੇ, ਉਹਨੂੰ ਲੱਗਦਾ ਵੀ ਇਹ ਬੰਦੇ ਦਾ ਕੰਮ ਬੜਾ ਚੱਲਦਾ ਵੇ। ਠੀਕ ਹੈ। ਸੋ ਮੋਸਟ ਆਫ ਦਾ ਟਾਈਮ ਆਪਾਂ ਕੀ ਦੇਖਦੇ ਹਾਂ, ਐਮਾਜ਼ੋਨ ਤੋਂ ਆਪਾਂ ਪ੍ਰਭਾਵਿਤ ਹਾਂ।
ਗੂਗਲ ਤੋਂ ਪ੍ਰਭਾਵਿਤ, ਊਬਰ ਤੋਂ, ਸਕਿਪ ਦ ਡਿਸ਼ਜ਼, ਐਵਰੀ ਕੰਪਨੀ ਇਜ਼ ਨਾਓ ਇਟਸ ਇੰਟਰਨੈਟ ਬੇਸਡ ਕੰਪਨੀ। ਪਰ ਜਦੋਂ ਮੇਰੇ ਮਾਮਲੇ 'ਚ ਜੇ ਮੈਂ ਬਿਜ਼ਨਸ ਖੋਲ੍ਹਣਾ ਹੋਵੇ ਫਿਰ ਮੈਨੂੰ ਇੰਟਰਨੈਟ 'ਤੇ ਭਰੋਸਾ ਨਹੀਂ ਰਹਿੰਦਾ। ਉਹ ਕਹਿੰਦੇ ਇਹ ਥੋੜ੍ਹਾ ਕੋਈ ਕੰਮ ਆ, ਲਿਆ ਕੰਮ ਕੋਈ ਖੋਲ੍ਹੋ ਚੰਗਾ ਜਿਹਾ, ਕੋਈ ਸਟੋਰ ਹੋਵੇ, ਕੋਈ ਚੀਜ਼ ਟਰੱਕ ਹੋਣ ਜਾਂ ਦਿਸ ਐਂਡ ਦੈਟ ਹੋਵੇ, ਉਹਨੂੰ ਕੰਮ ਗਿਣਿਆ ਜਾਂਦਾ। ਪਰ ਅੱਜ ਆਪਾਂ ਗੱਲਬਾਤ ਕਰਾਂਗੇ ਇੱਕ ਬਿਜ਼ਨਸ ਜਿੱਥੇ ਤੁਹਾਨੂੰ ਕੋਈ ਮਨੀ ਦੀ ਲੋੜ ਨਹੀਂ ਹੈਗੀ, ਰਾਈਟ, ਨੋ ਇਨਵੈਸਟਮੈਂਟ, ਜਿੱਥੇ ਤੁਹਾਨੂੰ ਜੌਬ ਕੁਇਟ ਕਰਨ ਦੀ ਲੋੜ ਨਹੀਂ, ਨਾ ਪ੍ਰੋਫੈਸ਼ਨ ਕੁਇਟ ਕਰਨ ਦੀ ਲੋੜ ਨਹੀਂ ਹੈਗੀ ਤੁਹਾਨੂੰ, ਐਂਡ ਕੋਈ ਇੱਦਾਂ ਦੀ ਨਹੀਂ ਇਨਵੈਂਟਰੀ ਰੱਖਣ ਦੀ ਲੋੜ ਨਹੀਂ ਹੈਗੀ। ਇਹੋ ਜਿਹਾ ਇੱਕ ਬਿਜ਼ਨਸ ਜਿਹੜਾ ਤੁਸੀਂ ਆਪਣੇ ਕੰਮ ਦੇ ਨਾਲ ਨਾਲ ਡਿਵੈਲਪ ਕਰ ਸਕਦੇ, ਜਿਸ ਤਰੀਕੇ ਨਾਲ ਅਸੀਂ ਕੀਤਾ। ਸੋ ਮੈਂ ਟਾਈਮ ਕਾਫੀ ਲੈ ਲਿਆ ਮਨਜੀਤ, ਹੁਣ ਤੁਸੀਂ ਦੱਸੋ ਜੀ ਇਹ ਬਿਜ਼ਨਸ ਦੇ ਬਾਰੇ, ਜੋ ਆਪਾਂ ਇਹਨੂੰ ਗੱਲਬਾਤ ਅੱਗੇ ਵਧਾਈਏ, ਤਾਂ ਬਿਜ਼ਨਸ ਆਫ 21st ਸੈਂਚੁਰੀ। ਜੀ, ਜਿਵੇਂ ਤੁਸੀਂ ਥੋੜਾ ਜਿਹਾ ਇਹਦੇ ਬਾਰੇ ਦੱਸਿਆ ਹੀ ਆ ਕਿ ਬਿਜ਼ਨਸ ਆਫ 21st ਸੈਂਚੁਰੀ ਜਿਹੜੀ ਰੀਲੀ ਜਦੋਂ ਅਸੀਂ ਇਹ ਬੁੱਕ ਰੀਡ ਕੀਤੀ ਆ, ਇਹਨੇ ਸਾਡਾ ਮਾਈਂਡ ਆ ਜਿਹੜਾ ਉਹ ਬਿਜ਼ਨਸ ਲਈ ਓਪਨ ਕੀਤਾ। ਜਿਵੇਂ ਤੁਸੀਂ ਹੁਣੇ ਐਗਜ਼ਾਮਪਲ ਦੇ ਕੇ ਹਟੇ ਆ ਕਿ ਇੱਕ ਆਮ ਬੰਦਾ ਬਿਜ਼ਨਸ, ਆਨਲਾਈਨ ਬਿਜ਼ਨਸ ਨੂੰ ਬਿਜ਼ਨਸ ਨਹੀਂ ਸਮਝਦਾ ਜਿੰਨੀ ਦੇਰ ਉਹ ਕੋਈ ਇੱਕ ਬਾਹਰ ਇੰਡਸਟਰੀਅਲ ਏਜ ਬਿਜ਼ਨਸ ਨਹੀਂ ਓਪਨ ਕਰ ਲੈਂਦਾ। ਮਤਲਬ ਜਿੰਨੀ ਦੇਰ ਉਹ ਕੋਈ ਆਪਣੀ ਇਨਵੈਸਟਮੈਂਟ ਕਰਕੇ ਕੋਈ ਸ਼ਾਪ ਨਹੀਂ ਓਪਨ ਕਰ ਲੈਂਦਾ, ਜਾਂ ਆਪਾਂ ਕਹਿ ਦਿੰਦੇ ਆ ਟਰੱਕਿੰਗ ਦੇ ਵਿੱਚ ਜਿੰਨੀ ਦੇਰ ਆਪਣੇ ਆਪਾਂ ਲੱਖਾਂ ਡਾਲਰ ਸਪੈਂਡ ਕਰਕੇ ਕੋਈ ਕੰਪਨੀ, ਟਰੱਕ ਬਾਏ ਕਰਕੇ ਕੋਈ ਕੰਪਨੀ ਨਹੀਂ ਓਪਨ ਕਰ ਲੈਂਦੇ, ਉਨੀ ਦੇਰ ਆਪਾਂ ਉਹ ਬਿਜ਼ਨਸ ਨੂੰ ਬਿਨਾਂ ਇਨਵੈਸਟਮੈਂਟ ਤੋਂ ਆਪਾਂ ਬਿਜ਼ਨਸ ਨੂੰ ਬਿਜ਼ਨਸ ਨਹੀਂ ਸਮਝਦੇ। ਸੋ ਪਰ ਜਦੋਂ ਆਪਾਂ ਇਹ ਬੁੱਕ ਰੀਡ ਕੀਤੀ, ਦੈਨ ਇਸ ਬੁੱਕ ਨੇ ਇਹ ਚੀਜ਼ ਨੂੰ ਅੰਡਰਸਟੈਂਡ ਕਰਾਇਆ ਜਿਹੜੇ 4 ਕੁਆਡਰੈਂਟ ਹੈਗੇ ਆ, EMPLOYE ਜਿਹਨੂੰ ਆਪਾਂ ਕਹਿੰਦੇ, ਸੈਲਫ EMPLOYE, ਬਿਜ਼ਨਸ ਤੇ ਇਨਵੈਸਟਮੈਂਟ। ਸੋ ਰੀਲੀ ਇਹ ਜਿਹੜੇ 4 ਕੁਆਡਰੈਂਟ ਹੈਗੇ ਆ, ਇਹਨਾਂ ਦੇ ਵਿੱਚ ਜਿਹੜਾ ਮਾਈਂਡ ਸੈਟ ਆ ਉਹ ਕਿਸ ਤਰੀਕੇ ਨਾਲ ਡਿਫਰੈਂਟ ਆ। ਹਰ ਕੁਆਡਰੈਂਟ ਦੇ ਵਿੱਚ ਜਿਹੜਾ ਮਨੀ ਬਣਾਉਣ ਦਾ ਤਰੀਕਾ ਆ ਉਹ ਡਿਫਰੈਂਟ ਆ, ਪਰ ਨਾਲ ਦੀ ਨਾਲ ਜਿਹੜਾ ਉਸ ਕੁਆਡਰੈਂਟ ਦਾ ਮਾਈਂਡ ਸੈਟ ਆ ਉਹ ਕਿੱਦਾਂ ਅਸੀਂ ਚੇਂਜ ਕਰਕੇ, ਕਿਵੇਂ ਅਸੀਂ ਕੁਆਡਰੈਂਟ ਚੇਂਜ ਕਰ ਲੈਂਦੇ ਆ ਪਰ ਕਈ ਵਾਰ ਅਸੀਂ ਮਾਈਂਡ ਸੈਟ ਚੇਂਜ ਨਹੀਂ ਕਰਦੇ। ਮਤਲਬ ਕਿਸੇ ਦੇ ਕਹੇ ਤੇ ਆਪਾਂ ਆਨਲਾਈਨ ਬਿਜ਼ਨਸ ਸ਼ੁਰੂ ਕਰ ਲੈਂਦੇ ਆ, ਪਰ ਜਿਹੜਾ ਸਾਡਾ ਮਾਈਂਡ ਸੈਟ ਹੁੰਦਾ ਉਹ ਸਟਿਲ ਈ ਕੁਆਡਰੈਂਟ ਵਾਲਾ, ਮਤਲਬ EMPLOYE ਮਾਈਂਡ ਸੈਟ ਹੁੰਦਾ ਆ। ਸੋ ਇਸ ਕਰਕੇ ਜਿਹੜੀ ਜਦੋਂ ਅਸੀਂ ਕੁਆਡਰੈਂਟ ਚੇਂਜ ਕਰਦੇ ਆ, ਨਾਲ ਦੀ ਨਾਲ ਉਹਨੂੰ ਸਿੱਖਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ, ਤਾਂ ਕਿ ਉਹ EMPLOYE ਤੋਂ ਸੈਲਫ EMPLOYE ਬਣਨਾ, ਇੱਕ ਛੋਟਾ ਬਿਜ਼ਨਸ ਖੋਲ੍ਹਣਾ ਜਾਂ B ਕੁਆਡਰੈਂਟ ਦੇ ਵਿੱਚ ਆਉਣਾ, ਇੱਕ ਵੱਡਾ ਬਿਜ਼ਨਸ ਕਰਨਾ, ਉਹਦੇ ਲਈ ਨਾਲ ਦੀ ਨਾਲ ਆਪਣਾ ਮਾਈਂਡ ਸੈਟ ਵੀ ਜ਼ਰੂਰ ਚੇਂਜ ਕਰੀਏ ਤਾਂ ਕਿ ਅਸੀਂ ਉਸ ਕੁਆਡਰੈਂਟ ਦੇ ਵਿੱਚ ਸਟੇ ਕਰ ਸਕੀਏ, ਨਾ ਕਿ ਅਸੀਂ ਸ਼ੁਰੂ ਕਰ ਲਈਏ ਦੈਨ ਅਸੀਂ ਕੁਇਟ ਕਰ ਦਈਏ। ਸੋ ਜਿਹਦੇ ਵਿੱਚ ਕੋਚਿੰਗ ਐਂਡ ਮੈਂਟਰਸ਼ਿਪ, ਜਿਹਦੇ ਵਿੱਚ ਰੀਡਿੰਗ ਐਂਡ ਲਿਸਨਿੰਗ ਜਿਹੜੀ ਆ, ਇਹਦਾ ਬਿਗ ਪਾਰਟ ਹੈਗਾ। ਦੇਖੋ ਗੱਲ ਇਹ ਹੁੰਦੀ ਆ ਬਈ ਹਰ ਬੰਦਾ ਬਿਜ਼ਨਸ ਖੋਲ੍ਹਣਾ ਚਾਹੁੰਦਾ ਜੀ, ਹਰ ਬੰਦਾ, ਕੋਈ ਨਹੀਂ। ਜੇ ਜੌਬ ਤੇ ਤੁਸੀਂ ਲੋਕਾਂ ਨੂੰ ਦੇਖਦੇ ਆ, ਜੇ ਆਪਾਂ ਦੇਖੀਏ ਆਮ ਤੌਰ ਤੇ ਕੋਈ ਜੌਬ ਨੂੰ ਲਵ ਨਹੀਂ ਕਰਦਾ ਹੈਗਾ, ਆਈ ਲਵ ਮਾਈ ਜੌਬ, ਪਰ ਅਗਲਾ ਜੇ 1 ਵੀਕ ਚੈੱਕ ਨਾ ਦੇਵੇ ਜਾਂ ਅਗਲਾ 6 ਮਹੀਨੇ ਤੁਹਾਨੂੰ ਪੈਸੇ ਨਹੀਂ ਮਿਲਣੇ, ਫਿਰ ਤੁਸੀਂ ਜਾਂਦੇ ਰਹੋਗੇ ਜੌਬ ਤੇ? ਨਾ ਬਈ, ਮੈਂ ਕੱਲ੍ਹ ਜਾਵਾਂ, ਪੈਸਾ ਤਾਂ ਹੈ ਨਹੀਂ। ਸੋ ਕਿਸ ਚੀਜ਼ ਨੂੰ ਲਵ ਕਰਦੇ ਹੋ ਤੁਸੀਂ? ਮਨੀ ਨੂੰ, ਪੇ ਚੈੱਕ ਨੂੰ, ਕਿਉਂਕਿ ਉਹਨੇ ਸਾਡਾ ਘਰ ਚਲਾਉਣਾ, ਉਹ ਜ਼ਰੂਰੀ ਆ, ਉਹ ਨੁਕਸਾਨ ਨਹੀਂ ਹੈਗਾ। ਪਰ ਜਦੋਂ ਸਾਰੀ ਉਮਰ ਉਸੇ ਪੇ ਚੈੱਕ ਤੇ ਆਲਮੋਸਟ ਦ ਸੇਮ ਪੇ ਚੈੱਕ ਜਿਹੜਾ ਆ ਰੈਸਟ ਆਫ ਦਾ ਲਾਈਫ ਆਪਾਂ ਬਣਾਈ ਜਾਂਦੇ ਆ, ਐਂਡ ਸਾਡੀ ਲਾਈਫ ਜਿਹੜੀ ਆ ਉਹ ਮੂਵ ਨਹੀਂ ਹੁੰਦੀ ਜੀ, ਬਿਲਕੁਲ। ਆਪਾਂ ਜਿੱਥੇ ਜਦ 10 ਸਾਲਾਂ ਬਾਅਦ ਵੈਲੂਏਟ ਕਰਦੇ ਆਪਾਂ ਲੱਗਦਾ ਅਸੀਂ ਤਾਂ ਕਿਤੇ ਮੂਵ ਹੀ ਨਹੀਂ ਹੋਏ, ਉੱਥੇ ਦੇ ਉੱਥੇ ਰਹਿ ਗਏ। ਫਿਰ ਜਿਹੜੀ ਆ ਫਰਸਟ੍ਰੇਸ਼ਨ ਸ਼ੁਰੂ ਹੁੰਦੀ ਹੈ। ਫਿਰ ਜਿਹੜੀ ਦੂਜੀ ਗੱਲ ਕੀਤੀ ਆ ਬਈ ਜਿਹੜਾ ਜੌਬ ਮਾਈਂਡਸੈਟ ਜਿਹੜਾ ਹੈਗਾ, ਦੇਖੋ ਇਹ ਲਈ ਪ੍ਰਪੇਅਰ ਹੁੰਦੇ ਆ ਆਪਾਂ ਨੂੰ 15-20 ਸਾਲ 10 ਸਾਲ ਲੱਗ ਜਾਂਦੇ ਆ ਵੀ ਓਕੇ ਜੌਬ ਕਰਨੀ ਆ, ਆਹ ਕੋਰਸ ਕਰ ਲਓ, ਆਹ ਡਿਪਲੋਮਾ ਕਰ ਲਓ, ਆਹ ਜਿਹੜੀ ਡਿਗਰੀ ਕਰ ਲਓ, ਇਹਨਾਂ ਜੌਬਾਂ ਵਧੀਆ ਹੁੰਦੀਆਂ। ਹੁਣ ਜਦੋਂ ਕੋਈ ਬਿਜ਼ਨਸ ਦੀ ਗੱਲ ਕਰਦਾ, ਉਹਨਾਂ ਨੂੰ ਇਹ ਲੱਗਦਾ ਵੀ ਜਿਹੜਾ ਮੇਰਾ ਮਾਈਂਡ ਆ, ਉਹ ਜਿਹੜਾ ਬ੍ਰੇਨ ਆ ਜਾਂ ਮਾਈਂਡਸੈਟ ਆ, ਉਹਦੇ ਨਾਲ ਹੀ ਮੈਂ ਇਹ ਬਿਜ਼ਨਸ ਵੀ ਕਰ ਲੈਣਾ। ਪਰ ਨਹੀਂ, ਉਹਦੇ ਲਈ ਤਾਂ ਟੋਟਲੀ ਡਿਫਰੈਂਟ ਮਾਈਂਡਸੈਟ ਚਾਹੀਦਾ ਟੂ ਬਿਲਡ ਯੋਰ ਬਿਜ਼ਨਸ। ਸੋ ਸੰਦੀਪ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਤੁਸੀਂ ਇਸ ਮਾਮਲੇ ਵਿੱਚ ਕੀ ਹੈ ਤਾਂ ਮਾਈਂਡਸੈਟ ਚੇਂਜ ਕਰਨਾ ਕਿੰਨਾ ਔਖਾ ਹੈ, ਕਿਉਂਕਿ ਹਰ ਬੰਦਾ ਇਹ ਸਟਰਗਲ ਕੀਤੀ ਹੈ ਸ਼ੁਰੂਆਤ ਦੇ ਵਿੱਚ ਇਹਦੇ। ਹਾਂਜੀ, ਜਦੋਂ ਤੁਸੀਂ ਕਿਹਾ ਆ ਕਿ ਸਾਡੀ ਐਜੂਕੇਸ਼ਨ, ਸਾਡੀ ਪਰਵਰਿਸ਼, ਉਹਦੇ ਵਿੱਚ ਸਾਨੂੰ ਸਿਰਫ ਇੱਕੋ ਹੀ ਚੀਜ਼ ਸਿਖਾਈ ਜਾਂਦੀ ਆ, ਗੋ ਟੂ ਸਕੂਲ, ਗੈਟ ਗੁੱਡ ਮਾਰਕਸ, ਗੈਟ ਗੁੱਡ ਗ੍ਰੇਡਸ ਐਂਡ ਦੈਨ ਗੈਟ ਗੁੱਡ ਜੌਬ। ਮਤਲਬ ਈਵਨ ਜਦੋਂ ਇੱਕ ਬੱਚਾ ਬੋਰਨ ਵੀ ਹੁੰਦਾ ਆ, ਜੇ ਮਾਂ, ਦਾਦੀ, ਬਾਬਾ ਉਹਨੂੰ ਪਿਆਰ ਕਰਦੇ ਆ ਤੇ ਉਹਨੇ ਕੀ ਕਹਿਣਾ, ਮੇਰੇ ਪੁੱਤ ਨੇ ਵੱਡਾ ਅਫਸਰ ਬਣਨਾ। ਸੋ ਉਹ ਇਹ ਨਹੀਂ ਕਹਿੰਦੇ ਕਿ ਵੱਡਾ ਕੋਈ ਬਿਜ਼ਨਸ ਕਰਨਾ ਆ ਜਾਂ ਕੋਈ ਨੇ ਆਪਣਾ ਕੰਮ ਕਰਨਾ, ਉਹਨੇ ਇਹ ਕਹਿਣਾ ਮੇਰਾ ਪੁੱਤ ਤਾਂ ਵੱਡਾ ਅਫਸਰ ਬਣੂਗਾ। ਸੋ ਮਤਲਬ ਇੱਕ ਸ਼ੁਰੂ ਤੋਂ ਹੀ ਜੋ ਸਾਡੇ ਅੰਦਰ ਕਲਟੀਵੇਟ ਕੀਤਾ ਜਾਂਦਾ, ਪਾਇਆ ਜਾਂਦਾ, ਉਹ ਕੀ ਆ, ਜੌਬ ਕਰਨੀ।
ਕਿਸੇ ਦੇ ਅੰਡਰ ਜੌਬ ਕਰਨੀ। ਤੇ ਉਹ ਜਿਹੜੀ ਚੀਜ਼ ਹੈਗੀ ਆ, ਤਾਂ ਜਦੋਂ ਅਸੀਂ ਫਿਰ ਆਪਣੀ ਇੰਡੀਪੈਂਡੈਂਟ ਕੁਛ ਕਰਨ ਬਾਰੇ ਸੋਚਦੇ ਆ, ਸਪੈਸ਼ਲੀ ਹੁਣ ਜਦੋਂ ਅਸੀਂ ਡਿਜੀਟਲ ਐਂਟਰਪ੍ਰੈਨਿਓਰਸ਼ਿਪ ਬਾਰੇ ਗੱਲ ਕਰਦੇ ਹੈਗੇ ਆ, ਤੇ ਜਦੋਂ ਸਾਡੇ ਸਿਸਟਮ ਦੇ ਵਿੱਚ ਅਸੀਂ ਕੀ ਕਹਿੰਦੇ ਕਿ ਫਾਈਲ ਨਾਟ ਫਾਊਂਡ, ਕਿਉਂਕਿ ਉਹ ਫਾਈਲ ਕਦੇ ਸਾਡੀ ਸੁਸਾਇਟੀ ਨੇ, ਸਾਡੀ ਐਜੂਕੇਸ਼ਨ ਸਿਸਟਮ ਨੇ ਕ੍ਰੀਏਟ ਹੀ ਨਹੀਂ ਕੀਤੀ ਸਾਡੇ ਅੰਦਰ, ਕਿਉਂਕਿ ਸਾਨੂੰ ਪ੍ਰਪੇਅਰ ਹੀ ਜੌਬ ਲਈ ਕੀਤਾ ਜਾਂਦਾ ਹੈ। ਸੋ ਉਹੀ ਚੀਜ਼ ਹੈਗੀ ਆ। ਸੋ ਜਦੋਂ ਇਵਨ ਮੈਂ ਆਪਣੀ ਸਟੋਰੀ ਦੱਸਾਂ ਤਾਂ ਮੈਨੂੰ ਬਹੁਤ ਸਟਰਗਲ ਹੁੰਦੀ ਸੀ। ਮੈਨੂੰ ਲੱਗਦਾ ਸੀਗਾ ਕਿ ਇਹ ਬਿਜ਼ਨਸ ਤੁਹਾਡੇ ਲਈ ਹੈਗਾ, ਸ਼ਾਇਦ ਮੇਰੇ ਲਈ ਨਹੀਂ ਹੈਗਾ, ਇਹਨੂੰ ਸਿਰਫ ਸਰਟਨ ਟਾਈਪ ਆਫ ਪੀਪਲ ਹੀ ਕਰ ਸਕਦੇ ਆ। ਸੋ ਉਹ ਜਿਹੜਾ ਸੀਗਾ ਕਿ ਫਾਈਲ ਨਾਟ ਫਾਊਂਡ ਆਉਂਦਾ ਸੀ, ਕਿਉਂਕਿ ਉਹ ਸਿਸਟਮ ਦੇ ਵਿੱਚ ਸੀਗਾ ਹੀ ਨਹੀਂ, ਕਦੇ ਕਿਸੇ ਨੇ ਪਾਇਆ ਹੀ ਨਹੀਂ ਸੀਗਾ ਕਿ ਕਿਸੇ ਡ੍ਰੀਮ ਦੇ ਨਾਲ ਵੀ ਬਿਜ਼ਨਸ ਕੀਤਾ ਜਾ ਸਕਦਾ ਆ, ਹਾਰਡ ਵਰਕ ਦੇ ਨਾਲ ਵੀ ਕੋਈ ਬਿਜ਼ਨਸ ਕੀਤਾ ਜਾ ਸਕਦਾ। ਜ਼ਰੂਰੀ ਨਹੀਂ ਹੈਗੀ ਕਿ ਬਹੁਤ ਸਾਰੀ ਇਨਵੈਸਟਮੈਂਟ ਪਾ ਕੇ ਹੀ ਬਿਜ਼ਨਸ ਕੀਤਾ ਜਾ ਸਕਦਾ। ਸੋ ਉਹ ਚੀਜ਼ਾਂ ਸ਼ੁਰੂ ਤੋਂ ਹੀ ਇੰਨੀਆਂ ਜ਼ਿਆਦੀਆਂ ਸਾਡੇ ਅੰਦਰ ਘਰ ਕੀਤੀਆਂ ਹੋਈਆਂ ਆ ਕਿ ਜਦੋਂ ਅਸੀਂ ਕੁਛ ਡਿਫਰੈਂਟ ਸੋਚਣ ਦੀ ਗੱਲ ਕਰਦੇ ਹਾਂ, 21st ਸੈਂਚੁਰੀ ਦਾ ਸੋਚਣ ਦੀ ਗੱਲ ਕਰਦੇ ਹਾਂ, ਪਰ ਜਿਹੜੀ ਸਾਡੀ ਪਰਵਰਿਸ਼ ਹੈਗੀ ਆ ਉਹ ਬਿਲਕੁਲ 올ਡ ਸਿਸਟਮ ਦੀ ਹੋਣ ਕਰਕੇ ਤੇ ਅਸੀਂ ਉਹਦੇ ਵਿੱਚ ਕਈ ਵਾਰ ਸਟਰਗਲ ਫੀਲ ਕਰਦੇ ਹਾਂ। ਕਈ ਵਾਰ ਅਸੀਂ ਕਹਿੰਦੇ ਹਾਂ ਕਿ ਨਹੀਂ, ਸ਼ਾਇਦ ਅਸੀਂ ਠੀਕ ਕਰ ਵੀ ਰਹੇ ਹਾਂ ਕਿ ਨਹੀਂ। ਉਹ ਚੀਜ਼ ਕਾਫੀ ਰੋਲ ਪਲੇ ਕਰਦੀ ਆ। ਹਾਂ, ਨਹੀਂ ਦੇਖੋ ਗੱਲ ਤਾਂ ਇਹ ਤਾਂ ਹੈ, ਕਿਉਂਕਿ ਜਿਹੜਾ ਅਸੀਂ ਜਿਸ ਆਲੇ ਦੁਆਲੇ ਨਾਲ ਆਪਾਂ ਘਿਰੇ ਹੋਏ ਆ, ਉੱਥੇ ਸਾਰੇ ਲੋਕ ਜੌਬਾਂ ਕਰਦੇ ਆ। ਜੌਬਾਂ ਦੇ ਕਰਕੇ ਉਹਨੇ ਥੋੜੀਆਂ ਵਧੀਆ ਕਾਰਾਂ ਲਈਆਂ, ਕਰ ਰਿਹਾ, ਉਹਨਾਂ ਨੂੰ ਲੱਗਦਾ ਵੀ ਇਹ ਸੈੱਟ ਆ ਬੰਦੇ। ਜਦੋਂ ਅਸੀਂ ਕੈਨੇਡਾ ਆਏ ਸੀਗੇ ਉਦੋਂ ਇਦਾਂ ਹੀ ਲੱਗਦਾ ਸੀ ਵੀ ਜਿਹਨੂੰ ਵੀ ਮਿਲਣਾ ਜਾ ਕੇ ਤਾਂ ਲੱਗਦਾ ਇਹ ਬੰਦੇ ਦਾ ਸੈੱਟ ਹੋ ਗਿਆ ਕੈਨੇਡਾ 'ਚ, ਅਸੀਂ ਕਦੋਂ ਆਵਾਂਗੇ। ਪਰ ਹੁਣ 20 ਸਾਲ ਹੋ ਗਿਆ, ਹੁਣ ਪਤਾ ਲੱਗ ਗਿਆ ਵੀ ਕੋਈ ਬੰਦਾ ਇੱਥੇ ਸੈੱਟ ਨਹੀਂ ਹੈਗਾ, ਅਪਸੈਟ ਹੀ ਆ ਸਾਰੇ। ਬਸ ਉਹਨਾਂ ਦੇ ਚਿਹਰਿਆਂ ਤੋਂ ਲੱਗਦਾ ਵੀ ਇਹ ਸੈੱਟ ਆ, ਪਰ ਅੰਦਰੋਂ ਸਾਰੇ ਅਪਸੈਟ ਆ। ਮਤਲਬ ਆਪਾਂ ਨੂੰ ਸ਼ੁਰੂ 'ਚ ਪਤਾ ਨਹੀਂ ਹੁੰਦਾ ਕਿ ਇਹ ਜਿੰਨਾ ਬੰਦਾ ਸੈੱਟ ਹੈਗਾ ਆ, ਇਹ ਉਨਾ ਹੀ ਜ਼ਿਆਦਾ ਡੈਟ ਦੇ ਵਿੱਚ ਹੈਗਾ ਆ। ਸੋ ਕਿਉਂਕਿ ਕਾਰਾਂ ਵਧੀਆ ਚੱਕੀਆਂ ਹੋਈਆਂ, ਲੀਜ਼ ਤੇ ਆ, ਲੋਨ ਤੇ ਆ, ਘਰ ਦੀ ਮੌਰਗੇਜ ਜਾ ਰਹੀ ਆ, ਜਿੰਨਾ ਵੱਡਾ ਜੇ ਛੋਟਾ ਫ੍ਰੀ ਹੋਣ ਦੇ ਲੱਗ ਗਿਆ ਤੇ ਵੱਡਾ ਲੈ ਲਿਆ ਤੇ ਤੁਹਾਡੀ ਫਿਰ ਮੌਰਗੇਜ ਫਿਰ ਉੱਥੇ ਦੀ ਉੱਥੇ ਖੜੀ ਆ। ਸੋ ਉਹ ਚੀਜ਼ਾਂ ਆਪਾਂ ਨੂੰ ਦੇਖਣ ਨੂੰ ਸੈੱਟ ਲੱਗਦੀਆਂ, ਬਟ ਉਹ ਇਨਸਾਈਡ ਉਹ ਡੈਟ ਹੈਗਾ, ਉਹ ਸੈੱਟ ਨਹੀਂ ਹੈਗਾ। ਹਾਂ ਬਿਲਕੁਲ, ਇਹ ਗੱਲ ਬਹੁਤ ਵਧੀਆ। ਦੇਖੋ ਗੱਲ ਕਈ ਵਾਰੀ ਮੈਂ ਸੋਚਦਾ ਹੁੰਦਾ, ਬੰਦਾ ਕਹਿੰਦਾ ਵੀ ਓਕੇ ਅੰਦਰ ਸਕੂਨ ਨਹੀਂ ਹੈਗਾ, ਬਿਲਕੁਲ ਬਾਹਰ ਜਿੰਨੀ ਮਰਜ਼ੀ -35 ਹੋ ਜਾਵੇ, -45 ਹੋ ਜਾਵੇ, ਪਰ ਅੰਦਰ ਜਿਹੜੀ ਆ ਇੱਕ ਅੱਗ ਜਿਹੀ ਲੱਗੀ ਰਹਿੰਦੀ ਬੰਦੇ ਦੇ, ਰਾਈਟ। ਉਹਨੂੰ ਲੱਗਦਾ ਵੀ ਅਜੇ ਤੱਕ ਮੈਂ ਜ਼ਿੰਦਗੀ 'ਚ ਕੁਝ ਕੀਤਾ ਹੀ ਨਹੀਂ, ਅਜੇ ਮੈਂ ਜਿਸ ਕੰਮ ਲਈ ਆਇਆ ਜਾਂ ਜੋ ਮੈਂ ਕਰ ਸਕਦਾ ਸੀ, ਜੋ ਮੇਰੇ 'ਚ ਟੈਲੈਂਟ ਸੀਗਾ, ਅਜੇ ਤੱਕ ਤਾਂ ਮੈਂ ਉਹਨੂੰ ਕਲਟੀਵੇਟ ਕੀਤਾ ਹੀ ਨਹੀਂ ਹੈਗਾ। ਬਿਲਕੁਲ ਉਹਨੂੰ ਸੋਚ ਕੇ ਕਈ ਵਾਰੀ ਬੰਦਾ ਜਿਹੜਾ ਆ ਉਹ ਅਪਸੈਟ ਹੋਈ ਜਾਂਦਾ, ਬਿਲਕੁਲ ਅੰਦਰੋਂ ਜਿਹੜਾ ਆ ਐਂਗਜ਼ਾਇਟੀ ਕ੍ਰੀਏਟ ਕਰ ਲੈਂਦਾ, ਪਰ ਕਿਸੇ ਨਾਲ ਜੁੜਦਾ ਨਹੀਂ ਹੈਗਾ, ਕਿਉਂਕਿ ਉਹਦੀ ਜਿਹੜੀ ਜੇ ਆਪਾਂ ਕਹਿ ਲਈਏ ਵੀ ਉਹਦੀ ਸੰਗਤ ਹੈ ਉਹ ਡਿਫਰੈਂਟ ਲੋਕਾਂ ਦੇ ਨਾਲ, ਜਾਂ ਤਾਂ ਉਹ ਛੱਡੇ ਤਾਂ ਉਹ ਕੁਝ ਨਵਾਂ ਕਰ ਸਕਦਾ। ਚਲੋ ਐਨੀਵੇ, ਜਦੋਂ ਆਪਾਂ ਹੁਣ ਜੌਬਾਂ ਦੀ ਗੱਲ ਕਰਦੇ ਹਾਂ, ਜਿੱਦਾਂ ਇਸ ਬੁੱਕ ਦੇ ਵਿੱਚ ਵੀ ਲਿਖਿਆ ਵੀ ਜਿਹੜੇ ਅੱਜ 100 ਸਾਲ ਪਹਿਲਾਂ ਜਿਹੜੇ ਸੀ ਆਲਮੋਸਟ 75% ਪੀਪਲ ਜਿਹੜੇ ਸੀ ਉਹ ਸੈਲਫ ਇੰਪਲਾਇਡ ਸੀਗੇ ਜੀ। ਈਵਨ ਨਾਰਥ ਅਮਰੀਕਾ ਦੇ ਵਿੱਚ ਵੀ ਆਪਣੀ ਖੇਤੀਬਾੜੀ ਕਰਦੇ ਸੀ, ਕੋਈ ਕਾਰਖਾਨੇ ਦਾ ਕੰਮ ਕਰਦਾ ਸੀ, ਕੋਈ ਲੁਹਾਰਾ ਕੰਮ ਕਰਦਾ ਸੀ, ਕੋਈ ਹੋਰ ਕੁਝ ਕਰਦਾ ਸੀਗਾ। ਸੋ ਉਹ ਤੋਂ ਬਾਅਦ ਇੰਡਸਟਰੀਅਲ ਏਜ ਜਦੋਂ ਆਈ ਆ, ਫਿਰ ਲੋਕਾਂ ਨੂੰ ਇੱਕ ਮਜ਼ਦੂਰ ਬਣਾ ਦਿੱਤਾ ਗਿਆ, ਕਿਉਂਕਿ ਉਹਨਾਂ ਨੂੰ ਫੈਕਟਰੀ ਦੇ ਵਿੱਚ ਕੰਮ ਕਰਨਾ ਪੈਂਦਾ ਸੀ। ਸੋ ਉਹਦੇ ਬਾਰੇ ਮਨਜੀਤ ਤੁਸੀਂ ਦੱਸੋ, ਜੋ ਬੁੱਕ ਦੇ ਵਿੱਚ ਜਿਹੜੀ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਜਿਵੇਂ ਤੁਸੀਂ ਗੱਲਬਾਤ ਕੀਤੀ ਹੈ। ਸੋ ਬੁੱਕ ਦੇ ਵਿੱਚ ਉਹੀ ਡਿਟੇਲ ਦਿੱਤੀ ਆ ਕਿ ਜੇ ਹੰਡਰਡਸ ਆਫ ਇਅਰਸ ਪਹਿਲਾਂ ਦੀ ਗੱਲ ਕਰਦੇ ਆ, ਉਸ ਟਾਈਮ ਜਿਹੜੇ ਰਾਜੇ ਦੇ ਕੋਲ ਜ਼ਮੀਨ ਸੀ, ਪਰ ਜਿਹੜੇ ਲੋਕ ਜ਼ਮੀਨ ਤੇ ਕੰਮ ਕਰਦੇ ਸੀ ਉਹ ਇੱਕ ਲੀਜ਼, ਮਤਲਬ ਇੱਕ ਕਰ ਦਿੰਦੇ ਸੀ ਜ਼ਮੀਨ ਦਾ। ਆਈ ਥਿੰਕ ਇਟਸ ਲਾਈਫ ਲੀਜ਼ ਦੇ ਦਿੰਦੇ ਸੀ ਉਹ। ਹਾਂਜੀ, ਲਾਈਫ ਲੀਜ਼ ਦੇ ਦਿੰਦੇ ਸੀ ਤੇ ਉਹ ਉਹਨਾਂ ਨੂੰ ਉਹ ਕਰ ਪੇ ਕਰਦੇ ਸੀ। ਜਿਵੇਂ ਉਹਦੇ ਵਿੱਚ ਸਾਰੀ ਤਰ੍ਹਾਂ ਦੇ ਲੋਕ ਆ ਜਾਂਦੇ, ਜਿਵੇਂ ਤੁਸੀਂ ਦੱਸਿਆ ਹੀ ਆ, ਬੇਕਰਸ ਆ ਗਏ, ਬੇਕ ਕਰਦੇ ਸੀ ਲੋਕ, ਹੋਰ ਜ਼ਮੀਨਾਂ ਤੇ ਕੰਮ ਕਰਦੇ ਸੀ। ਬਟ ਉਸ ਤੋਂ ਬਾਅਦ ਜਦੋਂ ਇੰਡਸਟਰੀਅਲ ਏਜ ਆ ਗਈ, ਉਸ ਇੰਡਸਟਰੀਅਲ ਏਜ ਨੇ ਹੀ ਸਾਨੂੰ ਮਜ਼ਦੂਰ ਬਣਾਇਆ। ਸੋ ਉਸ ਵਕਤ ਜਿਹੜਾ ਲੋਕਾਂ ਦਾ ਮਾਈਂਡਸੈਟ ਸੀਗਾ ਉਹ ਸੈਲਫ ਇੰਪਲੋਏ ਦਾ ਮਾਈਂਡਸੈਟ ਸੀ। ਹੰਡਰਡਸ ਆਫ ਇਅਰਸ ਪਹਿਲਾਂ ਜੇ ਆਪਾਂ ਗੱਲਬਾਤ ਕਰਦੇ ਹਾਂ, ਖੇਤੀ ਕਰਕੇ ਉਹ ਰਾਜੇ ਨੂੰ ਕਰ ਦਿੰਦੇ ਸੀ, ਪਰ ਉਹਨਾਂ ਦਾ ਮਾਈਂਡਸੈਟ ਸੈਲਫ ਇੰਪਲੋਏ ਵਾਲਾ ਸੀ। ਪਰ ਜਦੋਂ ਜ਼ਿਆਦਾ ਇੰਡਸਟਰੀਅਲ ਏਜ ਦਾ ਜ਼ਮਾਨਾ ਆ ਗਿਆ, ਸੋ ਉਸ ਵਕਤ ਲੋਕਾਂ ਨੂੰ ਹੋ ਗਿਆ ਵੀ ਆਪਣੀ ਜਿਹੜੇ ਇੰਨਾ ਕੰਮ ਕਰੋ, ਰੋਜ਼ ਦੀ ਰੋਜ਼ ਪੇ ਲਓ, ਦਿਹਾੜੀਆਂ ਵਾਲਾ ਜਿਹੜਾ ਕੰਮ ਕਹਿੰਦੇ ਆਪਾਂ, ਮਜ਼ਦੂਰੀ ਵਾਲਾ ਕੰਮ ਆ, ਹਾਂਜੀ, ਜਾਂ ਇੱਕ ਵੀਕ ਕੰਮ ਕਰ ਲਿਆ, ਇੱਕ ਵੀਕ ਬਾਅਦ ਦੇ ਪੈਸੇ ਆ ਗਏ। ਸੋ ਕਹਿੰਦੇ ਰਸ਼ੀਅਨ ਤੋਂ ਸ਼ੁਰੂ ਹੋਇਆ ਬੇਸਿਕਲੀ ਇਹ ਜਿਹੜਾ ਕੰਮ ਆ ਨਾ, ਇੰਡਸਟਰੀਅਲ ਏਜ ਦਾ ਮਾਈਂਡਸੈਟ। ਸੋ ਉੱਥੋਂ ਫਿਰ ਲੋਕਾਂ ਦਾ ਜਿਹੜਾ ਈ ਕੁਆਡਰੈਂਟ ਵਾਲਾ ਮਾਈਂਡਸੈਟ ਹੋ ਗਿਆ ਵੀ ਇੱਕ ਵੀਕ ਕੰਮ ਕਰ ਲਓ, ਇੱਕ ਵੀਕ ਦੇ ਪੈਸੇ ਲੈ ਲਓ, ਇੱਕ ਦਿਨ ਕੰਮ ਕਰ ਲਓ, ਇੱਕ ਦਿਨ ਦੇ ਪੈਸੇ ਲੈ ਲਓ। ਸੋ ਇਸ ਤਰੀਕੇ ਦੇ ਨਾਲ ਇਹ ਸ਼ੁਰੂ ਹੋ ਗਿਆ। ਦੈਨ ਉਹਨਾਂ ਨੇ ਬਹੁਤ ਵਧੀਆ ਇੱਕ ਐਗਜ਼ਾਮਪਲ ਦਿੱਤੀ ਆ, ਕਹਿੰਦੇ ਗ੍ਰਾਸ ਹੌਪਰ ਤੇ ਐਂਟ ਦੀ, ਕਿ ਜਿਹੜਾ ਹੁਣ ਐਂਟ ਆ ਉਹ ਕੀੜੀ ਆ,
ਉਹਨੂੰ ਆਪਾਂ ਦੇਖਿਆ ਹੋਵੇ, ਮੇਬੀ ਤੁਸੀਂ ਵੀ ਦੇਖਿਆ ਹੋਵੇ ਛੋਟੇ ਹੁੰਦਿਆਂ ਨੇ ਨਾ, ਉਹ ਕਿੰਨੀ ਬਿਜ਼ੀ ਹੁੰਦੀ ਆ, ਉਹ ਰੁਕਦੀ ਨਹੀਂ ਹੈਗੀ, ਉਹ ਰੁਕਦੀ ਨਹੀਂ, ਉਹਨੇ ਨਿੱਕਾ ਨਿੱਕਾ ਫੂਡ ਦਾ ਉਹ ਇਕੱਠਾ ਕਰੀ ਜਾਣਾ ਹਨਾ, ਤੇ ਸੇਵ ਕਰੀ ਜਾਣਾ ਵੀ ਵਿੰਟਰ ਦੇ ਟਾਈਮ ਦੇ ਵਿੱਚ ਜਿਹੜਾ ਸਟੋਰੇਜ ਕਰਦੀ ਆ, ਮਤਲਬ ਘਰ ਬਣਾ ਲੈਣਾ ਤੇ ਫੂਡ ਨੂੰ ਸਟੋਰ ਕਰਨਾ ਤਾਂ ਕਿ ਮੈਂ ਵਿੰਟਰ ਦੇ ਵਿੱਚ ਸਰਵਾਈਵ ਕਰ ਸਕਾਂ। ਮਤਲਬ ਦੇਖ ਲਓ ਕਿ ਉਹਦਾ ਵੀ ਕਿੰਨਾ ਦਿਮਾਗ ਕੰਮ ਕਰ ਰਿਹਾ ਹਨਾ। ਦੇਖੋ ਅੱਗੇ ਆਪਣੇ ਹੁੰਦਾ ਸੀ ਵੀ ਬਿਜੜਾ ਬਣ ਬਾਂਦਰ ਨਾ ਬਣ, ਜਿੰਦੇ ਸੀਗਾ ਬਿਜੜਾ ਘਰ ਬਣਾਉਂਦਾ, ਠੀਕ ਹੈ, ਤਾਂ ਬਾਂਦਰ ਆ ਕੇ ਉਹ ਖਿਲਾਰ ਦਿੰਦਾ ਫਿਰ। ਅੱਛਾ ਜੀ, ਠੀਕ ਆ। ਸੋ ਇਹਦੇ ਵਿੱਚ ਵੀ ਇਹਨਾਂ ਨੇ ਉਹ ਕੀੜੀ ਤੇ ਗ੍ਰਾਸਹੌਪਰ ਜਿਹੜਾ ਉਹ ਹਰਾ ਜਿਹਾ ਹੈਗਾ ਤੋਤਾ ਜਿਹਾ ਹੁੰਦਾ ਆ, ਹੈਲੀਕਾਪਟਰ ਆਪਾਂ ਕਹਿੰਦੇ ਜੀ, ਉਹਦੀ ਤੇ ਕੀੜੀ ਦੀ ਐਗਜ਼ਾਮਪਲ ਕਿੰਨੀ ਵਧੀਆ ਦਿੱਤੀ ਆ ਵੀ ਜਦੋਂ ਉਹ ਸਿਆਲ ਕੰਮ ਕਰਨ ਲੱਗੀ ਹੁੰਦੀ ਨਾ, ਨਿੱਕਾ ਨਿੱਕਾ ਫੂਡ ਲੈ ਕੇ ਜਾਈ ਜਾਂਦੀ, ਤੁਸੀਂ ਉਹਨੂੰ ਸਟਾਪ ਵੀ ਕਰਦੇ ਆ, ਉਹ ਰਾਸਤਾ ਬਦਲ ਕੇ ਕੰਮ ਨਹੀਂ ਛੱਡਦੀ ਆਪਣਾ। ਤੇ ਉਹ ਕਹਿੰਦੇ ਵੀ ਉਸ ਵਕਤ ਉਹ ਇੰਜੋਏ ਕਰ ਰਿਹਾ ਸਮਰ, ਆਰਾਮ ਨਾਲ ਗ੍ਰਾਸਹੌਪਰ ਕਹਿੰਦਾ ਵੀ ਕੋਈ ਗੱਲ ਨਹੀਂ, ਵਧੀਆ ਦਿਨ ਆ, ਧੁੱਪਿਆ, ਇੰਜੋਏ ਕਰੋ। ਤੇ ਮੇਬੀ ਉਹ ਕਹਿੰਦੇ ਕੀੜੀ ਤੂੰ ਵੀ ਉਹਦਾ ਵੀ ਜੋਕ ਬਣਾ ਰਿਹਾ ਵੀ ਤੂੰ ਐਵੇਂ ਕੰਮ ਕਰਨ ਲੱਗੀ ਹੋ ਆ, ਮਤਲਬ ਰਿਲੈਕਸ ਹੋ ਹਨਾ, ਇੰਜੋਏ ਕਰ। ਫਿਰ ਦੇਖ ਲਓ ਕਿ ਉਹ ਕਹਿੰਦੇ ਕਿ ਉਹੀ ਸਮਰ ਇੰਜੋਏ ਕਰਦਾ, ਉਹ ਨੈਕਸਟ ਸਮਰ ਲਈ ਸਰਵਾਈਵ ਨਹੀਂ ਕਰਦਾ, ਰਾਈਟ, ਬਿਕਾਜ਼ ਹੁਣ ਠੰਡ ਆ ਗਈ ਤੇ ਠੰਡ ਨਾਲ ਮਰ ਜਾਣਾ, ਜਾਂ ਫਿਰ ਫੂਡ ਹੈ ਨਹੀਂ, ਫੂਡ ਤੋਂ ਬਿਨਾਂ ਭੁੱਖ ਨਾਲ ਮਰ ਜਾਣਾ। ਸੋ ਇਸ ਕਰਕੇ ਉਹ ਕਹਿੰਦੇ ਆ ਕਿ ਜੇ ਤੁਸੀਂ ਵੀ ਥੋੜਾ ਫਿਊਚਰ ਦਾ ਸੋਚੋ, ਲਾਈਕ ਅ ਐਂਟ, ਜੇ ਤੁਸੀਂ ਅੱਜ ਜੌਬ ਕਰਦੇ ਆ ਬਟ ਨਾਲ ਦੀ ਨਾਲ ਆਪਣੇ ਮਾਈਂਡ ਨੂੰ ਓਪਨ ਰੱਖੋ, ਨਾਲ ਦੀ ਨਾਲ ਆਪਣੇ ਆਪ ਨੂੰ ਇੱਕ ਓਪਰਚੁਨਿਟੀ ਦਿਓ ਜਿੱਥੇ ਅਸੀਂ ਡਿਵਰਸਿਫਾਈ ਕਰ ਸਕੀਏ, ਜਿੱਥੇ ਅਸੀਂ ਆਪਣੀ ਸੈਕੰਡ ਇਨਕਮ ਸਟਰੀਮ ਰੈਡੀ ਕਰ ਸਕੀਏ, ਜਿੱਥੇ ਅਸੀਂ ਨਾਲ ਸਾਈਡ ਹਸਲ ਕਰ ਸਕੀਏ। ਸੋ ਜੇ ਅਸੀਂ ਕੀੜੀ ਵਾਲਾ ਮਾਈਂਡਸੈਟ ਰੱਖਾਂਗੇ, ਫਿਰ ਅਸੀਂ ਸਟੋਰੇਜ ਕਰਨ ਦੀ ਸੋਚਾਂਗੇ, ਫਿਰ ਅਸੀਂ ਇਹ ਸੋਚਾਂਗੇ ਕਿ ਲੋੜ ਪੈਣ ਤੇ ਸਾਡੇ ਕੋਲ ਕੁਛ ਨਾ ਕੁਛ ਜਮਾ ਹੈਗਾ ਆ। ਦੇਖੋ ਅੱਗੇ ਇੱਕ ਟਾਈਮ ਹੁੰਦਾ ਸੀ ਕਹਿੰਦੇ ਵੀ ਹੈਂਡ ਟੂ ਮਾਊਥ, ਹਾਂਜੀ, ਠੀਕ ਹੈ, ਇੰਨਾ ਕਿ ਆਪਾਂ ਕੰਮ ਕਰਨਾ, ਪਰ ਅੱਜ ਕੱਲ ਤਾਂ ਮੈਨੂੰ ਲੱਗਦਾ ਵੀ ਮਾਊਥ ਜਿਹੜਾ ਆ ਉਹ ਦੂਰ ਹੀ ਰਹਿ ਜਾਂਦਾ, ਹੱਥ ਜਿਹੜਾ ਆ ਤਾਂ ਮਾਊਥ ਜਿਹੜਾ ਉਹ ਮੂਵ ਕਰਕੇ ਖਾਣਾ ਪੈਂਦਾ, ਜਿਸ ਤਰੀਕੇ ਨਾਲ ਅੱਜ ਹਾਲਾਤ ਹੋਏ ਜੀ, ਠੀਕ ਹੈ। ਸੋ ਸੰਦੀਪ, ਤੁਸੀਂ ਕੀ ਕਹਿਣਾ ਚਾਹੋਗੇ ਜਿਹੜੀ ਐਂਟਰਪ੍ਰੈਨਿਓਰਸ਼ਿਪ ਹੈਗੀ ਆ ਸਾਈਡ ਬਾਈ ਸਾਈਡ ਯੋਰ ਜੌਬ, ਕਿੰਨਾ ਕੁ ਔਖਾ ਕੰਮ ਹੈਗਾ, ਕਿੰਨਾ ਕੁ ਔਖਾ ਮਾਈਂਡਸੈਟ ਕਰਨਾ ਇਹਦੇ ਲਈ ਵੀ ਓਕੇ ਇਹ ਕੋਈ ਇਟ ਇਜ਼ ਇੰਪੋਰਟੈਂਟ ਔਰ ਨਾਟ ਇੰਪੋਰਟੈਂਟ? ਭਾਜੀ ਇੰਪੋਰਟੈਂਸ ਤਾਂ ਇਹਦੀ ਸਾਨੂੰ ਹੁਣ ਕਰੋਨਾ ਨੇ ਸਿਖਾਈ ਦਿੱਤੀ, ਦੱਸੇ ਦਿੱਤੀ ਕਿੰਨੀ ਕਿ ਇੰਪੋਰਟੈਂਟ ਹੈਗੀ ਆ। ਹੁਣ ਜਿਹੜਾ ਬੰਦਾ 10,000 ਮਹੀਨੇ ਦਾ ਬਣਾ ਰਿਹਾ ਸੀ ਉਹਨੂੰ ਵੀ 2,000 ਦਿੱਤਾ ਗਵਰਨਮੈਂਟ ਨੇ, ਜਿਹੜਾ 1,500 ਬਣਾ ਰਿਹਾ ਸੀ ਉਹ ਵੀ 2,000 ਲੈ ਰਿਹਾ। 2,000 ਲੈ ਗਿਆ। ਸੋ ਉਹ ਹੁਣ ਸਾਨੂੰ ਖੁਦ ਨੂੰ ਮਤਲਬ ਵਾਈਜ਼ ਹੋਣਾ ਪੈਣਾ, ਸੋਚਣਾ ਪੈਣਾ ਹੈਗਾ ਆ। ਸੋ ਇਹਦੇ ਵਿੱਚ ਅਸੀਂ ਖੁਦ ਪਤਾ ਕੀ ਹੁੰਦਾ ਕਿ ਜਦੋਂ ਸਾਨੂੰ ਸੇਕ ਲੱਗਦਾ ਆ ਉਦੋਂ ਅਸੀਂ ਸਮਝਦੇ ਹਾਂ ਉਸ ਚੀਜ਼ ਨੂੰ, ਪਰ ਜਦੋਂ ਉਹ ਚੀਜ਼ ਠੀਕ ਹੋਣ ਲੱਗ ਪੈਂਦੀ ਫਿਰ ਅਸੀਂ ਭੁੱਲ ਜਾਂਦੇ ਹਾਂ। ਇਹੀ ਇੱਕ ਇਨਸਾਨ ਦੀ ਸਭ ਤੋਂ ਜਿੱਦਾਂ ਕਹਿ ਸਕਦੇ ਕਿ ਗੁੱਡ ਚੀਜ਼ ਵੀ ਹੈ ਤੇ ਬੈਡ ਚੀਜ਼ ਵੀ ਹੈ। ਪਰ ਜਿੱਦਾਂ ਹੁਣ ਸਾਨੂੰ ਸੇਕ ਲੱਗਾ ਸਾਰਿਆਂ ਨੂੰ, ਸਾਨੂੰ ਪਤਾ ਹੈ ਕਿ ਸਾਡੀ ਇਨਕਮ ਜਿਹੜੀ ਪੇ ਚੈੱਕ ਆ ਉਹ ਸਿਕਿਉਰ ਨਹੀਂ ਹੈਗਾ, ਜਦ ਕਿ ਅਸੀਂ ਇਹਨੂੰ ਕਹਿੰਦੇ ਕਿ ਸਾਡੀ ਇਹ ਸਿਕਿਉਰਡ ਇਨਕਮ ਆ। ਤਾਂ ਆਪਣੀ ਇਹ ਇਨਕਮ ਕੋਈ ਸਿਕਿਉਰ ਨਹੀਂ ਕਿ ਜਦੋਂ ਕੰਮ ਘਟਣਾ ਆ ਪਹਿਲੀ ਜਿਹੜੀ ਕੈਂਚੀ ਚੱਲਣੀ ਆ ਉਹ EMPLOYEE ਤੇ ਚੱਲਣੀ ਆ, ਰਾਈਟ। ਸੋ ਇਸ ਚੀਜ਼ ਲਈ ਸਾਨੂੰ ਇਹ ਹੁਣ ਅਵੇਅਰ ਹੋਣਾ ਚਾਹੀਦਾ, ਸਾਨੂੰ ਸੋਚਣਾ ਚਾਹੀਦਾ ਕਿ ਅਸੀਂ ਜੌਬ ਦੇ ਨਾਲ ਕੁਝ ਇੱਦਾਂ ਦਾ ਬਿਲਡ ਜ਼ਰੂਰ ਕਰੀਏ ਕਿ ਜਿੱਥੇ ਅਸੀਂ ਮਾੜੇ ਸਮੇਂ ਤੇ ਜਾਂ ਔਖੀ ਘੜੀ ਦੇ ਵਿੱਚ ਰਿਲਾਈ ਕਰ ਸਕਦੇ ਹੋਈਏ। ਕਿਉਂਕਿ ਜਿੱਦਾਂ ਆਪਾਂ ਸ਼ੁਰੂ ਵਿੱਚ ਵੀ ਕਿਹਾ ਕਿ ਹੁਣ ਸੈਕੰਡ ਸਟਰੀਮ ਆਫ ਇਨਕਮ ਬਿਲਡ ਕਰਨਾ ਕੋਈ ਲਗਜ਼ਰੀ ਨਹੀਂ ਹੈਗੀ, ਇਹ ਨੈਸੈਸਿਟੀ ਬਣ ਚੁੱਕੀ ਆ। ਔਰ ਜਿਹੜਾ ਡਿਜੀਟਲ ਐਂਟਰਪ੍ਰੈਨਿਓਰਸ਼ਿਪ ਦਾ ਕਨਸੈਪਟ ਆਪਣੇ ਕੋਲ ਅੱਜ ਦੀ ਘੜੀ ਵਿੱਚ ਹੈਗਾ ਆ, ਦਿਸ ਇਜ਼ ਦਾ ਬੈਸਟ, ਕਿਉਂਕਿ ਇਹਦੇ ਵਿੱਚ ਤੁਹਾਨੂੰ ਕੁਝ ਕੁਇਟ ਕਰਨ ਦੀ ਲੋੜ ਨਹੀਂ, ਕੋਈ ਰਿਸਕ ਲੈਣ ਦੀ ਲੋੜ ਨਹੀਂ ਹੈਗੀ, ਕੋਈ ਇਨਵੈਸਟਮੈਂਟ ਦੀ ਬਿਗ ਦੀ ਲੋੜ ਨਹੀਂ ਹੈਗੀ, ਐਂਡ ਦੇयर ਆਰ ਮੈਂਟਰ ਐਂਡ ਕੋਚਿਸ ਹੂ ਗੋਨਾ ਹੈਲਪ ਯੂ। ਕਿਉਂਕਿ ਬਹੁਤ ਚੀਜ਼ਾਂ ਦੇ ਵਿੱਚ ਅਸੀਂ ਕਿਉਂ ਫੇਲ ਹੁੰਦੇ ਹਾਂ ਕਿ ਜਦੋਂ ਸਾਨੂੰ ਕੋਈ ਨੌਲੇਜ ਨਹੀਂ ਹੁੰਦੀ, ਅਸੀਂ ਉਹਦੇ ਵਿੱਚ ਐਕਸਪਰਟ ਨਹੀਂ ਹੁੰਦੇ ਔਰ ਸਾਨੂੰ ਕੋਈ ਦੱਸਣ ਵਾਲਾ ਨਹੀਂ ਹੁੰਦਾ। ਪਰ ਇਹ ਜਿਹੜਾ ਇੱਕ ਇੱਦਾਂ ਦਾ ਜਿਹੜਾ ਬਿਜ਼ਨਸ ਹੈਗਾ, ਜਿਹੜਾ ਇੱਕ ਪ੍ਰੋਪਰ ਪੈਕੇਜ ਹੈਗਾ ਜਿਹਦੇ ਵਿੱਚ ਜੇ ਤੁਸੀਂ ਡਰੀਮਰ ਹੈਗੇ ਆ, ਤੁਸੀਂ ਹਾਰਡ ਵਰਕ ਕਰਨ ਨੂੰ ਤਿਆਰ ਹੈਗੇ ਆ, ਲਿਸਨ ਐਂਡ ਲਰਨ ਕਰਨ ਨੂੰ ਤਿਆਰ ਹੈਗੇ ਆ, ਸਿੱਖਣ ਲਈ ਹੰਬਲ ਹੈਗੇ ਆ, ਤਾਂ ਇਹਦੇ ਵਰਗੀ ਓਪਰਚੁਨਿਟੀ ਆਈ ਡੋਂਟ ਥਿੰਕ ਕਿ ਹੋਰ ਕੋਈ ਐਗਜ਼ਿਸਟ ਕਰਦੀ ਆ ਜਿਹੜੀ ਵਿਦਆਊਟ ਐਨੀ ਰਿਸਕ ਹੋਵੇ, ਵਿਦਆਊਟ ਐਨੀ ਇਨਵੈਸਟਮੈਂਟ ਹੋਵੇ, ਤੇ ਇਹ ਤੁਹਾਨੂੰ ਨੌਲੇਜ ਦੇਣ ਲਈ ਲੋਕ 24/7 ਵਿਲਿੰਗਲੀ ਹੈਲਪਫੁਲ ਹੈਗੇ ਆ। ਸੋ ਬੈਸਟ ਜੇ ਆਪਾਂ ਇੱਕ ਚੀਜ਼ ਦੇਖਦੇ ਆ ਬਿਜ਼ਨਸ, ਜਿੱਦਾਂ ਮੈਂ ਪਹਿਲਾਂ ਕਿਹਾ ਸੀ ਬਿਜ਼ਨਸ ਹਰ ਬੰਦਾ ਹੀ ਖੋਲ੍ਹਣਾ ਚਾਹੁੰਦਾ, ਬਿਲਕੁਲ, ਪਰ ਉਹਨੂੰ ਦੋ ਚੀਜ਼ਾਂ ਜਿਹੜੀਆਂ ਬੰਦੇ ਨੂੰ ਰੋਕਦੀਆਂ, ਇੱਕ ਤਾਂ ਉਹਦਾ ਜਿਹੜਾ ਕਰੇਜ ਹੈ, ਉਹਦਾ ਹੌਸਲਾ ਆ, ਉਹ ਹੌਸਲਾ ਜਿਹੜਾ ਆ ਉਹ ਬੰਦਿਆਂ ਦੇ ਕੋਲ ਹੈ ਨਹੀਂ, ਤਾਂ ਹੀ ਉਹ ਤਾਂ ਆਪਾਂ ਜੌਬਾਂ ਕਰਦੇ ਜਾਂ ਆਪਾਂ ਕੋਈ ਚੀਜ਼ ਨਵੀਂ ਨਹੀਂ ਕਰ ਪਾਉਂਦੇ। ਈਵਨ ਕਾਰ ਲੈਣ ਲੱਗਿਆ ਵੀ ਆਪਣੇ ਚ ਹੌਸਲਾ ਹੀ ਚਾਹੀਦਾ, ਇਹ ਨਹੀਂ ਹੈਗਾ ਮਨੀ ਚਾਹੀਦੀ ਕਿ ਨਹੀਂ ਚਾਹੀਦੀ ਜੀ। ਇੱਕ ਹੋਰ ਗੱਲ ਰਾਜ ਮੈਂ ਨਾਲ ਐਡ ਕਰੂੰਗੀ, ਜਿਵੇਂ ਆਪਾਂ ਕਹਿੰਦੇ ਕਿ ਹੌਸਲਾ ਚਾਹੀਦਾ, ਦੂਜੀ ਗੱਲ ਆਪਣਾ ਜੌਬ ਕੁਆਡਰੈਂਟ ਦਾ ਮਾਈਂਡਸੈਟ ਹੈਗਾ ਸਿਕਿਉਰਿਟੀ।
ਸੋ ਉਹਨਾਂ ਨੂੰ ਲੱਗਦਾ ਕਿ ਅਸੀਂ ਬਹੁਤ ਜ਼ਿਆਦਾ ਸਿਕਿਉਰ ਆ, ਜੇ ਮੇਰੇ ਕੋਲ ਇੱਕ ਵਧੀਆ ਜੌਬ ਹੈਗੀ ਆ ਮੇਰਾ ਫਿਊਚਰ ਸਿਕਿਉਰ ਆ। ਸੋ ਪਰ ਆਪਾਂ ਇਹ ਨਹੀਂ ਦੇਖਦੇ ਕਿ ਈ ਕੁਆਡਰੈਂਟ ਤਾਂ ਹੀ ਇੱਕ ਇਦਾਂ ਦਾ ਕੁਆਡਰੈਂਟ ਆ ਜਿਹਦੇ ਚ ਬਿਲਕੁਲ ਵੀ ਸਿਕਿਉਰਿਟੀ ਹੈ ਨਹੀਂਗੀ। ਐਂਡ ਹੁਣ ਪੈਂਡੈਮਿਕ ਨੇ ਆਪਾਂ ਨੂੰ ਇਹ ਚੀਜ਼ ਰੀਅਲਾਈਜ਼ ਕਰਾਤੀ ਕਿ ਜਿਹੜੀਆਂ ਜੌਬਸ ਆਪਾਂ ਸੋਚਦੇ ਸੀ ਮੇਰੀ 5 ਸਾਲ ਪਹਿਲਾਂ ਚੱਲੀ ਜੌਬ ਆ, ਜਾਂ ਈਵਨ ਆਈ ਨੋ ਸਮ ਪੀਪਲ ਜਿਨ੍ਹਾਂ ਨੂੰ 15 ਸਾਲ ਇੱਕੋ ਹੀ ਜੌਬ ਤੇ ਹੋ ਗਏ ਸੀਗੇ, ਸੋ ਹੁਣ ਕੰਪਨੀ ਉਹਨਾਂ ਦੀ ਮੂਵ ਹੋ ਗਈ, ਕੰਪਨੀ ਬੰਦ ਹੋ ਗਈ ਆ। ਸੋ ਉਹ ਸਿਕਿਉਰਿਟੀ ਦਾ ਜਿਹੜਾ ਮਾਈਂਡਸੈਟ ਉਹਨਾਂ ਦਾ ਸੀਗਾ, ਸੋ ਹੁਣ ਉਹਨੇ ਉਹ ਰੀਅਲਾਈਜ਼ ਕੀਤਾ ਕਿ ਨੋ ਜੌਬ ਇਜ਼ ਅ ਸਿਕਿਉਰ ਜੌਬ। ਓਕੇ, ਹੁਣ ਆਪਾਂ ਇੱਥੇ ਕੈਲਕੂਲੇਸ਼ਨ ਕਰਦੇ ਹਾਂ, ਲੈਟਸ ਸੀ ਕਿਸੇ ਕੋਲ $100,000 ਦੀ ਜੌਬ ਹੈਗੀ ਜੀ, ਉਹਦੇ ਵਿੱਚੋਂ ਆਲਮੋਸਟ 35% ਜਿਹੜਾ 30% ਜਿਹੜਾ ਉਹ ਟੈਕਸ ਚਲੇ ਜਾਣਾ, ਬਾਕੀ ਕਿੰਨੇ ਬਚੇ 70,000। ਹੁਣ ਜਦੋਂ ਬਾਹਰ ਆਪਾਂ ਸ਼ਾਪਿੰਗ ਕਰਨ ਜਾਂਦੇ ਆ 13% ਟੈਕਸ ਲੱਗ ਗਿਆ। ਉਹ ਕਿੰਨਾ ਰਹਿ ਗਿਆ ਆਪਣੀ ਜੇ ਡਾਲਰ ਤੋਂ ਕੈਲਕੂਲੇਸ਼ਨ ਜੇ ਕਰੀਏ, ਸਾਡੀ ਜਿਹੜੀ ਆ ਉਹ 50% ਵੀ ਡਾਲਰ ਚੋਂ ਨਹੀਂ ਬਚਦਾ ਬਾਇੰਗ ਪਾਵਰ, ਰਾਈਟ। ਜੇ ਇਸ ਤਰੀਕੇ ਨਾਲ ਜੇ ਆਪਾਂ ਫਿਰ ਹਾਊਸ ਟੈਕਸ ਦੇਖ ਲਓ, ਫਿਰ ਹੋਰ ਕੋਈ ਟੈਕਸ ਦੇਖ ਲਓ, ਆਲਮੋਸਟ 50-60% ਜਿਹੜਾ ਉਹ ਟੈਕਸ ਦੇ ਵਿੱਚ ਚਲੇ ਜਾਂਦਾ ਜੀ। ਸੋ ਜਦੋਂ ਤੁਸੀਂ ਡਾਲਰ ਕਮਾਉਂਦੇ ਆ, ਡਾਲਰ ਚੋਂ 50% ਤੁਹਾਤੋਂ ਕੋਈ ਲੈ ਜਾਵੇ ਤਾਂ ਤੁਸੀਂ ਕਿੱਦਾਂ ਮਹਿਸੂਸ ਕਰੋਗੇ? ਜੇ ਲੈਟਸ ਸੀ ਫਾਰ ਐਗਜ਼ਾਮਪਲ, ਇਹ ਨਹੀਂ ਹੈਗਾ ਵੀ ਟੈਕਸ ਦੀ ਮਾੜੀ ਗੱਲ ਹੈ, ਪਰ ਗੱਲ ਇਹ ਹੈ ਮੈਂ ਜਿਹੜੀ ਤੁਹਾਨੂੰ ਦੱਸਣੀ ਚਾਹੁੰਦਾ, ਲੈਟਸ ਸੀ ਤੁਸੀਂ ਮੈਨੂੰ $1,00,000 ਦਿੱਤਾ ਪਿਛਲੇ ਸਾਲ, ਤਾਂ ਐਤਕੀ ਤੁਸੀਂ ਮੈਨੂੰ ਕਹਿੰਦੇ ਵੀ ਓਕੇ $1,00,000 ਦੇ ਦਿਓ ਵਾਪਸ, ਪਰ ਮੈਂ ਤੁਹਾਨੂੰ ਕਿੰਨਾ ਦਿੰਦਾ? 70,000 ਜਾਂ $65,000 ਦਿੰਦਾ। ਤੁਸੀਂ ਕੀ ਕਰੋਗੇ? ਦੇਖੋ, ਜੇ ਤੁਸੀਂ ਮੈਨੂੰ ਦਿੱਤਾ ਐਂਡ ਤੁਸੀਂ ਮੈਨੂੰ ਉਹ ਵਾਪਸ ਕੀਤਾ, ਥੋੜਾ ਕੀਤਾ, ਬਟ ਉਹ ਮੇਰੇ ਕੋਲੋਂ ਮੈਨੂੰ ਉਦੋਂ ਮਨੀ ਫੀਲ ਹੋਣੀ ਆ ਜਦੋਂ ਤੁਸੀਂ ਮੈਨੂੰ ਦੇਤੀ, ਮੈਂ ਤੁਹਾਨੂੰ ਦੁਬਾਰਾ ਵਾਪਸ ਦੇ ਰਹੀ ਆ। ਪਰ ਉਹ ਜਿਹੜਾ ਪੇ ਚੈੱਕ ਦੇ ਵਿੱਚ ਕੱਟਿਆ ਨਾ, ਉਹ ਉਹਨਾਂ ਦੇ ਹੱਥ ਆਉਣ ਤੋਂ ਪਹਿਲਾਂ ਹੀ ਕੱਟਿਆ। ਉਹੀ ਮੈਂ ਦੱਸਣ ਲੱਗਾ ਸੀ, ਇਸ ਕਰਕੇ ਲੋਕੀ ਉਹਨੂੰ ਰੀਅਲਾਈਜ਼ ਨਹੀਂ ਕਰਦੇ। ਉਹਨੂੰ ਮੈਂ ਇਹੀ ਦੱਸਣ ਲੱਗਾ ਸੀ, ਜਿਹੜਾ 35,000 ਲੈਟਸ ਸੀ $65,000 ਜਿਹੜਾ ਆ ਉਹ ਮੈਂ ਤੁਹਾਨੂੰ ਦਿੰਦਾ, ਐਂਡ ਤੁਸੀਂ ਮੇਰੇ ਤੇ ਕੇਸ ਕਰੋਗੇ ਜਾਂ ਲੜੋਗੇ, ਪੰਚਾਇਤ ਇਕੱਠੀ ਕਰੋਗੇ, ਮੇਰਾ $35,000 ਤੁਸੀਂ ਮਾਰ ਲਿਆ ਜੀ। ਪਰ ਹੁਣ ਜਦ ਆਪਾਂ ਜੌਬ ਤੇ ਜਾਂਦੇ ਆ, ਉਹ ਕਹਿੰਦੇ ਵੀ ਓਕੇ ਨਾ, ਲੋਕਾਂ ਨੂੰ ਇਹ ਨਹੀਂ ਪਤਾ ਵੀ ਇਹ ਮਨੀ ਕਿੱਦਾਂ ਸਾਂਭਣੀ ਆ, ਨਾ ਹੀ ਵਾਪਸ ਕਰਨੀ ਆ। ਬਿਫੋਰ ਦੇ ਸੀ ਦੈਟ ਮਨੀ ਉਹ ਟੈਕਸ ਕੱਟ ਹੋ ਜਾਂਦੀ ਹੈ, ਐਂਡ ਵੀ ਆਰ ਸੋ ਯੂਜ਼ਡ ਟੂ ਦੈਟ, ਕਿਉਂਕਿ ਸਾਰੀ ਫੈਕਟਰੀ, ਸਾਰਾ ਆਫਿਸ ਜਿਹੜਾ ਇਸ ਚੀਜ਼ ਦਾ ਯੂਜ਼ਡ ਟੂ ਹੋ ਚੁੱਕਿਆ ਵੀ ਇੰਨੇ % ਜਿਹੜਾ ਆ ਉਹ ਮੇਰਾ ਟੈਕਸ ਜਾਣਾ ਹੀ ਜਾਣਾ ਆ। ਬਿਲਕੁਲ ਠੀਕ ਹੈ ਜੀ। ਪਰ ਹੁਣ ਜਦੋਂ ਤੁਸੀਂ ਬਿਜ਼ਨਸ ਕਰਦੇ ਆ, ਜੇ ਤੁਸੀਂ $60,000 ਦੀ ਇਨਕਮ ਹੈਗੀ ਆ ਸਾਈਡ ਤੇ, ਤਾਂ ਵੀ ਤੁਸੀਂ ਫਾਇਦੇ ਦੇ ਵਿੱਚ ਆ। ਜੇ ਤੁਹਾਡੇ ਕੋਲ $100,000 ਦੀ ਜੌਬ ਪਲੱਸ $60,000 ਔਨ ਦੀ ਸਾਈਡ ਹੈਗੀ ਆ, ਕਿੰਨਾ ਟੈਕਸ ਦੇਣਾ? ਇਹ ਤੁਸੀਂ ਅਕਾਊਂਟੈਂਟ ਨੂੰ ਪੁੱਛੋ ਵੀ ਮਿਨੀਮਮ ਟੈਕਸ ਤੁਸੀਂ ਦੇ ਸਕਦੇ ਆ। ਵਾਈ? ਬਿਕਾਜ਼ ਯੂ ਕੈਨ ਕਲੇਮ ਸੋ ਮੈਨੀ ਥਿੰਗਸ। ਬਿਲਕੁਲ, ਕੈਨੇਡਾ ਮਾੜੀ ਚੀਜ਼ ਨਹੀਂ ਹੈਗੀ, ਬਹੁਤ ਵਧੀਆ ਦੇਸ਼ ਆ, ਸਿਕਿਉਰਿਟੀ ਹੈਗੀ, ਐਵਰੀਥਿੰਗ। ਪਰ ਜਦੋਂ ਤੁਸੀਂ ਇੱਕ ਜੌਬ ਤੇ ਰਿਲਾਈ ਕਰਕੇ ਆਪਣੀ ਜ਼ਿੰਦਗੀ ਜੀਣ ਦੀ ਕੋਸ਼ਿਸ਼ ਕਰਦੇ ਹੋ ਨਾ, ਉਦੋਂ ਤੁਸੀਂ ਲੂਜ਼ ਕਰਨਾ ਸ਼ੁਰੂ ਕਰਦੇ ਆ ਆਪਣੀ ਜ਼ਿੰਦਗੀ ਦੇ ਵਿੱਚ। ਬਿਲਕੁਲ 100% ਐਗਰੀ। ਐਂਡ ਸੈਕੰਡ ਥਿੰਗ, ਜਿਹੜੀ ਐਸ ਕੁਆਡਰੈਂਟ ਦੇ ਕੋਲ ਥੋੜੀ ਫਲੈਕਸੀਬਿਲਿਟੀ ਹੈਗੀ ਆ, ਬਟ ਉਹਨਾਂ ਨੂੰ ਲੱਗਦਾ ਕਿ ਅਸੀਂ ਸ਼ਾਇਦ ਬਿਜ਼ਨਸਮੈਨ ਆ, ਸੋ ਇੱਕ ਅੰਦਰ ਵਹਿਮ ਪਾ ਲੈਂਦੇ ਆਪਾਂ ਹੁੰਨੇ ਸੈਲਫ ਏਮਪਲੋਏ ਆ, ਪਰ ਆਪਾਂ ਕਹਿੰਦੇ ਆ ਕਿ ਮੈਂ ਤਾਂ ਹੁਣ ਬਿਜ਼ਨਸਮੈਨ ਆ, ਮੇਰਾ ਆਪਣਾ ਬਿਜ਼ਨਸ ਆ। ਬਟ ਐਕਚੁਅਲੀ ਕੀ ਹੈਗਾ ਕਿ ਜੇ ਤੁਹਾਡੇ ਕੋਲ ਐਸੇ ਇੱਕੋ ਹੀ ਟਰੱਕ ਆ, ਤੁਸੀਂ ਸੈਲਫ ਏਮਪਲੋਏ ਆ ਜਾਂ ਛੋਟਾ ਬਿਜ਼ਨਸ ਆ, ਉਹ ਤਾਂ ਸਗੋਂ ਬਿਜ਼ਨਸ ਨੇ ਤੁਹਾਨੂੰ ਖਰੀਦ ਲਿਆ। ਸੋ ਤੁਸੀਂ ਇਨਸਟੈਡ ਆਫ ਜਿੱਥੇ ਤੁਸੀਂ 10 ਘੰਟੇ ਕੰਮ ਕਰਦੇ ਸੀ, ਤੁਸੀਂ ਤਾਂ ਹੁਣ 12 ਘੰਟੇ 14 ਘੰਟੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਸੋ ਉੱਥੇ ਕੀ ਹੋ ਗਿਆ, ਹੁਣ ਤੁਸੀਂ ਕੋਈ ਛੁੱਟੀ ਵੀ ਨਹੀਂ ਕਰ ਸਕਦੇ। ਪਹਿਲਾਂ ਤਾਂ ਮੇਬੀ ਤੁਸੀਂ ਕੰਮ ਤੇ ਕਦੇ ਡੇ ਆਫ ਕਰ ਵੀ ਲੈਂਦੇ ਸੀ ਜਦੋਂ ਕਿਸੇ ਲਈ ਪਰਫਾਰਮ ਕਰਦੇ ਸੀ, ਪਰ ਹੁਣ ਤੁਸੀਂ ਆਪਣੇ ਲਈ ਪਰਫਾਰਮ ਕਰਨਾ ਸ਼ੁਰੂ ਕਰ ਦਿੱਤਾ। ਬਟ ਜਿਹੜੀ ਜ਼ਿਆਦਾ ਫਲੈਕਸੀਬਿਲਿਟੀ ਆਉਣੀ ਆ ਜਦੋਂ ਤੁਸੀਂ ਵੱਡਾ ਬਿਜ਼ਨਸ ਕ੍ਰੀਏਟ ਕਰੋਗੇ, ਬਿਗ ਬਿਜ਼ਨਸ ਕਰੋਗੇ, ਦੈਨ ਉਹਦੇ ਵਿੱਚ ਹੀ, ਕਿਉਂਕਿ ਡੁਪਲੀਕੇਸ਼ਨ ਹੈਗੀ ਉਹਦੇ ਵਿੱਚ। ਸੋ ਸੰਦੀਪ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਜਦੋਂ ਹੁਣ ਸੈਲਫ ਇੰਪਲੋਇਡ ਬੰਦਾ ਬਣਦਾ, ਜਦੋਂ ਲੈਟਸ ਸੀ ਟਰੱਕ ਲਿਆ, ਡਾਕਟਰ ਆ, ਲਾਇਰ ਆ, ਹੁਣ ਕਈ ਵਾਰ ਲੱਗਦਾ ਤਾਂ ਚਲੋ ਮਾੜੀ ਚੀਜ਼ ਨਹੀਂ, ਵਧੀਆ ਚੀਜ਼ ਆ, ਪਰ ਜੇ ਹੁਣ ਕੋਈ ਬੰਦਾ ਜਾਂ ਮੈਂ ਆ, ਜੇ ਇੱਕ ਦਿਹਾੜੀ ਨਹੀਂ ਕੰਮ ਤੇ ਜਾਂਦਾ, ਇਹਦਾ ਮਤਲਬ ਵੀ ਮੇਰੀ ਇਨਕਮ ਲਿਮਿਟਡ ਹੈ, ਜ਼ੀਰੋ। ਬਿਲਕੁਲ, ਜਿੱਦਾਂ ਜੌਬ ਦੇ ਵਿੱਚ ਔਰ ਸੈਲਫ ਇੰਪਲੋਇਡ ਦੇ ਵਿੱਚ ਤੁਸੀਂ ਆਪਣਾ ਰੇਟ ਆਫ ਆਵਰ ਡਿਸਾਈਡ ਕਰ ਸਕਦੇ ਆਪਣੇ ਆਪ 'ਚ। ਜੌਬ 'ਚ ਤੁਹਾਨੂੰ ਕੋਈ ਹੋਰ ਡਿਸਾਈਡ ਕਰਕੇ ਦਿੰਦਾ, ਇੱਥੇ ਤੁਸੀਂ ਖੁਦ ਡਿਸਾਈਡ ਕਰ ਲਓਗੇ। ਇੰਨੀ ਕੁ ਫਲੈਕਸੀਬਿਲਿਟੀ ਹੈਗੀ ਆ। ਉੱਥੇ ਤੁਸੀਂ ਸਿਰਫ 8 ਆਵਰਸ ਕੰਮ ਕਰਨੇ ਆ, ਇੱਥੇ ਜੇ ਤੁਸੀਂ ਜ਼ਿਆਦਾ ਮਨੀ ਬਣਾਉਣਾ ਚਾਹੁੰਦੇ ਆ, ਜ਼ਿਆਦਾ ਆਵਰਸ ਆਪਣੇ ਲਈ ਖੁਦ ਕ੍ਰੀਏਟ ਕਰ ਸਕਦੇ ਆ। ਪਰ ਇਹਦੇ ਵਿੱਚ ਵੀ ਕੀ ਹੈਗਾ, ਐਟ ਦਾ ਐਂਡ ਆਫ ਡੇ ਯੂ ਆਰ ਟ੍ਰੇਡਿੰਗ ਯੂਅਰ ਟਾਈਮ। ਉਹ ਤਾਂ ਆਪਣੇ ਕੋਲ ਲਿਮਟਡ ਹੀ ਹੈਗਾ ਨਾ, 24 ਆਵਰਸ ਤਾਂ ਆਪਾਂ ਐਵਰੀ ਡੇ ਕੰਮ ਨਹੀਂ ਕਰ ਸਕਦੇ। ਸੋ ਮਤਲਬ ਸਾਡੀ ਜਿਹੜੀ ਇਨਕਮ ਹੈਗੀ ਆ, ਉਹ ਸੈਲਫ ਇੰਪਲੋਇਡ ਦੇ ਵਿੱਚ ਵੀ ਲਿਮਟਡ ਹੀ ਹੋਊਗੀ।
ਬਿਲਕੁਲ ਚਾਹੇ ਤੁਸੀਂ ਇੰਪਲੋਇਡ ਆ ਚਾਹੇ ਸੈਲਫ ਇੰਪਲੋਇਡ ਆ। ਸੋ ਇਹਦੇ ਵਿੱਚ ਦੂਸਰੀ ਕੀ ਹੈ, ਜਦੋਂ ਆਪਾਂ ਇੰਪਲੋਇਡ ਹੁੰਨੇ ਆ, ਜਦੋਂ ਕੋਈ ਪ੍ਰੋਬਲਮ ਆਉਂਦੀ ਆ ਜਾਂ ਤੁਸੀਂ ਫਾਈਨੈਂਸ਼ੀਅਲ ਕਿਸੇ ਥਰੂ ਜਾਂਦੇ ਆ, ਯੂ ਕੈਨ ਉਹਦੇ ਲਈ ਤੁਸੀਂ ਬਲੇਮ ਕਰ ਸਕਦੇ ਆ ਕਿ ਇਹਨਾਂ ਕਰਕੇ। ਪਰ ਜਦੋਂ ਤੁਸੀਂ ਸੈਲਫ ਇੰਪਲੋਇਡ ਹੋ ਜਾਂਦੇ ਤੁਸੀਂ ਕਿਸੇ ਨੂੰ ਬਲੇਮ ਵੀ ਨਹੀਂ ਕਰ ਸਕਦੇ, ਬਿਕੋਜ਼ ਨਾਓ ਯੂ ਆਰ ਦਾ ਯੂ ਆਰ ਓਨਰ, ਯੂ ਆਰ ਰਿਸਪੌਂਸਿਬਲ ਫॉर योर ਆਲ ਮਤਲਬ ਐਕਸ਼ਨ ਤੇ ਰਿਐਕਸ਼ਨ ਤੇ ਆਊਟਕਮਸ ਲਈ। ਸੋ ਇਹਦੇ ਵਿੱਚ ਲਿਮਿਟੇਸ਼ਨ ਇਹ ਜ਼ਰੂਰ ਹੈਗੀ ਆ ਕਿ ਤੁਹਾਡੀ ਜਿਹੜੀ ਆ ਇਨਕਮ ਆ ਉਹ ਲਿਮਿਟਡ ਹੀ ਰਹੂਗੀ, ਕਿਉਂਕਿ ਤੁਸੀਂ ਸੈਲਫ ਇੰਪਲੋਇਡ ਹੈਗੇ ਆ। ਪਰ ਇਹਦੇ ਵਿੱਚ ਇਹ ਨਹੀਂ ਹੈਗਾ ਕਿ ਤੁਸੀਂ ਅਨਲਿਮਿਟਡ ਪੋਟੈਂਸ਼ੀਅਲ ਦੇ ਨਾਲ ਇਹ ਬਿਜ਼ਨਸ ਕਰ ਸਕਦੇ ਆ। ਲਿਮਿਟਡ ਹੈਗੇ ਆ, ਇੰਪਲੋਇਡ ਨਾਲੋਂ ਬੈਟਰ ਆ। ਬਟ ਅਗੇਨ ਕੀ ਹੈਗਾ ਕਿ ਤੁਸੀਂ ਆਪਣੀ ਹੀ ਜੌਬ ਦੇ ਖੁਦ ਸਲੇਵ ਬਣ ਗਏ ਆ। ਤੁਸੀਂ ਹੁਣ ਕਿਸੇ ਹੋਰ ਨੂੰ ਬਲੇਮ ਨਹੀਂ ਕਰ ਸਕਦੇ, ਹੁਣ ਤੁਸੀਂ 100% ਖੁਦ ਰਿਸਪੌਂਸਿਬਲ ਹੈਗੇ ਆ। ਬਿਲਕੁਲ ਜੀ। ਸੋ ਫਿਰ ਗੱਲ ਆ ਜਾਂਦੀ ਹੈ ਵੀ ਜਿੱਦਾਂ ਟਾਈਮ ਦੀ ਗੱਲ ਤੁਸੀਂ ਕੀਤੀ ਹੈ, ਡਾਕਟਰ ਹੋ ਗਿਆ, ਲਾਇਰ ਹੋ ਗਿਆ, ਅਕਾਊਂਟੈਂਟ ਹੋ ਗਿਆ ਜਾਂ ਹੋਰ ਵੀ ਆ, ਇਹ ਸਾਰੇ ਜਿਹੜੇ ਆ ਇਹ ਸੈਲਫ ਇੰਪਲੋਇਡ ਹੁੰਦੇ ਆ, ਬਿਕਾਜ਼ ਇਹਨਾਂ ਦੀ ਇਨਕਮ ਜਿਹੜੀ ਆ ਉਹ ਟਾਈਮ ਦੇ ਨਾਲ ਹੀ ਬੱਝੀ ਹੋਈ ਆ। ਜੀ ਬਿਲਕੁਲ। ਉਧਰੋਂ ਟਾਈਮ ਲਿਮਿਟਡ ਹੈਗੀ ਆ, ਉਧਰੋਂ ਪਰ ਆਵਰ ਰੇਟ ਲਿਮਿਟਡ ਹੈਗਾ, ਸੋ ਇਨਕਮ ਇਜ਼ ਲਿਮਿਟਡ। ਮੇ ਵੀ ਉਹ ਜਿਹੜੇ ਇੱਕ ਜੌਬ ਪੀਪਲ ਦੇ ਨਾਲੋਂ ਥੋੜੀ ਜ਼ਿਆਦਾ ਇਨਕਮ ਬਣਾਉਂਦੇ ਹੋਣਗੇ, ਲਿਟਲ ਬੈਟਰ ਲਾਈਫ ਸਟਾਈਲ ਹੈਗਾ ਆ। ਪਰ ਗੱਲ ਅਗੇਨ ਉਹੀ ਆ ਜਾਂਦੀ ਆ ਵੀ ਦੇ ਆਰ ਇਨ ਦ ਸੇਮ ਬੋਟ। ਜੀ ਜੇ ਮੇਰਾ ਟਾਈਮ ਈਵਨ ਰੀਅਲ ਸਟੇਟ ਆਪਣੇ ਸੇਲਸ ਪਰਸਨ ਆ, ਉਹ ਵੀ ਇਸੇ ਕੈਟਾਗਰੀ ਦੇ ਵਿੱਚ ਆਉਂਦੇ ਆ। ਐਂਡ ਹੋਰ ਜਿਨ੍ਹਾਂ ਨੂੰ ਆਪਾਂ ਸੈਲਫ ਇੰਪਲੋਇਡ ਦੇ ਵਿੱਚ ਆਉਂਦੇ ਆ, ਟਰੱਕਰਸ ਆ ਜਾਂਦੇ ਆ, ਕੈਬ ਡਰਾਈਵਰਸ ਆ ਜਾਂਦੇ ਆ ਜਾਂ ਹੋਰ ਕੋਈ ਹੈਗੇ ਆ। ਸੋ ਇਸ ਕੈਟਾਗਰੀ ਜੇ ਮੈਂ ਪਰਫਾਰਮ ਕਰੂੰਗਾ ਤਾਂ ਮੇਰੀ ਇਨਕਮ ਹੈਗੀ ਜੀ ਬਿਲਕੁਲ। ਵੀ ਇਹਨੂੰ ਤੁਹਾਡੀ ਪਰਫਾਰਮੈਂਸ ਨੂੰ ਅਗੇਨ ਜਿਹੜੇ ਆ ਐਕਸਟਰਨਲ ਫੈਕਟਰ ਜਿਹੜੇ ਆ ਉਹ ਲਿਮਿਟ ਕਰ ਰਿਹਾ। ਜਦੋਂ ਹੁਣ ਪੈਂਡੇਮਿਕ ਚ ਸੀਗੇ, ਜੇ ਤੁਹਾਡਾ ਪੀਜ਼ਾ ਸਟੋਰ ਸੀਗਾ ਜਾਂ ਤੁਹਾਡਾ ਐਨੀ ਕਲੋਥ ਸਟੋਰ ਸੀਗਾ ਜਾਂ ਸਟੋਰ ਤੁਸੀਂ ਕੋਈ ਵੀ ਖੋਲਿਆ ਸੀ ਤੇ ਉਹ ਵੀ ਬੰਦ ਸੀਗੇ। ਸੋ ਸੈਲਫ ਇੰਪਲੋਇਡ ਦੇ ਵਿੱਚ ਵੀ ਤੁਹਾਨੂੰ ਉਨਾ ਹੀ ਲਿਮਿਟੇਸ਼ਨ ਹੈਗੀਆਂ ਜਿੰਨੀਆਂ ਕਿ ਤੁਸੀਂ ਇੰਪਲੋਇਡ ਦੇ ਵਿੱਚ ਹੈਗੀਆਂ ਆ। ਸੋ ਮਤਲਬ ਇਹਦੇ ਵਿੱਚ ਇਹ ਨਹੀਂ ਹੈਗਾ ਕਿ ਤੁਸੀਂ 100% ਫ੍ਰੀ ਹੈਗੇ ਆਪਣਾ ਪਰਫਾਰਮ ਕਰਨ ਲਈ। ਉਹਦੇ ਵਿੱਚ ਵੀ ਤੁਹਾਨੂੰ ਕਾਫੀ ਸਾਰੇ ਫੈਕਟਰ ਤੁਹਾਡੀ ਪਰਫਾਰਮੈਂਸ ਨੂੰ ਕੰਟਰੋਲ ਕਰਦੇ ਆ। ਚਾਹੇ ਤੁਸੀਂ ਵੱਧ ਪਰਫਾਰਮ ਕਰਨਾ ਵੀ ਚਾਹੁੰਦੇ ਆ, ਪਰ देयर ਆਰ ਸਰਟਨ ਫੈਕਟਰਸ ਜਿਹੜੇ ਤੁਹਾਡੀ ਪਰਫਾਰਮੈਂਸ ਨੂੰ ਕੰਟਰੋਲ ਕਰਦੇ ਆ। ਜੀ ਸੋ ਜਿਹੜੀ ਫਾਈਨੈਂਸ਼ੀਅਲ ਫਰੀडम ਆ ਉਹ ਬੀ ਕੁਆਡਰੈਂਟ ਤੇ ਆਈ ਕੁਆਡਰੈਂਟ ਦੇ ਵਿੱਚ ਹੀ ਕ੍ਰੀਏਟ ਕੀਤੀ ਜਾਣੀ ਆ। ਦੇਖੋ ਉਹਦੇ ਵਿੱਚ ਉਹਨੇ ਜਿਹੜਾ ਇਹ ਕੁਆਡਰੈਂਟ ਹੈ ਨਾ ਬਹੁਤ ਇੰਪੋਰਟੈਂਟ ਹੈ, ਬੀ ਐਂਡ ਆਈ। ਪਰ ਤੁਸੀਂ ਉੱਥੇ ਪਹੁੰਚੋਗੇ ਕਿੱਦਾਂ? ਜੀ ਸੋ ਸ਼ੁਰੂ ਉਹੀ ਆ ਕਿ ਸ਼ੁਰੂਆਤ ਐਸ ਕੁਆਡਰੈਂਟ ਤੋਂ ਹੀ ਹੋਣੀ ਆ। ਪਹਿਲਾਂ ਤੁਸੀਂ ਛੋਟਾ ਹੀ ਸ਼ੁਰੂ ਕਰੋਗੇ ਦੈਨ, ਬਟ ਜੇ ਤੁਸੀਂ ਸੈਲਫ ਇੰਪਲੋਏ ਹੈਗੇ ਆ ਬਟ ਤੁਸੀਂ ਬੀ ਕੁਆਡਰੈਂਟ ਦੇ ਵਿੱਚ ਕਿਵੇਂ ਜਾ ਸਕਦੇ ਆ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ ਜੇ ਤੁਹਾਡੇ ਕੋਲ ਐਜੂਕੇਸ਼ਨ ਬੀ ਕੁਆਡਰੈਂਟ ਦੀ ਆ, ਤੁਹਾਡੀ ਐਸੋਸੀਏਸ਼ਨ ਬੀ ਕੁਆਡਰੈਂਟ ਦੀ, ਬੀ ਕੁਆਡਰੈਂਟ ਦੇ ਵਿੱਚ ਕੀ ਹੈਗਾ ਵੈਨ ਯੂ ਹੈਵ ਬੰਦਾ ਉੱਥੇ ਪਹੁੰਚਿਆ ਹੈ, ਹਾਂ ਜਿਹੜਾ ਆਲਰੇਡੀ ਉੱਥੇ ਪਹੁੰਚਿਆ, ਜਦੋਂ ਤੁਹਾਡੇ ਕੋਲ 500 ਲੋਕਾਂ ਦੀ ਟੀਮ ਹੈਗੀ ਆ, 500 ਪੀਪਲ ਆਰ ਵਰਕਿੰਗ ਵਿਦ ਯੂ, ਦੈਨ ਤੁਸੀਂ ਬੀ ਕੁਆਡਰੈਂਟ ਦੇ ਵਿੱਚ ਹੈਗੇ ਆ। ਹੁਣ ਤੁਹਾਡੇ ਕੋਲ ਫਰੀडम ਆ, ਤੁਸੀਂ ਚਾਹੇ ਕੰਮ ਕੀਤਾ ਜਾਂ ਨਹੀਂ ਕੀਤਾ, ਤੁਸੀਂ ਸੁੱਤੇ ਪਏ ਵੀ ਪੈਸੇ ਬਣਾ ਰਹੇ। ਹਾਂ ਬਿਲਕੁਲ ਜੀ ਬਿਲਕੁਲ। ਦੇਖੋ ਵਾਰਨ ਬੱਫਟ ਨੇ ਇੱਕ ਦਿਨ ਗੱਲ ਬਹੁਤ ਵਧੀਆ ਕੀਤੀ ਸੀ, ਉਹ ਕਹਿੰਦਾ ਜੇ ਤੁਸੀਂ ਵੀਕ ਦੇ ਵਿੱਚ ਮੋਰ ਦੈਨ 40 ਆਵਰਸ ਕੰਮ ਕਰਦੇ ਆ, ਸੋ ਇਹਦਾ ਮਤਲਬ ਹੈ ਤੁਸੀਂ ਯੂ ਡੂਇੰਗ ਸਮਥਿੰਗ ਰੋਂਗ ਜੀ, ਰਾਈਟ। ਕਿਉਂਕਿ 40 ਘੰਟਿਆਂ ਦੇ ਵਿੱਚ ਤੁਹਾਡਾ ਜੇ ਘਰ ਨਹੀਂ ਚੱਲਦਾ ਹੈਗਾ, ਇਹਦਾ ਮਤਲਬ ਵੀ ਤੁਹਾਡੇ ਕੋਲ ਇਨਫ ਇਨਕਮ ਨਹੀਂ ਹੈਗੀ। ਅੱਜ ਜੇ ਆਪਾਂ ਇੱਥੇ ਦੇਖਦੇ ਆ, ਜੇ ਕੋਈ ਬੰਦਾ ਇੱਕ ਜੌਬ ਕਰਦਾ ਤਾਂ ਉਹਨੂੰ ਲੱਗਦਾ ਵੀ ਆਮ ਫਾਲਿੰਗ ਬਿਹਾਈਂਡ, ਪਰ ਲੋਕ 2-2 ਜੌਬਾਂ ਅੱਜ ਕੱਲ੍ਹ ਕਰਦੇ ਆ ਜਾਂ 3 ਜੌਬਾਂ ਜਾਂ ਓਵਰ ਟਾਈਮ ਉਹਨਾਂ ਨੂੰ ਕਰਨਾ ਹੀ ਪੈ ਰਿਹਾ। ਠੀਕ ਹੈ ਜੀ। ਸੋ ਹੁਣ ਗੱਲ ਇਹ ਆ ਜਾਂਦੀ ਹੈ ਵੀ ਜੇ ਆਪਾਂ ਦੇਖੀਏ ਇੱਥੇ ਬਿਜ਼ਨਸ ਦੇ ਵਿੱਚ ਮੋਸਟ ਆਫ ਦਾ ਟਾਈਮ ਆਪਾਂ ਨੂੰ ਚਾਹੀਦਾ ਲੋਨ ਜੀ। ਫਿਰ ਜਦੋਂ ਲੋਨ ਲੈ ਲੈਂਦੇ ਆਪਾਂ ਫਿਰ ਉੱਤੇ ਪਰਫਾਰਮੈਂਸ ਚਾਹੀਦੀ ਹੀ ਚਾਹੀਦੀ ਹੈ। ਉਹ ਕਿੰਨੀ ਵੱਡੀ ਸਟ੍ਰੈਸ ਆਉਂਦੀ ਆ ਤੁਹਾਡੇ ਸਰੀਰ, ਤੁਹਾਡੀ ਬੋਡੀ ਤੇ ਜਾਂ ਤੁਹਾਡੇ ਮਾਈਂਡ ਤੇ ਵੀ ਓਕੇ ਹੁਣ ਮੈਂ ਇਹ ਲੋਨ ਵਾਪਸ ਕਿੱਦਾਂ ਕਰਨਾ। ਠੀਕ ਹੈ, ਉਹਦੇ ਬਾਰੇ ਦੱਸੋ। ਹੁਣ ਜਿੱਦਾਂ ਆਪਾਂ ਜੇ ਇਹਦੇ ਵਿੱਚ ਇੰਟਰਨੈਟ ਬੇਸਡ ਬਿਜ਼ਨਸ ਕਰਦੇ ਹਾਂ ਜਿੱਥੇ ਆਪਾਂ ਲੋਨ ਚਾਹੀਦਾ ਹੀ ਨਹੀਂ, ਵਾਟਸ ਅ ਕੰਪੈਰੀਜ਼ਨ ਯੂ ਸੀ, ਵਾਟਸ ਅ ਡਿਫਰੈਂਸ ਜਦੋਂ ਆਪਾਂ ਆਊਟਸਾਈਡ ਜਿੱਥੇ ਆਪਾਂ ਨੂੰ ਲੱਖਾਂ ਡਾਲਰ ਦਾ ਲੋਨ ਚਾਹੀਦਾ ਐਂਡ ਇੱਥੇ ਜਿਹੜਾ ਆ ਆਪਾਂ ਜੌਬ ਦੇ ਨਾਲ ਨਾਲ ਜਿਹੜਾ ਆ ਉਹ ਬਿਜ਼ਨਸ। ਬਹੁਤ ਵਧੀਆ ਕੁਐਸਚਨ ਤੁਸੀਂ ਪੁੱਛਿਆ ਰਾਜ। ਦੇਖੋ 80% ਲੋਕ ਤਾਂ ਪਹਿਲਾਂ ਇੰਪਲੋਏ ਜਾਂ ਸੈਲਫ ਇੰਪਲੋਈ ਹੈਗੇ ਆ, ਓਨਲੀ 20% ਲੋਕ ਆ ਜਿਹੜੇ ਆਪਣੇ ਬੀ ਕੁਆਡਰੈਂਟ ਜਾਂ ਆਈ ਕੁਆਡਰੈਂਟ ਦੇ ਵਿੱਚ ਹੈਗੇ ਆ। ਬਟ ਆਈ ਵੁੱਡ ਸੇ ਉਹ ਵੀ ਜਦੋਂ ਟਫ ਟਾਈਮ ਹੈਗਾ ਉਦੋਂ ਲੋਕ ਮਤਲਬ ਸੋਚਦੇ ਆ ਬਿਜ਼ਨਸ ਬਾਰੇ। ਜਦੋਂ ਇਕਨੋਮੀ ਬਹੁਤ ਵਧੀਆ ਚੱਲ ਰਹੀ ਆ, ਐਵਰੀਥਿੰਗ ਇਜ਼ ਗੋਇੰਗ ਵੈਲ, ਉਦੋਂ ਐਂਟਰਪ੍ਰੈਨਿਓਰ ਜਿਹੜੇ ਉਹ ਬੋਰਨ ਨਹੀਂ ਹੁੰਦੇ। ਸੋ ਟਫ ਟਾਈਮ ਦੇ ਵਿੱਚ ਜਿਹੜੇ ਆ ਲੋਕ ਉਦੋਂ ਮੋਰ ਆਪਣੇ ਆਪ ਨੂੰ ਓਪਨ ਕਰਦੇ ਆ ਓਪਰਚੁਨਿਟੀਜ਼ ਲਈ, ਮੋਰ ਇਨਕਮ ਨੂੰ ਡਿਵਰਸਿਫਾਈ ਕਰਨ ਬਾਰੇ ਸੋਚਦੇ ਆ। ਸੋ ਇਹਦੇ ਵਿੱਚ ਹੀ ਐਂਟਰਪ੍ਰੈਨਿਓਰਸ਼ਿਪ ਆ ਜਿਹੜੀ ਮੋਰ ਗਰੋ ਹੁੰਦੀ ਆ। ਸੋ ਆ ਬੈਸਟ ਟਾਈਮ ਹੈਗਾ ਇਕਨੋਮੀ ਦੇ ਵਿੱਚ। ਹੁਣ ਲੋਕਾਂ ਨੇ ਡਿਫਰੈਂਟ ਬਿਜ਼ਨਸ ਟਰਾਈ ਕਰਨੇ ਆ,
ਡਿਫਰੈਂਟ ਚੀਜ਼ਾਂ ਦੇ ਵਿੱਚ ਇਨਵੈਸਟਮੈਂਟ ਕਰਨੀ। ਐਂਡ ਆਪਣੇ ਦੇਖਣ ਦੇ ਵਿੱਚ ਹੀ ਆਇਆ ਕਿ ਕਿੰਨੇ ਲੋਕਾਂ ਨੇ ਜਿਹੜੇ ਇੱਕੇ ਟਾਈਮ ਤੋਂ ਇੰਨੇ ਸਾਲਾਂ ਤੋਂ ਸੇਮ profession ਦੇ ਵਿੱਚ ਸੀ, ਬਟ ਹੁਣ 19 ਸਾਲ ਦੇ ਵਿੱਚ ਦੇਖਣ ਦੇ ਵਿੱਚ ਕਾਫੀ ਆਇਆ changes ਕਿ ਆਏ। ਕਾਫੀ ਚੇਂਜਸ ਆ ਗਈਆਂ, ਜਿੱਥੇ ਲੋਕਾਂ ਨੇ ਆਪਣੇ ਮਾਈਂਡ ਨੂੰ ਓਪਨ ਕੀਤਾ ਕਿ ਨਹੀਂ ਅਸੀਂ ਕੁਝ ਹੋਰ ਨਾਲ ਕਰੀਏ ਜਾਂ ਚੇਂਜ ਕਰੀਏ, ਜੋ ਕਰ ਰਹੇ ਹਾਂ ਉਹ ਤੋਂ ਹਟ ਕੇ ਕੁਝ ਕਰੀਏ। ਬਿਲਕੁਲ। ਸੋ ਜਦੋਂ ਗੱਲ ਆ ਜਾਂਦੀ ਇਨਵੈਸਟਮੈਂਟ ਦੀ, ਦੇਖੋ ਫਿਰ ਮਾਈਂਡਸੈਟ ਉਹੀ ਆ ਕਿ ਕਰੇਜ ਚਾਹੀਦਾ, ਹੌਸਲਾ ਚਾਹੀਦਾ ਲੋਕਾਂ ਦੇ ਅੰਦਰ। ਸੋ ਕਈ ਵਾਰ ਬੰਦਾ ਆਪ ਰੈਡੀ ਆ, ਪਰ ਉਹਨੂੰ ਕੋਈ ਸਲਾਹ ਦੇਣ ਵਾਲਾ ਇਦਾਂ ਆ ਜਾਂਦਾ ਵੀ ਨਹੀਂ ਯਾਰ ਤੂੰ ਇੰਨਾ ਕਰਜ਼ਾ ਨਾ ਚੱਕ ਇਸ ਟਾਈਮ ਦੇ ਵਿੱਚ, ਉਹ ਵੀ ਸਪੈਸ਼ਲੀ ਜਦੋਂ ਇਕਨੋਮੀ ਇਸ ਤਰੀਕੇ ਨਾਲ ਚੱਲ ਰਹੀ ਆ, ਸਰਟਨ ਨਹੀਂ ਹੈਗਾ ਸਾਰਾ ਕੁਝ, ਐਂਡ ਤੁਸੀਂ ਹੋਰ ਆਪਣੇ ਸਿਰ ਕਰਜ਼ਾ ਚੱਕ ਲਓਗੇ ਤਾਂ ਹੋਰ ਮੇਬੀ ਡਾਊਨ ਨਾ ਚੱਲ ਜਿਓ, ਅੱਗੇ ਵੱਧਦੇ ਜੋ ਕੋਲ ਹੈਗਾ ਉਹ ਵੀ ਨਾ ਗਵਾ ਲਿਓ। ਸੋ ਇਸ ਤਰੀਕੇ ਦੀ ਵੀ ਕਈ ਵਾਰ ਹੋ ਜਾਂਦੀ ਆ। ਬਟ ਕਈ ਵਾਰ ਬੰਦਾ ਆਪਣਾ ਸੋਚ ਲੈਂਦਾ ਵੀ ਨਹੀਂ ਆਈ ਹੈਵ ਟੂ ਡੂ ਸਮਥਿੰਗ ਡਿਫਰੈਂਟ। ਜੇ ਤੁਸੀਂ ਮੇਰੇ ਹਿਸਾਬ ਨਾਲ ਜੇ ਤੁਸੀਂ ਉਹ ਲੋਨ ਬਿਜ਼ਨਸ ਖੋਲਣ ਲਈ ਲਿਆ ਜਾਂ ਤੁਸੀਂ ਉਹ ਰੀਅਲ ਸਟੇਟ ਦਾ ਤੁਹਾਡੇ ਸਿਰ ਲੋਨ ਆ, ਉਹ ਲੋਨ ਨਹੀਂ ਹੈਗਾ, ਬਿਕਾਜ਼ ਦੈਟ ਮਨੀ ਵਿਲ ਮੇਕ ਮਨੀ। ਸੋ ਜੇ ਤੁਸੀਂ ਉਹ ਪੈਸੇ ਖਰਚੇ ਆ ਉਹਦੇ ਲਈ ਇੱਕ ਕੋਈ ਕਾਰ ਲੈ ਲਈ ਆ ਤੁਸੀਂ, ਰਾਈਟ, ਹੁਣ ਤੁਸੀਂ ਉਸ ਮਨੀ ਦੇ ਨਾਲ ਕੋਈ ਘਰ ਨੂੰ ਰੈਨੋਵੇਟ ਕਰ ਲਿਆ, ਜੇ ਤੋਂ ਤੁਹਾਨੂੰ ਕੋਈ ਆ ਨਹੀਂ ਰਿਹਾ ਕੁਝ ਵੀ, ਸਿਰਫ ਤੁਸੀਂ ਇੱਕ ਲਾਈਫ ਸਟਾਈਲ ਨੂੰ ਅਪਗ੍ਰੇਡ ਕਰਨ ਲਈ ਮਨੀ ਸਪੈਂਡ ਕਰ ਦਿੱਤੀ ਕਰਜ਼ਾ ਚੱਕ ਕੇ, ਉਹ ਮਨੀ ਜਿਹੜੀ ਆ ਉਹ ਬੈਡ ਲੋਨ ਆ। ਪਰ ਜੇ ਗੁੱਡ ਲੋਨ ਹੈਗਾ ਆ, ਜੇ ਤੁਸੀਂ ਉਹ ਬਿਜ਼ਨਸ ਲਈ ਆ ਜਾਂ ਦੈਟ ਮਨੀ ਇਜ਼ ਇਨਵੈਸਟ ਕਰਕੇ ਮਨੀ ਨੂੰ ਅੱਗੇ ਬਣਾ ਰਹੀ ਆ, ਦੈਨ ਉਸ ਲੋਨ ਲਈ ਵੀ ਸ਼ੁਡ ਗੋ ਫॉर ਇਟ, ਉਹ ਲੈ ਲੈਣਾ ਚਾਹੀਦਾ ਆਪਾਂ ਨੂੰ। ਸੋ ਸੰਦੀਪ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੀ ਜਿੱਦਾਂ ਦੀ ਸਿਚੁਏਸ਼ਨ ਹੈਗੀ ਆ, ਜਾਂ ਵੀ ਜਿਹੜਾ ਬਿਜ਼ਨਸ ਕਿਹੜਾ ਕਰਨਾ ਚਾਹੀਦਾ, ਲੋਨ ਵਾਲਾ ਕਰਨਾ ਚਾਹੀਦਾ ਕਿ ਬਿਨਾਂ ਲੋਨ ਤੋਂ ਚਾਹੀਦਾ? ਜਿਹੜਾ ਇਹ ਆਈ ਥਿੰਕ ਇਹ ਤਾਂ ਕੋਈ ਵੀ ਆਨਸਰ ਕਰ ਸਕਦਾ ਹੈ। ਜਦੋਂ ਤੁਸੀਂ ਟੈਨਸ਼ਨ ਫ੍ਰੀ ਜੇ ਕੁਝ ਕਰਨਾ ਚਾਹੁੰਦੇ ਆ ਤਾਂ ਡੈਫੀਨਿਟਲੀ 100% ਵਿਦਆਊਟ ਲੋਨ। ਦੇਖੋ ਜਦੋਂ ਆਪਾਂ ਕੋਈ ਟ੍ਰੈਡੀਸ਼ਨਲ ਬਿਜ਼ਨਸ ਕਰਨਾ ਹੁੰਦਾ ਆ, ਆਪਾਂ ਨੂੰ ਉਹਦੇ ਵਿੱਚ ਕੋਈ ਮੈਂਟਰਸ਼ਿਪ ਨਹੀਂ ਹੈਗੀ, ਕੋਈ ਐਕਸਪਰਟੀ ਸਾਡੇ ਨਾਲ ਕੰਮ ਨਹੀਂ ਕਰ ਰਿਹਾ, ਚਾਹੇ ਸਾਡਾ ਕੋਈ ਰਿਸ਼ਤੇਦਾਰ ਸਕਾ ਭੈਣ ਭਰਾ ਕਿਸੇ ਬਿਜ਼ਨਸ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਕਰ ਰਿਹਾ ਆ, ਜੇ ਤੁਸੀਂ ਉਹਨਾਂ ਨੂੰ ਕਹਿ ਦੋਗੇ ਕਿ ਨਾ ਆਈ ਐਮ ਪਲੈਨਿੰਗ ਟੂ ਓਪਨ ਦਾ ਸੇਮ ਬਿਜ਼ਨਸ, ਤੁਸੀਂ ਇਹ ਖੁਦ ਸੋਚ ਕੇ ਦੇਖੋ ਕਿ ਕਿੰਨੇ ਕੁ ਪਰਸੈਂਟ ਤੁਹਾਨੂੰ ਉਹ 100% ਆਪਣੀ ਮੈਂਟਰਸ਼ਿਪ ਦੇਣ ਨੂੰ ਤਿਆਰ ਹੋਵੇ। ਨੋ ਵੇ ਰਾਈਟ। ਸੋ ਇਸ ਕਰਕੇ ਜਿਹੜੇ ਇਹ ਟ੍ਰੈਡੀਸ਼ਨਲ ਬਿਜ਼ਨਸ ਆ, ਇਹਦੇ ਵਿੱਚ ਇਹ ਮਤਲਬ ਇੱਕ ਡਾਟਾ ਹੈਗਾ ਕਿ ਜਿਹਦੇ ਮਤਲਬ ਪਹਿਲੇ 5 ਸਾਲਾਂ ਦੇ ਵਿੱਚ ਬਹੁਤੇ ਬਿਜ਼ਨਸ ਫੇਲ ਹੋ ਜਾਂਦੇ 90% ਤੋਂ ਉੱਤੇ ਜਿਹੜੇ ਬਿਜ਼ਨਸ ਆ ਉਹ ਫੇਲ ਹੋ ਜਾਂਦੇ ਆ ਫਰਸਟ 5 ਇਅਰਸ ਦੇ ਵਿੱਚ ਹੀ, ਰਾਈਟ। ਸੋ ਮਤਲਬ ਇਸ ਲਈ ਜੇ ਤੁਹਾਨੂੰ ਇਦਾਂ ਦੀ ਓਪਰਚ्युनिटी ਮਿਲ ਰਹੀ ਹੈ ਜਿੱਥੇ ਤੁਹਾਨੂੰ ਕੋਈ ਰਿਸਕ ਨਹੀਂ ਹੈਗਾ, ਕੋਈ ਬਿਗ ਇਨਵੈਸਟਮੈਂਟ ਨਹੀਂ ਹੈਗੀ, ਤੁਹਾਨੂੰ ਜੌਬ ਦੇ ਨਾਲ ਕਰਨਾ, ਥੋੜਾ ਜਿਹੜਾ ਰੈਗੂਲਰ ਸੋਰਸ ਆਫ ਇਨਕਮ ਹੈਗਾ ਆ ਉਹਦੇ ਨਾਲ ਤੁਸੀਂ ਐਕਸਟਰਾ ਕ੍ਰੀਏਟ ਕਰ ਸਕਦੇ ਆ, ਤਾਂ ਦੈਟ ਇਜ਼ ਦਾ ਬੈਸਟ ਓਪਰਚ्युनिटी। ਜਿੱਦਾਂ ਅੱਜ ਕੱਲ੍ਹ ਜਿਹੜਾ ਡਿਜੀਟਲ ਐਂਟਰਪ੍ਰੈਨਿਓਰਸ਼ਿਪ ਹੈਗਾ ਆ, ਦਿਸ ਇਜ਼ ਦਾ ਬੈਸਟ ਓਪਰਚ्युनिटी ਕਿ ਜਿਹਦੇ ਵਿੱਚ ਤੁਹਾਨੂੰ ਹਰੇਕ ਜਿਹੜੀ ਪੂਰਾ ਸਕੇਲੇਬਲ ਬਿਜ਼ਨਸ ਹੈਗਾ, ਤੁਹਾਨੂੰ ਪੂਰੇ ਬੈਨੀਫਿਟਸ ਹੈਗੇ ਐਜ਼ ਅ ਬਿਜ਼ਨਸ ਓਨਰ। ਫੁੱਲ ਬਿਜ਼ਨਸ ਤੇ ਜਿਹਨੂੰ ਆਪਾਂ ਕਹਿ ਦਈਏ ਇਨਵਿਜ਼ੀਬਲ ਮਿਡਲਮੈਨ ਆਪਾਂ ਜਿੱਥੇ ਬਣ ਜਾਂਦੇ। ਬਿਲਕੁਲ ਠੀਕ ਹੈ ਜੀ, ਮਤਲਬ ਫੁੱਲੀ ਸਕੇਲੇਬਲ ਆ, ਤੁਸੀਂ ਇਹ ਤੁਹਾਡੇ ਹੱਥ ਦੇ ਵਿੱਚ ਆ ਕਿ ਤੁਸੀਂ ਉਹਨੂੰ ਕਿਸ ਲੈਵਲ ਦਾ ਕਰਨਾ ਚਾਹੁੰਦੇ ਆ, ਤੁਹਾਨੂੰ ਕੋਈ ਲਿਮਿਟ ਨਹੀਂ ਕਰ ਸਕਦਾ ਇਹਦੇ ਵਿੱਚ। ਦੇਖੋ ਗੱਲ ਇਹ ਆ ਜਾਂਦੀ ਆ, ਫਿਰ ਉਹੀ ਆ ਜਾਂਦੀ ਹੈ ਜਦੋਂ ਆਪਾਂ ਸੋਚਦੇ ਆ ਬਹੁਤੇ ਲੋਕ ਬਹੁਤੇ ਲੋਕ ਸਕਸੈਸਫੁਲ ਨਹੀਂ ਹੁੰਦੇ ਇਹਨਾਂ ਚੀਜ਼ਾਂ ਦੇ ਵਿੱਚ, ਉਹ ਐਵਰੀਬਾਡੀ ਕੈਨ ਨਾਟ ਮੇਕ ਮਨੀ। ਆਪਾਂ ਨੂੰ ਆਮ ਤੌਰ ਤੇ ਕੁਐਸਚਨ ਆਉਂਦੇ ਆ, ਉਹ ਨਹੀਂ ਇਹਦੇ ਵਿੱਚ ਮੈਂ ਦੇਖੇ ਲੋਕ ਫੇਲ, ਜਾਂ ਲੋਕਾਂ ਨੇ ਫੇਲ ਹੋਣਾ ਹੀ ਹੋਣਾ, ਗਰੰਟੀ ਆ। ਦੇਖੋ ਫੇਲ ਦੋਨਾਂ ਚ ਹੀ ਹੋਣਾ ਆ। ਫੇਲ ਤਾਂ ਚਾਹੇ ਤੁਸੀਂ ਪੈਸੇ ਲਾ ਕੇ ਬਿਜ਼ਨਸ ਸ਼ੁਰੂ ਕਰ ਲਓ, ਚਾਹੇ ਤੁਸੀਂ ਵਿਦਆਊਟ ਮਨੀ ਕਰ ਲਓ, ਜੇ ਤੁਸੀਂ ਸ਼ੁਰੂ ਕਰਕੇ ਕੁਝ ਨਹੀਂ ਕਰਨਾ, ਫੇਲੀਅਰ ਤੇ ਜਿਹੜੀ ਕਾਮਯਾਬੀ ਆ ਉਹ ਪਰਸਨ ਟੂ ਪਰਸਨ ਆਪਣੇ ਤੇ ਡਿਪੈਂਡ ਆ, ਉਹ ਬਿਜ਼ਨਸ ਤੇ ਡਿਪੈਂਡ ਨਹੀਂ ਹੈਗੀ ਕਿ ਇਹ ਕੋਈ ਗਰੰਟੀ ਨਹੀਂ ਵੀ ਜੇ ਮੈਂ $1,00,000 ਲਾ ਕੇ ਬਿਜ਼ਨਸ ਸ਼ੁਰੂ ਕੀਤਾ ਉਹ 'ਚ ਮੈਂ ਪੈਸਾ ਬਣਾਉਣਾ ਹੀ ਬਣਾਉਣਾ, ਜੇ ਮੈਂ ਆਨਲਾਈਨ ਬਿਜ਼ਨਸ ਸ਼ੁਰੂ ਕਰ ਲਿਆ ਉਹ 'ਚ ਮੈਂ ਪੈਸਾ ਬਣਾਉਣਾ ਹੀ ਨਹੀਂ। ਉਹ 'ਚ ਫਿਰ ਹਮਦਰਦੀ ਖੱਟ ਹੋ ਜਾਂਦੀ, ਲੈ ਵੀ ਇਹਦਾ ਬਿਜ਼ਨਸ ਫੇਲ ਹੋ ਗਿਆ। ਬੜੀ ਮਹਿੰਗੀ ਹਮਦਰਦੀ ਆ, ਅਗਲੇ ਦਾ ਕੁੰਡਾ ਹੋ ਜਾਂਦਾ ਲੱਖ 2 ਲੱਖ ਦਾ। ਅੱਛਾ, ਇੱਕ ਆਮ ਤੌਰ ਤੇ ਆਪਾਂ ਸੁਣਦੇ ਆ ਵੀ ਲੋਕ ਕੀ ਕਹਿਣਗੇ, ਮੈਂ ਜੇ ਸਕਸੈਸਫੁਲ ਨਾ ਹੋਇਆ, ਲੋਕ ਇਸ ਚੀਜ਼ ਤੋਂ ਬਹੁਤ ਡਰਦੇ, ਜੇ ਮੈਂ ਸਕਸੈਸਫੁਲ ਨਾ ਹੋਇਆ ਲੋਕ ਕੀ ਕਹਿਣਗੇ। ਕਦੇ ਤੁਸੀਂ ਇਹ ਸੋਚਿਆ ਜੇ ਤੁਸੀਂ ਫੇਲ ਹੋ ਗਏ ਫਿਰ ਲੋਕ ਕੀ ਕਹਿਣਗੇ? देखो ਆਪਾਂ ਗਾਣਾ ਨਹੀਂ ਸੁਣਦੇ ਸੀ, ਲੋਗੋਂ का काम है कहना, ठीक है, ਲੋਕਾਂ ਨੇ ਤਾਂ ਕੁਛ ਨਾ ਕੁਛ ਤਾਂ ਕਹਿਣਾ ਹੀ ਆ,
ਉਹ ਇੱਕ ਬਹੁਤ ਵਧੀਆ ਕਿਸਨੇ ਦਾ ਸਟੇਟਸ ਚ ਪਾਇਆ ਸੀ, ਸਭਸੇ ਬੜਾ ਰੋਗ ਕਿਆ ਕਹੇਂਗੇ ਲੋਕ। ਕਿਆ ਕਹੇਂਗੇ ਲੋਕ। ਦੇਖੋ ਲੋਕਾਂ ਨੇ ਤੁਹਾਡੀ ਮਾਰਗੇਜ ਨਹੀਂ ਦੇਣ ਆਉਣਾ, ਤੁਹਾਡੇ ਬਿੱਲ ਨਹੀਂ ਪੇ ਕਰਨ ਆਉਣਾ, ਤੁਹਾਡੀ ਫਾਈਨੈਂਸ਼ੀਅਲ ਹੈਲਪ ਕਰਨ ਨਹੀਂ ਆਉਣਾ। ਸੋ ਯੂ ਆਰ 100% ਰਿਸਪੌਂਸਿਬਲ ਫॉर योर ਫਾਈਨੈਂਸ਼ੀਅਲ ਹੈਲਥ ਰਾਈਟ। ਸੋ ਉਹਦੇ ਲਈ ਤੁਹਾਨੂੰ ਖੁਦ ਹੀ ਆਪਣਾ ਮਸਲ ਬਿਲਡ ਕਰਨਾ ਪੈਣਾ, ਤੁਹਾਨੂੰ ਆਪਣਾ ਖੁਦ ਹੀ ਭਾਰ ਚੱਕਣਾ ਪੈਣਾ। ਸੋ ਉਹਦੇ ਵਿੱਚ ਕਿਆ ਕਹੇਂਗੇ ਲੋਕ, ਜੇ ਤੁਸੀਂ ਏਦਾਂ ਹੀ ਕਰਦੇ ਰਹੇ ਫਿਰ ਤੁਸੀਂ ਉਹੀ ਜਿੱਦਾਂ ਸ਼ੁਰੂ ਚ ਗੱਲ ਕੀਤੀ ਕਿ ਘੁੱਟਣ ਵਾਲੀ ਜ਼ਿੰਦਗੀ ਤੁਸੀਂ ਸਾਰੀ ਉਮਰ ਬਤੀਤ ਕਰੋਗੇ ਤੇ ਐਟ ਦਾ ਐਂਡ ਆਫ ਡੇ ਜਸਟ ਤੁਹਾਡੇ ਕੋਲ ਇੱਕ ਸਾਰੀ ਲਾਈਫ ਦਾ ਇੱਕ ਤੁਹਾਡਾ ਘਰ ਫ੍ਰੀ ਹੋਊਗਾ, ਦੈਟਸ ਇਟ। ਤੇ ਉਹ ਵੀ ਸ਼ਾਇਦ ਹੀ ਫ੍ਰੀ ਹੋਊਗਾ, ਗਾਂ ਨਿਆਣੇ ਵਿਆਹੁਣੇ ਆ ਤਾਂ ਫਿਰ ਉਹ ਚੋਂ ਕਰਜ਼ਾ ਚੱਕ ਲੈਣਾ ਰਾਈਟ। ਜਦੋਂ ਹੁਣ ਰੌਡ ਕਿਉਂਸਾਕੀ ਕਿੰਨੀ ਵਧੀਆ ਗੱਲ ਕਰਦਾ, ਉਹ ਕਹਿੰਦਾ ਜਿਹੜੇ ਨਾਰਥ ਅਮਰੀਕਨ ਲੋਕ ਆ ਇਹ ਨਾ ਘਰਾਂ ਨੂੰ ਇਸ ਤਰੀਕੇ ਨਾਲ ਯੂਜ਼ ਕਰਦੇ ਜਿਸ ਤਰੀਕੇ ਨਾਲ ATM ਮਸ਼ੀਨ ਆਪਾਂ ਯੂਜ਼ ਕਰਦੇ ਆ ਰਾਈਟ। ਜਦੋਂ ਨਹੀਂ ਪੈਸਾ ਕੱਢ ਲਓ ਘਰ ਦੇ ਵਿੱਚੋਂ ਪੈਸਾ, ਜਦੋਂ ਨਹੀਂ ਪੈਸਾ ਹੈਗਾ ਕੱਢ ਲਓ। ਸੋ ਮੈਨੂੰ ਇਹ ਲੱਗਦਾ ਵੀ ਲੋਕ ਮੋਸਟਲੀ ਘਰ ਇਸ ਕਰਕੇ ਫ੍ਰੀ ਕਰਦੇ ਵੀ ਜਦੋਂ ਨਿਆਣਿਆਂ ਦੇ ਵਿਆਹ ਕਰਨੇ ਕੋਈ ਖਰਚ ਤਾਂ ਹੋਣਾ ਹੀ ਆ, ਚਲ ਉਹਦੇ ਉੱਤੋਂ ਫਿਰ ਜਿਹੜੀ ਲਾਈਨ ਆਫ ਕ੍ਰੈਡਿਟ ਚੱਕ ਲਵਾਂਗੇ। ਸੋ ਜੇ ਘਰ ਵੇਚਣਾ, ਮੈਂ ਕਈ ਲੋਕ ਇਹੋ ਜਿਹਾ ਵੀ ਦੇਖਿਆ ਜਦੋਂ ਨਹੀਂ ਨਿਆਣੇ ਵਿਆਹ ਤੇ ਘਰ ਵੇਚ ਕੇ ਆਪ ਅਪਾਰਟਮੈਂਟਸ ਬਿਲਡਿੰਗ ਦੇ ਵਿੱਚ ਮੂਵ, ਬਿਕਾਜ਼ ਅਫੋਰਡੇਬਿਲਟੀ ਨਹੀਂ ਨਾ ਰਹਿੰਦੀ। ਹੁਣ ਦੇਖੋ ਜਿੰਨੀ ਦੇਰ ਅਸੀਂ ਯੰਗ ਆ, ਮਤਲਬ ਕਹਿੰਦੇ ਆਪਾਂ ਰਿਟਾਇਰਮੈਂਟ ਏਜ 65 ਆ, ਸੋ ਜਿਹੜੀ ਪੈਨਸ਼ਨ ਆ ਤੇ ਜੇ ਆਪਾਂ ਕਹੀਏ ਉਹਦੇ ਨਾਲ ਸਾਡੇ ਖਰਚੇ ਪੂਰੇ ਹੋ ਜਾਣ, ਜੇ ਅਸੀਂ ਵੱਡਾ ਘਰ ਹੁਣ ਅਫੋਰਡ ਕਰ ਰਹੇ ਆ, ਜੇ ਸੇਮ ਹੀ ਉਸੇ ਹੀ ਇਨਕਮ ਦੇ ਨਾਲ ਹੁਣ ਹੈਂਡ ਟੂ ਮਾਊਥ ਆ, ਠੀਕ ਹੈ, ਹੁਣ ਐਨ ਚੱਲ ਰਿਹਾ ਪੂਰਾ ਆਪਣਾ, ਫਿਰ ਜਦੋਂ ਸਾਡੇ ਕੋਲ ਉਹ ਇਨਕਮ ਕੰਮ ਕਰਨ ਯੋਗ ਨਹੀਂ ਅਸੀਂ ਰਹੇ, ਉਹ ਪੈਸੇ ਆਉਣੋਂ ਹਟ ਗਏ ਤੇ ਫਿਰ ਅਫੋਰਡੇਬਿਲਟੀ ਕਿੱਥੋਂ ਆਊਗੀ? ਫਿਰ ਆਲਰੇਡੀ ਆਪਾਂ ਨੂੰ ਡਾਊਨ ਸਾਈਜ਼ ਕਹਿੰਦੇ ਨਹੀਂ, ਡਾਊਨ ਸਾਈਜ਼ ਕਰਨਾ ਹੁਣ ਕਰਨਾ ਹੀ ਪੈਣਾ। ਗ੍ਰੈਂਡ ਕਾਰਡਨ ਇੱਕ ਗੱਲ ਇਹ ਕਹਿੰਦਾ ਵੀ ਮੋਸਟ ਆਫ ਦਾ ਟਾਈਮ ਵੀ ਨੈਵਰ ਇਵਨ ਥਿੰਕ ਵੀ ਜਿਹੜੀ ਮੇਰੀ ਸੇਵਿੰਗ ਆ, ਜਿਹੜੀ ਜੇ ਮੇਰੀ ਲਾਈਫ ਲੰਬੀ ਹੋ ਗਈ ਮੇਰੀ ਸੇਵਿੰਗਸ ਤੋਂ ਫਿਰ ਕੀ ਕਰਾਂਗੇ। ਇੰਨੀ ਵਧੀਆ ਗੱਲ ਪ੍ਰੋਫਾਊਂਡ ਆ ਵੀ ਜੇ ਮੇਰੀ ਸੇਵਿੰਗ ਦੇ ਨਾਲੋਂ ਮੇਰੀ ਲਾਈਫ ਜੇ ਲੰਬੀ ਹੋ ਗਈ ਫਿਰ ਮੈਨੂੰ ਗਰੀਬੀ 'ਚ ਰਹਿਣਾ ਪੈਣਾ ਜੀ। ਬਿਲਕੁਲ ਰਾਜ, ਲੋਕ ਰਹਿੰਦੇ ਆ ਇਸ ਤਰੀਕੇ ਦੇ ਨਾਲ ਕਿਉਂਕਿ ਏਜ ਆਫ 65 the most people they move from the big houses to small houses। ਔਰ ਬਹੁਤ ਸਾਰੇ ਲੋਕ ਆਫਟਰ 65 ਵੀ ਕੰਮ ਕਰਦੇ ਆ ਕਿਉਂਕਿ ਉਹਨਾਂ ਦਾ ਅਫੋਰਡੇਬਿਲਟੀ ਨਹੀਂ ਹੈ ਜੀ। ਐਂਡ ਇਸ ਬੁੱਕ ਦੇ ਵਿੱਚ ਕਿੰਨਾ ਕਲੀਅਰਲੀ ਉਹਨਾਂ ਨੇ ਕਿਹਾ ਆ, ਇਟਸ ਨਾਟ ਹਾਊ ਮਚ ਯੂ ਮੇਕ, ਇਟਸ ਹਾਊ ਯੂ ਮੇਕ। ਮਨੀ ਬਣਾਉਂਦੇ ਕਿੱਦਾਂ ਆ, ਇਟਸ ਨਾਟ ਕਿੰਨੀ ਮਨੀ ਬਣਾਉਨੇ ਆ, ਪਰ ਵੇ ਕਿਹੜਾ ਆ ਮਨੀ ਬਣਾਉਣ ਦਾ, ਦੈਟ ਰੀਅਲੀ ਮੈਟਰਸ। ਜੇ ਅਸੀਂ ਇਸ ਕਨਸੈਪਟ ਨੂੰ ਇੰਨੀ ਗੱਲ ਨੂੰ ਹੀ ਸਮਝ ਲਈਏ ਤੇ ਅਸੀਂ ਆਪਣੇ ਆਪ ਨੂੰ ਕਹਿੰਦੇ ਡੋਂਟ ਬੀ ਫੂਲਡ, ਆਪਣੇ ਆਪ ਨੂੰ ਅਸੀਂ ਮੂਰਖ ਬਣਾਇਆ, ਆਪਣੇ ਆਪ ਨੂੰ ਫੂਲ ਕੀਤਾ ਆ। ਮੇ ਬੀ ਅੱਜ ਸਾਨੂੰ ਲੈਸੇ 10,000 ਮਹੀਨੇ ਦਾ ਬਣ ਰਿਹਾ, ਪਰ ਸੋਰਸ ਜ਼ਰੂਰ ਦੇਖੋ ਕਿ ਇਹ 10,000 ਜਿਹੜਾ ਅੱਜ ਮੇਰਾ ਆ ਰਿਹਾ ਇਹ ਐਕਟਿਵ ਇਨਕਮ ਆ ਜਾਂ ਇਹ ਮੇਰੀ ਔਨ ਗੋਇੰਗ ਇਨਕਮ ਆ, ਮੈਂ ਐਸੈਟ ਡਿਵੈਲਪ ਕੀਤੇ ਹੋ ਆ ਜਾਂ ਮੇਰੀ ਇਹ ਮੇਰੇ ਕੰਮ ਕਰਨ ਦੇ ਨਾਲ ਹੀ ਮੇਰੀ ਇਨਕਮ ਆ। ਬਿਕਾਜ਼ ਮੇਰੀ ਸਿਹਤ ਨੇ ਆਲਵੇਜ਼ ਇਦਾਂ ਸਾਥ ਨਹੀਂ ਦੇਣਾ ਕਿ ਮੈਂ 12 ਘੰਟੇ ਕੰਮ ਕਰਦਾ, ਮੈਂ ਸਾਰੀ ਉਮਰ 12 ਹੀ ਕਰੀ ਜਾਊਂ, ਮੈਂ ਵੀ 올ਡ ਹੋਣਾ ਆ। ਸੋ ਉਸ ਤਰੀਕੇ ਦੇ ਨਾਲ ਸੋ ਸੋਰਸ ਆਫ ਇਨਕਮ ਜ਼ਰੂਰ ਦੇਖੋ ਕਿ ਕੁਆਂਟੀਟੀ ਆਫ ਮਨੀ, ਕੁਆਲਿਟੀ ਆਫ ਦੋਨੇ ਚੀਜ਼ਾਂ ਆਪਾਂ ਨੂੰ ਦੇਖੋ। ਗੱਲ ਇਹ ਹੁੰਦੀ ਆ ਵੀ ਮੋਸਟ ਆਫ ਦਾ ਟਾਈਮ ਜੇ ਤੁਸੀਂ 10,000 ਬਣਾਉਂਦੇ ਆ ਫਿਰ ਇਹ ਦੇਖੋ ਵੀ ਵੀਕ ਦੇ ਕਿੰਨੇ ਘੰਟੇ ਤੁਸੀਂ ਕੰਮ ਕਰ ਰਹੇ ਆ। 70 80 90 ਘੰਟੇ ਤਾਂ ਨਹੀਂ ਕੰਮ ਕਰ ਰਹੇ ਜੀ, ਠੀਕ ਹੈ। ਸ਼ੁਰੂਆਤ ਦੇ ਵਿੱਚ ਠੀਕ ਹੈ, ਕੋਈ ਨੁਕਸਾਨ ਨਹੀਂ, ਮਿਹਨਤ ਕਰਨੀ ਕੋਈ ਮਾੜੀ ਗੱਲ ਨਹੀਂ ਹੈਗੀ, ਮਿਹਨਤ ਕਰਨੀ ਬਹੁਤ ਜ਼ਰੂਰੀ ਆ। ਪਰ ਜੇ ਤੁਸੀਂ ਟਿਲ 65 ਇਦਾਂ ਹੀ ਲੱਗੇ ਰਹਿੰਦੇ ਆ ਤਾਂ ਫਿਰ ਤੁਸੀਂ ਅੱਕ ਜਾਂਦੇ ਆਪਣੀ ਲਾਈਫ ਤੋਂ ਵੀ ਐਸੇ ਕੰਮ ਲਿਆਈ ਸੀ ਰੱਬਾ, ਠੀਕ ਹੈ ਰਾਈਟ। ਜਿਉਂ ਕੰਮ ਤੇ ਕੋਈ ਆਪਾਂ ਇੱਕੋ ਹੀ ਗੱਲ ਕਹੀ ਜਾਂਦੇ, ਕੁਝ ਨਹੀਂ ਰੱਖਿਆ ਲਾਈਫ ਦੇ ਵਿੱਚ, ਕੁਝ ਨਹੀਂ ਰੱਖਿਆ ਕੈਨੇਡਾ ਦੇ ਵਿੱਚ। ਕਿੰਨੇ ਲੋਕਾਂ ਨੂੰ ਮਿਲਦੇ ਆਪਾਂ ਬਿਲਕੁਲ। ਜਦੋਂ ਤੁਸੀਂ ਹੁਣ ਜਿੱਦਾਂ ਮੰਡੇ ਆ ਸੰਡੇ, ਮੈਂ ਆਲਵੇਜ਼ ਇੱਕ ਗੱਲ ਕਰਦਾ ਹੁੰਦਾ, ਜਿਹੜਾ ਫਰਾਈਡੇ ਆ ਉਹ ਜਿਹੜਾ ਲੋਕਾਂ ਦਾ ਹੈਪੀ ਡੇ ਆ, ਲੋਕ ਇੰਨੇ ਖੁਸ਼ ਆ ਕੰਮਾਂ ਤੇ ਵੀ, ਸਪੈਸ਼ਲੀ ਹਾਫ ਆਫ ਦਾ ਡੇ ਜਦੋਂ ਲੰਚ ਹੁੰਦਾ ਫਿਰ ਹੁਣ ਫਰਾਈਡੇ ਆ ਗਿਆ। ਪਰ ਇਹ ਕੀ ਤੁਹਾਨੂੰ ਇਹ ਨਹੀਂ ਲੱਗਦਾ ਵੀ ਲੋਕਾਂ ਨੂੰ ਲੱਗਦਾ ਸੀ ਜੇਲ੍ਹ 'ਚ ਆ 2 ਦਿਨ ਮੈਂ ਓਨ ਕਰਦਾ, 5 ਦਿਨ ਮੈਨੂੰ ਕੋਈ ਹੋਰ ਓਨ ਕਰਦਾ, 2 ਦਿਨ ਮੇਰੇ ਆਪਣੇ ਆ, ਇਦਾਂ ਹੀ ਲੱਗਦਾ ਸੰਦੀਪ? ਜਦੋਂ ਇਹ ਲੱਗਦਾ ਵੀ ਮੈਂ ਤਾਂ ਜੇਲ੍ਹ 'ਚ ਚੱਲਿਆ ਹੁਣ 8 9 10 ਘੰਟੇ। ਹੁਣ ਜਦੋਂ ਲੋਕ ਕਾਰਡ ਪੰਚ ਕਰਦੇ ਆ ਇੰਨੇ ਖੁਸ਼ ਹੁੰਦੇ ਆ, ਭੱਜ ਕੇ ਕਾਰਾਂ ਵੱਲ ਨੂੰ ਜਾਂਦੇ ਆ ਵੀ ਜਿੱਦਾਂ ਨਾ ਕਿਤੇ ਉਹ ਕੋਈ ਪਾਬੰਦੀਆਂ ਦੇ ਵਿੱਚੋਂ। ਬਿਲਕੁਲ। ਆਪਾਂ ਜਦੋਂ ਜਿਹੜੀ ਆਪਣੀ ਐਕਟਿਵ ਇਨਕਮ ਹੈ, ਵੀ ਆਰ ਸੈਲਿੰਗ ਆਰ ਟਾਈਮ, ਤੇ ਜਦੋਂ ਅਸੀਂ ਆਪਣਾ ਟਾਈਮ ਆਪਣੀ ਲਾਈਫ ਕਿਸੇ ਹੋਰ ਨੂੰ ਦਿੱਤੀ ਹੋਈ ਹੈ ਤਾਂ ਸਾਨੂੰ ਬਿਲਕੁਲ ਉਹ ਜੇਲ੍ਹ ਹੀ ਫੀਲ ਹੋਣੀ ਹੈ। ਸੋ ਇਹਦੇ ਵਿੱਚ ਚਾਹੇ ਪਰ ਮੋਸਟ ਲੋਕ ਐਗਰੀ ਨਹੀਂ ਹੈਗੇ ਇਸ ਗੱਲ ਲਈ ਕਿਉਂਕਿ ਆਪਾਂ ਐਡਮਿਟ ਨਹੀਂ ਕਰਦੇ ਆਪਣੇ ਅੰਦਰ ਸਭ ਤੋਂ ਜਿਹੜੀ ਜ਼ਿਆਦਾ ਇਹ ਹੈਗੀ ਚੀਜ਼ ਹੈ। ਮਨਜੀਤ ਗੱਲ ਇਹ ਹੁੰਦੀ ਆ ਵੀ ਜਦੋਂ ਆਪਾਂ ਉਸ ਕਮਿਊਨਿਟੀ ਦੇ ਵਿੱਚ ਰਹਿੰਦੇ ਆ ਉਹ ਸਾਰੇ ਹੀ ਜੇਲ੍ਹ 'ਚ ਜਾਂਦੇ ਆ ਜੀ,
ਆਪਾਂ ਵੀ ਜੇਲ੍ਹ 'ਚ ਚੱਲੇ ਆਪਾਂ ਲੱਗਦਾ ਵੀ ਚੱਲ ਠੀਕ ਹੀ ਹੈ। Admit ਨਹੀਂ ਪਰ ਹੁਣ ਕਰਦੇ। ਜਦੋਂ ਆਪਾਂ ਨੂੰ ਇਸ ਚੀਜ਼ ਦਾ ਅਹਿਸਾਸ ਹੋਇਆ ਜੇਲ੍ਹ ਤੋਂ ਬਾਹਰ ਰਹਿ ਕੇ, ਫਿਰ ਆਪਾਂ ਨੂੰ ਲੱਗਦਾ ਵੀ ਸੱਚੀ ਫ੍ਰੀडम ਹੈਗੀ ਕੋਈ ਚੀਜ਼ ਹੈ ਨਾ, ਉਹ ਉਦੋਂ ਹੀ ਅਹਿਸਾਸ ਹੁੰਦਾ ਜਦੋਂ ਤੁਸੀਂ ਇੱਕ ਵਾਰ ਫ੍ਰੀडम ਲੈ ਕੇ ਦੇਖੋਗੇ। ਐਂਡ ਆਈ ਥਿੰਕ ਇਸ ਟਾਈਮ ਪੈਂਡੈਮਿਕ ਦੇ ਦੌਰਾਨ ਕਾਫੀ ਲੋਕਾਂ ਨੇ ਐਕਸਪੀਰੀਅੰਸ ਮੇਬੀ ਫ੍ਰੀडम ਕਰ ਲਈ ਆ। ਮਤਲਬ ਕਿਸੇ ਨੂੰ 2 ਵੀਕ ਆਫ ਹੋ ਗਿਆ ਕੰਮ ਤੋਂ, ਕਿਸੇ ਨੂੰ 1 ਮੰਥ ਆਫ ਹੋ ਗਿਆ। ਪਰ ਸੋਚ ਕੇ ਦੇਖੋ ਜੇ ਇੰਨੀ ਫ੍ਰੀडम ਸਾਰੀ ਲਾਈਫ ਹੀ ਹੋਵੇ, ਮਨੀ ਦੀ ਪ੍ਰੋਬਲਮ ਨਾ ਹੋਵੇ, ਲਾਈਕ ਮਨੀ ਵਾਲੀ ਟੈਨਸ਼ਨ ਨਾ ਹੋਵੇ, ਪਰ ਨਾਲ ਨਾਲ ਫ੍ਰੀडम ਹੋਵੇ। ਸੋ ਸੰਦੀਪ, ਮੈਂ ਇੱਕ ਗੱਲ ਪੁੱਛਦਾ ਹੁਣ, ਜਿਹੜੀ ਇੱਕ ਆਮ ਤੌਰ ਤੇ ਮੈਂ ਪਹਿਲਾਂ ਆਪਣੀ ਪ੍ਰੈਜੈਂਟੇਸ਼ਨਾਂ 'ਚ ਵੀ ਕਰਦਾ ਹੁੰਦਾ ਵੀ ਲੋਕ ਚੇਂਜ ਹੋ ਗਏ, ਇੰਨੀ ਜਿਹਨੂੰ ਕਹਿੰਦੇ ਗੰਭੀਰ ਸਮੱਸਿਆ ਜਿਹੜੀ ਪੈਂਡੈਮਿਕ ਦੇ ਵਿੱਚੋਂ ਲੰਘੇ ਆ, ਤੁਹਾਨੂੰ ਲੱਗਦਾ ਮੈਜੋਰਟੀ ਆਫ ਲੋਕ ਜਿਹੜੇ ਆ ਉਹ ਚੇਂਜ ਹੋ ਗਏ ਜਾਂ ਸਿਰਫ ਓਨਲੀ 1%, ਲੈਸ ਦੈਨ 1% ਚੇਂਜ ਹੋਏ? ਜਿੱਦਾਂ ਮੈਂ ਸ਼ੁਰੂ 'ਚ ਵੀ ਗੱਲ ਕੀਤੀ ਸੀ ਕਿ ਇੱਕ ਹਿਊਮਨ ਮੈਂਟੈਲਿਟੀ ਆ, ਜਦੋਂ ਉਹਨੂੰ ਤਾਜ਼ਾ ਸੇਕ ਲੱਗਦਾ ਨਾ, ਉਦੋਂ ਬਹੁਤ ਛੇਤੀ ਲਰਨ ਕਰਦਾ ਲੈਸਨ, ਪਰ ਬਾਅਦ 'ਚੋਂ ਭੁੱਲ ਜਾਂਦਾ। ਇਹ ਗੁੱਡ ਥਿੰਗ ਵੀ ਆ, ਬੈਡ ਥਿੰਗ ਵੀ, ਕਿ ਅਸੀਂ ਆਪਣਾ ਬੈਡ ਐਕਸਪੀਰੀਅੰਸ ਵੀ ਭੁੱਲ ਜਾਂਦੇ ਤੇ ਅਸੀਂ ਆਪਣਾ ਗੁੱਡ ਐਕਸਪੀਰੀਅੰਸ ਵੀ ਭੁੱਲ ਜਾਂਦੇ ਆ। ਸੋ ਈਵਨ ਆਪਾਂ ਜੋ ਮਰਜ਼ੀ ਗੱਲਾਂ ਕਰ ਲਈਏ ਅੱਜ ਵੀ, ਜਿਹੜਾ ਕਿਉਂਕਿ ਜਿਹੜੀ ਸਾਡੀ ਅਪਬ੍ਰਿੰਗਿੰਗ ਹੋਈ ਆ, ਸਾਡੀ ਜਿਹੜੇ ਸਿਸਟਮ ਹੈਗੇ ਆ, ਉਹਨੇ ਜੋ ਸਾਡੇ ਅੰਦਰ ਆਲਰੇਡੀ ਫਾਈਲਸ ਕ੍ਰੀਏਟ ਕਰ ਦਿੱਤੀਆਂ ਹੈਗੀਆਂ, ਉਹਨਾਂ ਦੇ ਨਾਲ ਉਸ ਸੌਫਟਵੇਅਰ ਦੇ ਇੱਕ ਨਵਾਂ ਸੌਫਟਵੇਅਰ ਡਿਵੈਲਪ ਕਰਕੇ ਆਪਣੇ ਅੰਦਰ ਪਾਉਣਾ, ਉਹ ਤੇ ਮਿਹਨਤ ਲੱਗਦੀ ਆ, ਉਹ ਤੇ એનર્ਜੀ ਲੱਗਦੀ ਆ, ਉਹ ਤੇ ਤੁਹਾਨੂੰ ਕਰੇਜ ਚਾਹੀਦਾ ਆ, ਇੱਕ ਰੈਵੋਲੂਸ਼ਨਰੀ ਥਿੰਕਿੰਗ ਚਾਹੀਦੀ ਆ। ਅਸੀਂ ਉਹ એનર્ਜੀ, ਉਹ ਕਰੇਜ, ਉਹ ਐਫਰਟਸ, ਉਹ ਮਿਹਨਤ ਕਰਨਾ ਨਹੀਂ ਚਾਹੁੰਦੇ। ਸੋ ਉਹਦੇ ਵਿੱਚ ਕੀ ਹੁੰਦਾ ਕਿ ਜਿਹੜੇ ਵਿਨਰਸ ਆਲਵੇਜ਼ ਮਿਨੋਰਿਟੀ ਦੇ ਵਿੱਚ ਹੀ ਹੁੰਦੇ ਆ। ਚਾਹੇ 100 ਬੱਚਿਆਂ ਦੀ ਕਲਾਸ ਹੋਵੇ, 100 ਦੇ 100 ਫਸਟ ਕਲਾਸ ਵਿੱਚ ਨਹੀਂ ਪਾਸ ਹੁੰਦੇ, 100 ਦੇ 100 ਨੰਬਰ 1 ਨਹੀਂ ਆਉਂਦੇ। ਸੋ ਉਹ ਆਪਣੀ ਕਮਿਊਨਿਟੀ ਵਿੱਚ, ਆਪਣੀ ਦੁਨੀਆ ਦੇ ਵਿੱਚ ਇਹ ਚੱਲਣਾ ਹੀ ਆ। ਅੱਜ ਵੀ ਆਪਾਂ ਇੱਕ ਬਹੁਤ ਹਾਰਡ ਲੈਸਨ ਸਿੱਖਿਆ, ਪਰ ਆਪਣੇ ਵਿੱਚੋਂ ਬਹੁਤਿਆਂ ਨੇ ਫਿਰ ਭੁੱਲ ਜਾਣਾ। ਨਹੀਂ, ਉਹ ਭੁੱਲੇ ਆ। ਦੇਖੋ, ਮੈਂ ਤਾਂ ਇੱਕ ਚੀਜ਼ ਦੇਖੀ, ਨੋਟ ਕੀਤੀ ਆ, ਸਿੰਪਲ ਜਿਹਾ ਵੇ ਨਾਲ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਯੂ ਕੈਨ ਫਾਈਂਡ ਦਿਸ। ਮੈਂ ਜਦੋਂ ਆਪਾਂ ਪੈਂਡੈਮਿਕ ਸ਼ੁਰੂ ਹੋਇਆ, ਆਲਮੋਸਟ ਸਾਲ ਹੋ ਗਿਆ, ਠੀਕ ਹੈ, ਲੋਕ ਬੜੇ ਡਰੇ ਹੋਏ ਸੀਗੇ, ਐਂ ਲੋਕਾਂ ਕੋਲ ਮੋਰ ਦੈਨ 24 ਆਵਰਸ ਅ ਡੇ ਸੀਗੇ। ਯੈਸ, ਠੀਕ ਹੈ, ਇੰਨਾ ਖੁੱਲਾ ਟਾਈਮ ਸੀਗਾ ਲੋਕਾਂ ਦੇ ਕੋਲ। ਉਹ ਬੇਸ਼ੱਕ ਕਿਤਾਬਾਂ ਪੜ੍ਹਦੇ, ਆਨਲਾਈਨ ਜਾ ਕੇ ਆਪਣੀ ਵਾਕ ਕਰ ਲੈਂਦੇ, ਆਪਣੇ ਆਪ ਨੂੰ ਫਿੱਟ ਕਰ ਲੈਂਦੇ। ਤੁਹਾਨੂੰ ਕਿੰਨੇ ਕੁ ਲੱਗੇ ਲੋਕ ਜਿਹੜੇ ਫਿੱਟ ਹੋ ਗਏ ਆ? ਜਾਂ 1 ਔਰ 2% ਕਹਿ ਸਕਦੇ ਆ ਕਿ ਲੋਕਾਂ ਨੇ ਆਪਣਾ ਟਾਈਮ ਯੂਜ਼ ਕੀਤਾ ਥੋੜਾ ਜਿਹਾ, ਜਿੱਦਾਂ ਕਹਿ ਸਕਦੇ ਆ ਕੁਕਿੰਗ, ਕਈ ਲੇਡੀਜ਼ ਨੇ ਥੋੜੀ ਜ਼ਿਆਦਾ ਵਧਾਤੀ, ਸਿੱਖ ਲਈ, ਮਤਲਬ ਭਾਰੇ ਵਧਾਏ ਆ ਨਾ। ਕੁਕਿੰਗ ਸਿੱਖੀ ਦਾ ਕੀ ਫਾਇਦਾ, ਚੀਜ਼ਾਂ ਇੰਨੀਆਂ ਸਵਾਦ ਬਣਨੀਆਂ ਸ਼ੁਰੂ ਹੋ ਗਈਆਂ ਤਾਂ ਉਹ ਮੱਲੋ ਮੱਲੀ ਭਾਰ। ਅਸੀਂ ਜਦੋਂ ਪੈਂਡੈਮਿਕ ਸ਼ੁਰੂ ਹੋਇਆ, ਪਹਿਲਾਂ ਲੋਕਾਂ ਨੇ ਸੈਲੀਬ੍ਰੇਟ ਕਰਨਾ ਸ਼ੁਰੂ ਕਰਤਾ ਨਾ ਪੈਂਡੈਮਿਕ ਨੂੰ, ਐਨ ਭਾਰ ਵਧੇ। ਫਿਰ ਇਹ ਨੋਟ ਕੀਤਾ ਵੀ ਇਹ ਤਾਂ ਕੰਮ ਗਲਤ ਹੋ ਰਿਹਾ, ਲੈਟਸ ਚੇਂਜ ਇਟ। ਸੋ ਇਹ ਚੀਜ਼ਾਂ ਜਿਹੜੀਆਂ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਵੀ, ਇਹ ਜਿਹੜੀਆਂ ਹੈਬਿਟਸ ਹੈ ਨਾ, ਆਟੋਮੈਟਿਕਲੀ ਚੇਂਜ ਨਹੀਂ ਹੁੰਦੀਆਂ। ਇਹ ਹੈਬਿਟਸ ਤੁਹਾਡੀਆਂ ਚੇਂਜ ਹੁੰਦੀਆਂ ਵਿਦ ਕੌਨਸ਼ੀਅਸ ਮਾਈਂਡ, ਜੋ ਤੁਸੀਂ ਕੁਝ ਕ੍ਰੀਏਟ ਕਰਨਾ ਚਾਹੁੰਦੇ ਹੋ। ਐਂਡ ਦੂਜੀ ਗੱਲ, ਆਮ ਤੌਰ ਤੇ ਆਪਾਂ ਦੇਖਦੇ ਹਾਂ ਲੋਕਾਂ ਨੂੰ, ਲੋਕ ਇੱਕ ਬਹੁਤ ਵਧੀਆ ਬਹਾਨਾ ਮਾਰਦੇ ਆ ਵੀ ਮੈਂ ਇਦਾਂ ਦਾ ਬੰਦਾ ਨਹੀਂ ਹੈਗਾ, ਉਹ ਮੈਂ ਬਿਜ਼ਨਸਮੈਨ ਨਹੀਂ ਹੈਗਾ, ਮੈਂ ਲੋਕਾਂ ਨਾਲ ਗੱਲ ਨਹੀਂ ਕਰ ਸਕਦਾ, ਮੈਨੂੰ ਨਹੀਂ ਪਤਾ, ਮੈਂ ਸਮਾਨ ਨਹੀਂ ਵੇਚ ਸਕਦਾ, ਮੈਂ ਕਿਸੇ ਨੂੰ ਕਹਿ ਨਹੀਂ ਸਕਦਾ ਵੀ ਮੈਂ, ਠੀਕ ਹੈ ਜੀ। ਸਭ ਤੋਂ ਬਿਗੇਸਟ ਥਿੰਗ ਇਹੀ ਆਉਂਦੀ ਲੋਕਾਂ ਦਾ, ਮੈਂ ਕਿੱਦਾਂ ਲੋਕਾਂ ਨਾਲ ਗੱਲ ਕਰੂੰਗਾ, ਜਾਂ ਮੈਂ ਚੇਂਜ ਨਹੀਂ ਹੁੰਦਾ, ਮੈਂ ਤਾਂ ਇਦਾਂ ਦਾ ਬੰਦਾ ਹੀ ਮੌਲਾ ਬੰਦਾ ਹੈ ਨਾ, ਤਾਂ ਫਿਰ ਮੈਂ ਕਿਸੇ ਤੋਂ ਫਾਇਦਾ ਨਹੀਂ ਉਠਾਉਣਾ। ਹਾਂ, ਫਾਇਦਾ ਨਹੀਂ ਉਠਾਉਣਾ। ਮੈਂ ਕਈ ਵਾਰੀ ਉਹਨਾਂ ਨੂੰ ਪੁੱਛਦਾ ਹੁੰਦਾ ਵੀ ਜਦੋਂ ਤੁਸੀਂ 에ਅਰਪੋਰਟ ਤੇ ਉਤਰੇ ਸੀਗੇ, ਇੰਡੀਆ 'ਚ ਤਾਂ ਕਦੇ ਸੀਟ ਬੈਲਟ ਨਹੀਂ ਲਾਈ, ਤਾਂ ਇੱਥੇ ਆ ਕੇ ਲਾਉਂਦੇ ਕਿ ਨਹੀਂ ਲਾਉਂਦੇ? ਪਹਿਲੇ ਦਿਨ ਹੀ ਲਵਾਤੀ, ਅਗਲੇ ਦਿਨ ਤੁਸੀਂ ਤਾਂ ਚੇਂਜ ਹੋ ਗਏ ਉਦੋਂ ਹੀ, ਸਮਝ ਗਏ? ਤਾਂ ਫਿਰ ਜਦੋਂ ਤੁਸੀਂ ਘਰ ਆਏ ਆ, ਗੱਡੀ ਇੱਥੇ ਫਿਰ ਜਿਹੜੇ ਸੀ ਉੱਥੇ ਤੁਸੀਂ ਖੱਬੇ ਪਾਸੇ ਬਹਿੰਦੇ ਸੀਗੇ, ਕਿਉਂਕਿ ਸੱਜੇ ਡਰਾਈਵਰ ਸੀਗਾ, ਇੱਧਰ ਤੁਸੀਂ ਆ ਕੇ ਸੱਜੇ ਪਾਸੇ ਬੈਠੇ, ਖੱਬੇ ਪਾਸੇ ਚੇਂਜ ਹੋ ਗਿਆ, ਸੱਜੇ ਪਾਸੇ ਖੱਬੇ ਜਾਂ ਜੋ ਵੀ ਹੈਗਾ, ਰਾਈਟ? ਹਾਂਜੀ। ਫਿਰ ਸਾਰੇ ਜਿੰਨੇ ਸਾਬਣ ਚੇਂਜ ਕਰ ਦਿੱਤੇ ਆ ਕੇ, ਠੀਕ ਹੈ, ਤੁਸੀਂ ਟੁੱਥ ਬਰਸ਼ ਚੇਂਜ ਕਰ ਲਿਆ, ਓਕੇ। ਫਿਰ ਕੰਮ ਜਿਹੜਾ ਇੰਡੀਆ 'ਚ ਕਿਸੇ ਨੇ ਕੀਤਾ ਨਹੀਂ ਸੀ, ਇੱਥੇ ਆ ਕੇ ਫੈਕਟਰੀਆਂ ਜਾਣ ਲੱਗ ਗਿਆ, ਜੀ ਬਿਲਕੁਲ, ਠੀਕ ਹੈ, ਟੈਕਸੀਆਂ ਚਲਾਉਣੀਆਂ ਸ਼ੁਰੂ, ਟਰੱਕ ਚਲਾਉਣੇ ਸ਼ੁਰੂ ਕਰਤੇ, ਰਿਆਲਟਰ ਬਣ ਗਿਆ, ਡਾਕਟਰ ਬਣ ਗਿਆ, ਐਂਡ ਐਵਰੀਥਿੰਗ। ਤੁਹਾਨੂੰ ਲੱਗਦਾ ਵੀ ਇਹ ਚੇਂਜ ਆਟੋਮੈਟਿਕਲੀ ਹੋ ਗਈ? ਮੈਂ ਤੁਸੀਂ ਕਹੀ ਜਾਂਦੇ ਮੈਂ ਚੇਂਜ ਨਹੀਂ ਹੋ ਸਕਦਾ, ਸੋ ਮੈਂ ਕਹਿੰਦਾ ਹੁੰਦਾ ਜਿੱਦਣ ਤੁਸੀਂ 에ਅਰਪੋਰਟ ਤੋਂ ਉਤਰ ਗਿਆ ਨਾ, ਸਟੈਂਪ ਲੱਗ ਗਈ ਤੁਹਾਡੀ ਇੱਥੇ ਆ ਕੇ, ਐਂਡ ਤੁਸੀਂ ਆਲਰੇਡੀ ਚੇਂਜ ਹੋ ਗਏ, ਐਂਡ ਤੁਸੀਂ ਚੇਂਜ ਹੋ ਸਕਦੇ ਆ।
ਆ ਤਾਂ ਇੱਕ ਬਹਾਨਾ ਆ ਵੀ ਮੈਂ ਨਹੀਂ ਚੇਂਜ ਹੋ ਸਕਦਾ। ਰਾਜ ਇਹ ਨਹੀਂ ਕਿ ਤੁਸੀਂ ਇੱਥੇ ਆ ਕੇ ਚੇਂਜ ਹੋ ਗਏ, ਤੁਸੀਂ ਉੱਥੋਂ ਆਉਣ ਤੋਂ ਪਹਿਲਾਂ ਹੀ ਮਾਈਂਡ ਚੇਂਜ ਕਰ ਲਿਆ ਕਿ ਹੁਣ ਮੈਂ ਬਾਹਰ ਜਾਣਾ ਆ। ਤੁਸੀਂ ਆਲਰੇਡੀ, ਮੈਨੂੰ ਯਾਦ ਆ ਕਿ ਜਦੋਂ ਆਪਾਂ ਆਪਣੇ ਪੇਪਰ ਵਰਕ ਹੀ ਰੈਡੀ ਕਰ ਰਹੇ ਸੀ ਉਦੋਂ ਹੀ ਸਾਡਾ ਮਾਈਂਡ ਸੈਟ ਚੇਂਜ ਹੋ ਗਿਆ ਕਿ ਕੋਈ ਨਹੀਂ, ਹੁਣ ਅਸੀਂ ਪੇਰੈਂਟਸ ਇੱਥੇ ਛੱਡ ਕੇ ਇਕੱਲਿਆਂ ਨੇ ਉੱਥੇ ਜਾਣਾ ਆ। ਸੋ ਅਸੀਂ ਜਿਹੜਾ ਪਰਸਨ ਇੱਕ ਦਿਨ ਵੀ ਬਾਹਰ ਨਹੀਂ ਘਰੋਂ ਰਿਹਾ ਆ, ਠੀਕ ਹੈ, ਉਹ ਪਰਸਨ ਵੱਖਰੀ ਇੱਕ ਡਿਫਰੈਂਟ ਕੰਟਰੀ ਦੇ ਵਿੱਚ ਵੱਖਰੇ ਲੋਕਾਂ ਦੇ ਵਿੱਚ ਆ ਗਿਆ, ਸਾਰਾ ਕੁਝ ਘਰ-ਬਾਰ ਸਭ ਕੁਝ ਛੱਡ ਲਿਆ, ਮਾਈਂਡਸੈਟ ਤਾਂ ਉੱਥੇ ਹੀ ਚੇਂਜ ਕਰ ਲਿਆ। ਇਹ ਵੀ ਗੱਲ ਸਹੀ ਹੈ। ਤੇ ਦੂਜੀ ਗੱਲ ਜਿਹੜੀ ਆਪਾਂ ਕਹਿੰਦੇ ਆ ਕਿ ਬਿਜ਼ਨਸਮੈਨ ਸੋਚਦਾ, ਕਈ ਵਾਰ ਬਿਜ਼ਨਸ ਦੀ ਗੱਲ ਕਰਦੇ, ਮੈਂ ਕਿਸੇ ਦਾ ਫਾਇਦਾ ਨਹੀਂ ਉਠਾਉਣਾ। ਬਿਜ਼ਨਸ ਕਿਸੇ ਨੂੰ ਫਾਇਦਾ ਦੇਣਾ ਆ, ਨਾ ਕਿ ਕਿਸੇ ਦਾ ਫਾਇਦਾ ਉਠਾਉਣਾ ਆ। ਜੇ ਕੋਈ ਬਿਜ਼ਨਸਮੈਨ ਬਿਜ਼ਨਸ ਨਾ ਸ਼ੁਰੂ ਕਰਦਾ, ਤੁਹਾਨੂੰ ਸਰਵਿਸਿਜ਼ ਨਾ ਸਪਲਾਈ ਕਰਦੇ, ਤੁਹਾਨੂੰ ਕੋਈ ਸਰਵਿਸ ਨਾ ਪ੍ਰੋਵਾਈਡ ਕਰਦੇ, ਤੁਸੀਂ ਅੱਜ ਪੈਰਾਂ ਦੇ ਵਿੱਚ ਸ਼ੂਜ਼ ਨਹੀਂ ਸੀ ਪਾਉਣੇ, ਤੁਸੀਂ ਅੱਜ ਕੱਪੜੇ ਨਹੀਂ ਸੀ ਪਾਉਣੇ, ਤੁਸੀਂ ਕਿੱਥੋਂ ਪ੍ਰੋਡਕਟ ਆਪਣੇ ਆਪ ਸਾਰਾ ਪ੍ਰੋਡਕਟ ਬਣਾਉਂਦੇ? ਜੇ ਸਾਰੇ ਹੀ ਇਹ ਚੀਜ਼ ਸੋਚ ਲੈਂਦੇ ਕਿ ਮੈਂ ਤੁਹਾਡੇ ਤੋਂ ਫਾਇਦਾ ਨਹੀਂ ਉਠਾਉਣਾ, ਤੁਹਾਡੇ ਕੋਲ ਕੋਈ ਫੋਨ ਨਹੀਂ ਸੀ ਹੋਣਾ, ਤੁਹਾਡੇ ਕੋਲ ਕੋਈ ਬੁੱਕ ਨਹੀਂ ਹੈਗੀ, ਫਿਰ ਤਾਂ ਕੋਈ ਚੀਜ਼ ਬਣਾਉਂਦਾ ਹੀ ਨਾ। ਬਿਕਾਜ਼ ਹਰ ਬਿਜ਼ਨਸ ਦੀ ਮੈਨ ਦੀ ਸੋਚ ਇਹ ਹੋ ਜਾਂਦੀ, ਯਾਰ ਮੈਂ ਤਾਂ ਫਾਇਦਾ ਉਠਾ ਰਿਹਾ, ਜੇ ਮੈਂ ਸੈੱਲ ਫੋਨ ਤੁਹਾਨੂੰ ਸੈੱਲ ਕਰਨ ਲੱਗ ਗਿਆ ਫਿਰ ਤਾਂ ਜਾਨਵਰ ਕੋਈ ਲੱਭਣਾ ਪੈਣਾ ਵੀ ਚਲੋ ਖਾਲੇ ਦੀ ਲਾਈਏ। ਜੀ ਬਿਲਕੁਲ ਰਾਈਟ। ਸੋ ਇਟਸ ਨਾਟ ਦਾ ਪ੍ਰੋਬਲਮ ਕਿ ਤੁਸੀਂ ਆਪਣੇ ਮਾਈਂਡ ਨੂੰ, ਆਪਣੀ ਸੋਚ ਨੂੰ ਸਹੀ ਕਰੋ। ਬਿਜ਼ਨਸਮੈਨ ਦੀ ਸੋਚ ਜਿਹੜੀ ਆ ਫਾਇਦਾ ਦੇਣਾ ਆ ਦੂਜਿਆਂ ਨੂੰ, ਨਾ ਕਿ ਦੂਜਿਆਂ ਦਾ ਫਾਇਦਾ ਉਠਾਉਣਾ ਹੈ। ਹਾਂ ਨਹੀਂ, ਦੇਖੋ ਉਹਨੂੰ ਫਾਇਦਾ ਦਿੰਦੇ ਆ, ਦੈਨ ਆਪਣਾ ਪ੍ਰੋਫਿਟ ਬਣਾਉਣ ਦਾ ਕੋਈ ਨੁਕਸਾਨ ਨਹੀਂ। ਬਿਲਕੁਲ ਠੀਕ ਹੈ। ਪਰ ਐਨੀਵੇ ਜੀ, ਆਪਣੀ ਜਿਹੜੀ ਗੱਲਬਾਤ ਇਹ ਹੈਗੀ ਆ ਵੀ ਮੈਂ ਚੇਂਜ ਨਹੀਂ ਹੋ ਸਕਦਾ। ਸੰਦੀਪ, ਤੁਸੀਂ ਅੱਜ ਨੈਣੀ ਆਏ ਸੀ ਇੱਥੇ ਐਂਡ ਕੱਲੀ ਇੱਥੇ ਲੈਂਡ ਹੋਏ ਹੋਵੋਗੇ। ਹਾਂਜੀ। ਉਹ ਕਿਹੜੀ ਚੇਂਜ ਸੀ ਜਦੋਂ ਕੈਨੇਡਾ ਆਉਣ ਤੋਂ ਪਹਿਲਾਂ ਹੀ ਸ਼ੁਰੂ ਹੋ ਗਈ ਸੀ ਇੰਡੀਆ ਦੇ ਵਿੱਚ? ਜਿੱਦਾਂ ਪਹਿਲਾਂ ਤਾਂ ਥਾਟ ਪ੍ਰੋਸੈਸ ਉਹਦੇ ਹੁੰਦਾ ਕਿ ਯੂ ਆਰ देयर ਬਾਈ ਯੋਰਸੈਲਫ, ਤੁਹਾਨੂੰ ਤੁਸੀਂ ਇੰਡੀਪੈਂਡੈਂਟ ਦੀ ਨੇ ਗੱਲ ਕੀਤੀ ਹੈਗੀ ਕਿ ਇੰਡੀਪੈਂਡੈਂਟ ਤੁਸੀਂ ਉੱਥੇ ਹੁਣ ਰਹਿਣਾ ਹੈਗਾ ਆ। ਸੋ ਉਹ ਸੋਚ, ਫਿਰ ਆਪਣੀ ਪੂਰੀ ਜ਼ਿੰਮੇਵਾਰੀ ਸ਼ੁਰੂ ਤੋਂ ਆਪਣੀ ਚੱਕਣੀ, ਤੇ ਉਹ ਆਪਾਂ ਇੱਕ ਇੰਡੀਆ ਤੋਂ ਹੀ ਡਿਵੈਲਪ ਕਰਕੇ ਆਉਂਦੇ ਆ। ਮੈਨੂੰ ਸਟਿਲ ਰਿਮੈਂਬਰ ਆ, ਮੈਂ ਸਰਦੀਆਂ ਵਿੱਚ ਆਈ ਸੀ। ਇੰਡੀਆ ਵਿੱਚ ਆਪਾਂ ਜਦ ਕਿਤੇ ਜਾਂਦੇ ਆ, ਆਪਾਂ ਸ਼ੂ ਨਹੀਂ ਰਿਮੂਵ ਕਰਦੇ, ਰਾਈਟ, ਡੋਰ ਦੇ ਉੱਤੇ। ਸੋ ਇੱਥੇ ਆਉਂਦੇ ਜਦ ਤੁਸੀਂ ਜਸਟ ਘਰ ਐਂਟਰ ਹੋਏ, ਸਾਰਿਆਂ ਨੇ ਆਪਣੇ ਆਪਣੇ ਸ਼ੂ ਰਿਮੂਵ ਕੀਤੇ। ਮੈਂ ਆਈ ਜਸਟ ਵਾਚ them, ਤੇ ਮੈਂ ਵੀ ਆਪਣੇ ਰਿਮੂਵ ਕਰਤੇ। ਸੋ ਤੁਸੀਂ ਤਾਂ ਪਹਿਲੇ ਸਟੈਪ ਡੋਰ ਦੇ ਐਂਟਰ ਹੁੰਦੇ ਹੀ ਆਪਣੀ ਇੱਕ ਚੇਂਜ ਹੋਣ ਲਈ ਰੈਡੀ ਆ। ਸੋ ਇਹ ਬਹਾਨਾ ਨਹੀਂ ਚੱਲੂਗਾ ਵੀ ਮੈਂ ਚੇਂਜ ਨਹੀਂ ਹੋ ਸਕਦਾ, ਮੈਂ ਇਦਾਂ ਦਾ ਹੀ। ਤੇ ਬਾਕੀ ਜਦੋਂ ਤੁਹਾਨੂੰ ਫਿਰ ਕੰਮ ਨਹੀਂ ਮਿਲਦਾ, ਤੁਸੀਂ ਕਿੱਦਾਂ ਆਪਣੇ ਫਰੈਂਡ ਸਰਕਲ ਨੂੰ, ਰਿਸ਼ਤੇਦਾਰਾਂ ਨੂੰ, ਸਾਰਿਆਂ ਨੂੰ ਕਹਿੰਦੇ ਆ ਕੋਈ ਜੌਬ ਹੋਈ ਤਾਂ ਦੱਸਿਓ, ਮੈਨੂੰ ਇੰਨੇ ਦਿਨ ਹੋ ਗਏ ਸਾਡਾ ਬੱਚਾ ਆਇਆ ਹੋਇਆ ਆ, ਜਾਂ ਮੇਰੇ ਫੈਮਿਲੀ 'ਚ ਕੋਈ ਆਇਆ ਹੋਇਆ ਆ, ਉਹਨੂੰ ਆਪਾਂ ਕੰਮ ਤੇ ਲਵਾਉਣਾ ਆ। ਆਪਾਂ ਲੋਕਾਂ ਨੂੰ ਪੁੱਛਦੇ ਸੇਫਟੀ ਸ਼ੂ ਹੈਗੇ ਐਕਸਟਰਾ ਦੇ ਦਿਓ, ਰਾਈਟ। ਉੱਥੇ ਪਾਉਣੇ ਬ੍ਰਾਂਡਡ ਸ਼ੂ, ਇੱਥੇ ਆ ਕੇ ਸੇਫਟੀ ਸ਼ੂ। ਆਪਾਂ ਕਹਿੰਦੇ ਮੈਂ ਚੇਂਜ ਨਹੀਂ ਹੋ ਸਕਦਾ। ਆਪਾਂ ਕਹਿੰਦੇ ਕਿ ਅਸੀਂ ਕਿਸੇ ਨਾਲ ਗੱਲ ਨਹੀਂ ਕਰ ਸਕਦੇ ਸੀ, ਕਿਸੇ ਨੂੰ ਕੁਝ ਪੁੱਛ ਨਹੀਂ ਸਕਦੇ ਸੀ, ਸੈਲ ਨਹੀਂ ਕਰ ਸਕਦੇ। ਵੀ ਆਰ ਸੈਲਿੰਗ ਆਵਰਸੈਲਫ। ਮਤਲਬ ਸਾਡੇ ਘਰ ਇੱਕ ਬੱਚਾ ਆਇਆ ਹੋਇਆ, ਉਹਨੂੰ ਜੌਬ ਚਾਹੀਦੀ ਆ, ਜਾਂ ਉਹ ਆਪਾਂ ਜਦੋਂ ਉਹਨਾਂ ਦੇ ਵਿਆਹ ਕਰਨੇ ਆ, ਸਾਡੇ ਕੋਈ ਆਇਆ ਹੋਇਆ, ਜੇ ਕੋਈ ਕੁੜੀ ਹੋਈ ਦੱਸਿਓ, ਮੁੰਡਾ ਹੋਇਆ ਦੱਸਿਓ। ਵੀ ਆਰ ਡੂਇੰਗ ਦੈਟ। ਯਾਰ ਸਾਡੇ ਵਿਆਹ ਹੋਇਆ ਸੀ, ਸੇਲ ਕੀਤੀ ਆ, ਬਿਲਕੁਲ ਰਾਈਟ। ਮੈਂ ਸੇਲ ਕੀਤੀ, ਮਨਜੀਤ ਨੇ ਸਪੈਸ਼ਲੀ ਮੈਂ ਹੀ ਸੇਲ ਕੀਤਾ ਆਪਣੇ ਆਪ। ਸੋ ਮਤਲਬ ਆਪਾਂ ਕਰ ਰਹੇ ਹੈਗੇ ਉਹ ਚੀਜ਼ਾਂ, ਪਰ ਸਾਡੀ ਸੋਸਾਇਟੀ ਨੇ, ਜਿੱਦਾਂ ਆਪਾਂ ਕਹਿ ਰਹੇ ਕਿ ਸਾਡੀ ਜਿਹੜੀ ਐਜੂਕੇਸ਼ਨ ਹੈ ਉਹ ਡਿਫਰੈਂਟ ਤਰੀਕੇ ਦੀ ਹੋਏ ਕਰਕੇ ਅਸੀਂ ਉਸ ਚੀਜ਼ ਨੂੰ ਐਡਮਿਟ ਨਹੀਂ ਕਰ ਰਹੇ। ਬਿਲਕੁਲ। ਐਵਰੀ ਡੇ ਈਵਨ ਨਿੱਕੇ ਬੱਚੇ ਵੀ ਸੈਲ ਕਰਦੇ ਆ, ਈਵਨ ਜਿਹੜੇ ਨਿੱਕੇ ਜਾਂ ਟੋਡਲਰਸ ਹੈਗੇ ਆ, ਦੇ ਸੈਲ देयर ਸੈਲਫ ਟੂ। ਉਹਨਾਂ ਨੂੰ ਤਾਂ ਬਹੁਤ ਵਧੀਆ ਤਰੀਕੇ ਨਾਲ ਸੈਲ ਕਰਨਾ ਆਉਂਦਾ। ਬਿਲਕੁਲ। ਪਰ ਜਦੋਂ ਨਿਆਣਿਆਂ ਨੇ ਕੋਈ ਵੀ ਚੀਜ਼ ਲੈਣੀ ਆ, ਦੇ ਸੈਲ ਡਿਫਰੈਂਟ ਵੇ, ਦੇ ਕਨਵਿੰਸ ਯੈਸ ਵੀ ਓਕੇ ਇਹ ਚੀਜ਼ ਮੈਨੂੰ ਚਾਹੀਦੀ ਹੀ ਚਾਹੀਦੀ ਆ। ਸੋ ਆਪਾਂ ਜਦੋਂ ਹੁਣ ਜੌਬ ਸੈਕਟਰ ਦੇ ਵਿੱਚ ਜਾਂਦੇ ਆ, ਉੱਥੇ ਆਪਾਂ ਆਪਣੀ ਸੈਲ ਹੀ ਕਰਦੇ ਆ। ਆਪਾਂ ਬੰਦਾ ਵੀ ਤਾਂ ਜੇ ਸਬਜ਼ੀਆਂ ਦੀ ਤਰ੍ਹਾਂ ਹੀ ਵਿਕਦਾ, ਕਿਸੇ ਦਾ ਰੇਟ ਹੈਗਾ 15 ਰੁਪਏ, $15 ਪਰ ਆਵਰ, ਕਿਸੇ ਦਾ ਹੈਗਾ $22 ਪਰ ਆਵਰ, ਕਿਸੇ ਦਾ $50 ਪਰ ਆਵਰ, ਕਿਸੇ ਦਾ $2 ਲੱਖ ਪਰ ਈਅਰ। ਸੋ ਇਟ ਮੀਨਸ ਜਿਹੜੀ ਮੇਰੀ ਕੀਮਤ ਆ ਉਹ ਉਸ ਤਰੀਕੇ ਨਾਲ ਹੀ ਪੈਂਦੀ ਹੈ ਜਿੰਨੀ ਮੇਰੀ ਵੈਲਿਊ ਹੈਗੀ ਮਾਰਕੀਟ ਦੇ ਵਿੱਚ। ਸੋ ਇਹ ਨਾ ਕਹੋ ਵੀ ਮੈਂ ਸੇਲਜ਼ਮੈਨ ਨਹੀਂ, ਤੁਸੀਂ ਸੇਲਜ਼ਮੈਨ ਆ ਅਨਨੋਇੰਗਲੀ। ਬਿਲਕੁਲ ਠੀਕ ਹੈ। ਹੁਣ ਤੁਸੀਂ ਲੈਟਸ ਸੀ ਇੱਕ ਹੋਰ ਤਰੀਕੇ ਇਹ ਤੋਂ ਵਿਰਾਜ ਮੈਨੂੰ ਬਹੁਤ ਵਧੀਆ ਐਗਜ਼ਾਮਪਲ ਯਾਦ ਆਈ ਆ। ਜਿਵੇਂ ਆਪਾਂ ਸਟੋਰ ਦੇ ਵਿੱਚ ਵੀ ਜਾਂਦੇ ਆ, ਉੱਥੇ ਇੱਕੋ ਹੀ ਤਰ੍ਹਾਂ ਦੇ ਐਪਲ ਨਹੀਂ ਹੈਗੇ। ਮਤਲਬ ਕੋਈ ਐਪਲ ਆ ਉਹ 129 ਦਾ, ਕੋਈ ਐਪਲ $2 $2 ਕੁਛ ਸੈਂਟ ਦਾ, ਹਨਾ। ਜਿੰਨੀ ਵਧੀਆ ਉਹਦੀ ਪੈਕੇਜਿੰਗ ਆ,
ਕਈਆਂ ਨੂੰ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਉਹਦੀ ਉੱਪਰ quality ਈਚ ਆ। ਨੂੰ ਪੈਕ ਕੀਤਾ ਆ ਜਾਂ ਹਨਾ ਉਹਦੀ ਕੁਆਲਿਟੀ ਆ ਵੀ ਕਿਹੋ ਜਿਹਾ ਉਹਦਾ ਟੈਕਸਚਰ ਹੈਗਾ। ਜੀ ਸੋ ਸੇਮ ਵੇ ਜਿਵੇਂ ਫਰੂਟ ਸਬਜ਼ੀਆਂ ਗੋਭੀ ਉਹੀ ਆ ਪਰ ਹਰੇਕ ਸਟੋਰ ਦਾ ਡਿਫਰੈਂਟ ਰੇਟ ਆ ਜਾਂ ਉਹਦੀ ਕੁਆਲਿਟੀ ਤੇ ਡਿਪੈਂਡ ਆ ਕਈ ਗੋਭੀ ਖਿੰਡਰੀ ਜਿਹੀ ਹੁੰਦੀ ਆ ਕਈ ਬੜੀ ਵਧੀਆ ਹੁੰਦੀ, ਲੈ ਵੀ ਆ ਲੈ ਲਓ ਬੇਸ਼ੱਕ ਪੰਜਾਂ ਦਾ ਫੁੱਲ ਆ ਇਹ, ਤੇ ਕਈ ਹੁੰਦੀ ਖਿੰਡਰੀ ਜੀ, ਉਹ $2 ਦਾ ਫੁੱਲ ਵੀ ਨਹੀਂ ਰਹਿਣ ਦੋ, ਅਸੀਂ ਨਹੀਂ ਲੈਣਾ। ਇਵੇਂ ਹੀ ਆਪਾਂ ਆ ਸੋ ਸਾਰਿਆਂ ਦਾ ਰੇਟ ਸੇਮ ਨਹੀਂ। ਕਿਸੇ ਨੂੰ ਮੇਬੀ $12 ਪਰ ਆਵਰ ਮਿਲਦੇ ਆ, ਕਿਸੇ ਨੂੰ ਮੇਬੀ $20 ਪਰ ਆਵਰ ਮਿਲ ਜਾਂਦੇ, ਕਿਸੇ ਨੂੰ $50 ਵੀ ਮਿਲ ਜਾਂਦੇ ਆ। ਨਹੀਂ ਦੇਖੋ ਜਿਹੜੇ ਹੁਣ ਬਿਲੀਅਨਸ ਬਣਾਉਂਦੇ ਆ ਉਹਨਾਂ ਦਾ ਆਪਣਾ ਰੇਟ ਹੈ ਮਾਰਕੀਟ ਦਾ, ਉਹ ਬਿਲੀਅਨਸ ਡਾਲਰ ਦੇ ਵਰਥ ਨਹੀਂ ਆਪਣੀ ਵੈਲਿਊ ਕ੍ਰੀਏਟ ਕੀਤੀ ਹੋਈ ਆ। ਤਾਂ ਕੋਈ ਬਣਾਉਂਦਾ ਆ 20,000 30,000, ਸੋ ਉਹ ਉਨੀ ਵੈਲਿਊ ਆ। ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਕ੍ਰੀਏਟ ਨਹੀਂ ਇਨਕਰੀਜ਼ ਨਹੀਂ ਕਰ ਸਕਦੇ, ਯੂ ਕੈਨ ਇਨਕਰੀਜ਼ ਐਟ ਐਵਰੀ ਸਟੈਪ ਐਵਰੀ ਟਾਈਮ, ਬਟ ਯੂ ਹੈਵ ਟੂ ਥਿੰਕ ਡਿਫਰੈਂਟ। ਸੋ ਆਪਾਂ ਉਹਦੀ ਪ੍ਰਾਈਸ ਪੇ ਕਰਨ ਲਈ ਉਦੋਂ ਰੈਡੀ ਹੁੰਦੇ ਆ ਨਾ ਜਦੋਂ ਆਪਾਂ ਨੂੰ ਉਹ ਦੇਖਣ ਨੂੰ ਵੀ ਚੰਗਾ ਲੱਗਦਾ ਵੀ ਹਾਂ ਵੀ ਜੇ ਇਹਦੀ ਪ੍ਰਾਈਸ ਵੱਧ ਆ ਪਰ ਇਹਦੀ ਵੈਲਿਊ ਸੱਚੀ ਜ਼ਿਆਦਾ ਆ, ਆਪਾਂ ਮਹਿੰਗੇ ਵਾਲਾ ਹੀ ਖਰੀਦ ਕੇ ਲਿਆਉਨੇ ਆ। ਰਾਈਟ। ਇਸੇ ਤਰੀਕੇ ਦੇ ਨਾਲ ਇਨਸਾਨ ਆ, ਜਿਵੇਂ ਜਿਵੇਂ ਉਹਨੇ ਆਪਣੀ ਵੈਲਿਊ ਵਧਾਈ ਜਾਣੀ ਆ ਉਹਨੂੰ ਰੇਟ ਬਾਹਰ ਦੇਣ ਲਈ ਹਰ ਕੋਈ ਰੈਡੀ ਆ। ਬਿਲਕੁਲ। ਦੇਖੋ ਜੀ ਕਈ ਵਾਰੀ ਸੰਦੀਪ ਇਦਾਂ ਹੁੰਦਾ ਨਾ ਕੰਮਾਂ-ਕਾਰਾਂ ਤੇ, ਓਕੇ ਇਹ ਕੰਪਨੀ ਪੇ ਨਹੀਂ ਕਰਦੀ, ਇਹ ਤਾਂ ਕੱਖ ਨਹੀਂ ਪੇ ਕਰਦੀ, ਬਸ ਥੋੜੇ ਜਿਹੇ ਪੈਸੇ ਪੇ ਕਰਦੀ ਆ, ਪਰ ਤੁਸੀਂ ਕਦੇ ਕਿਸੇ ਨੂੰ ਪੁੱਛਿਆ ਵੀ ਕੰਪਨੀ ਸੱਚੀ ਥੋੜੇ ਪੇ ਕਰਦੀ ਆ ਕਿ ਤੁਹਾਨੂੰ ਹੀ ਪੇ ਕਰਦੀ ਆ? ਬਿਲਕੁਲ ਉਹੀ ਜਿੱਦਾਂ ਦੀਨ ਨੇ ਕਿਹਾ ਕਿ ਤੁਹਾਡੀ ਆਪਣੀ ਵੈਲਿਊ, ਤੁਸੀਂ ਕੀ ਵੈਲਿਊ ਐਡ ਕਰ ਰਹੇ ਕੰਪਨੀ ਦੇ ਵਿੱਚ। ਜੇ ਵਿੱਚ ਤੁਸੀਂ ਜਸਟ ਇੱਕ ਪੈਕ ਹੀ ਕਰ ਰਹੇ ਹੈਗੇ ਆ ਤੇ ਉਹ ਤੁਹਾਨੂੰ ਉਹ ਪੈਕਿੰਗ ਦਾ ਹੀ ਆਉਣਾ ਆ, ਪਰ ਇੱਕ ਜਿਹੜਾ ਹੈਗਾ ਆ ਉਹ ਪੂਰੀ ਕੁਆਲਿਟੀ ਚੈੱਕ ਕਰ ਰਿਹਾ ਹੈਗਾ ਆ ਤੇ ਉਹਨੂੰ ਉਹਦਾ ਪੇ ਹੋਣਾ। ਇੱਕ ਹੈਗਾ 40 ਬੰਦਿਆਂ ਨੂੰ ਸੁਪਰਵਾਈਜ਼ ਕਰ ਰਿਹਾ ਹੈਗਾ ਆ, ਉਹਨੂੰ ਉਹਨਾਂ ਪੇ ਹੋਣਾ ਆ। ਇੱਕ ਹੈਗਾ ਕਿ ਪੂਰੀ ਟੀਮ ਨੂੰ ਸੁਪਰਵਾਈਜ਼ ਕਰ ਰਿਹਾ, ਮੈਨੇਜ ਕਰ ਰਿਹਾ ਪੂਰੀ ਫੈਕਟਰੀ ਨੂੰ, ਤੇ ਉਹਨੇ ਵੈਲਿਊ ਉਹ ਦੇ ਰਿਹਾ ਉਸ ਫੈਕਟਰੀ ਨੂੰ, ਤੇ ਉਹਨੂੰ ਉਹਦੀ ਉਸ ਵੈਲਿਊ ਦੇ ਹਿਸਾਬ ਨਾਲ ਉਹਨੂੰ ਪੇ ਹੋਣਾ। ਸੋ ਤੁਸੀਂ ਕੀ ਵੈਲਿਊ ਐਡ ਕਰ ਰਹੇ ਹੈਗੇ ਆ ਤੇ ਉਹੀ ਤੁਹਾਡੀ ਵੈਲਿਊ ਉਸ ਟਾਈਮ ਫਿਰ। ਸੋ ਇਹਦਾ ਮਤਲਬ ਇਹ ਆ ਵੀ ਕੰਪਨੀ ਪੇ ਕਰਨ ਲਈ ਰੈਡੀ ਆ, ਪਰ ਤੁਹਾਡੀ ਵੈਲਿਊ ਹੈਗੀ ਆ ਜੋ ਕੰਪਨੀ ਪੇ ਕਰੂਗੀ। ਦੈਟਸ ਇਟ। ਠੀਕ ਹੈ। ਲੈਟਸ ਸੀ ਹੁਣ ਬੜੀ ਵਧੀਆ ਐਗਜ਼ਾਮਪਲ ਆਪਾਂ ਤੁਹਾਨੂੰ ਦਿੰਦੇ ਆ, ਆਮ ਤੌਰ ਤੇ ਆਪਾਂ ਸੁਣਦੇ ਵੀ ਆ ਆਪਣੇ। ਇੱਕ ਇਹ ਪ੍ਰਤੱਖ ਜਿਹੜੀ ਆ ਐਗਜ਼ਾਮਪਲ ਹੈ ਵੀ, ਆਪਾਂ ਦੇਖੀ ਵੀ ਆ। ਇੱਕ ਡਾਕਟਰ ਆਉਂਦਾ ਇੰਡੀਆ ਤੋਂ, ਠੀਕ ਹੈ ਜੀ, ਐਂਡ ਹੀ ਇਜ਼ MBBS ਡਾਕਟਰ, ਹੀ ਇਜ਼ ਅ ਵੈਲ ਕੁਆਲੀਫਾਈਡ ਡਾਕਟਰ, ਪਰ ਉਹ ਚਲੇ ਜਾਂਦਾ ਜਾ ਕੇ ਇੱਕ ਪੈਕੇਜਿੰਗ ਕੰਪਨੀ ਦੇ ਵਿੱਚ, ਠੀਕ ਹੈ ਜੀ, ਉੱਥੇ ਉਹਨੂੰ ਮਿਲਦੇ $15। ਸੋ ਉਹਦੀ ਵੈਲਿਊ ਕੀ ਹੋਈ? $15 $15। ਇਟਸ ਨਾਟ MBBS ਜੀ। ਜੇ ਉਹਨੇ MBBS ਦੀ ਪ੍ਰੈਕਟਿਸ ਕਰੂਗਾ ਉਹਨੂੰ ਉਸ ਖੇਤਰ ਦੇ ਵਿੱਚ ਜਾਣਾ ਹੀ ਪੈਣਾ। ਬਿਲਕੁਲ। ਠੀਕ ਹੈ ਜੀ। ਸੋ ਇਹ ਨਹੀਂ ਹੈਗਾ ਕਿ ਮੋਸਟ ਆਫ ਦ ਟਾਈਮ ਉਹ ਕੰਪਨੀ ਪੇ ਕਰਕੇ ਰਾਜੀ ਨਹੀਂ, ਕੰਪਨੀ ਲਵ ਟੂ ਪੇ ਯੂ, ਬਟ ਤੁਹਾਡੀ ਵੈਲਿਊ ਹੈਗੀ ਉਨੀ ਜਿੰਨੀ ਜੋ ਉਹ ਕੰਪਨੀ ਤੁਹਾਨੂੰ ਪੇ ਕਰ ਦੇਵੇ। ਜੇ ਤੁਹਾਨੂੰ ਉਹ $20-25 ਪਰ ਆਵਰ ਪੇ ਕਰਦੀ ਹੈ, ਕੰਪਨੀ ਕਹਿੰਦੀ ਯੂ ਮੇਕ $50 ਫॉर ਮੀ, ਦੈਨ ਆਈ'll ਪੇ ਯੂ 25। ਬਿਲਕੁਲ। ਇੱਕ ਹੋਰ ਆਪਾਂ ਕੰਮਾਂ ਕਰਾਂ ਤੇ ਆਪਾਂ ਦੇਖਦੇ ਆਪਾਂ 2 ਵੀਕਾਂ ਬਾਅਦ ਚੈੱਕ ਮਿਲਦਾ। ਇਹ ਕਿਉਂ ਮਿਲਦਾ? ਪਹਿਲੇ ਦਿਨ ਕਿਉਂ ਨਹੀਂ ਦਿੰਦੇ ਉਹ? ਕਿਉਂਕਿ ਪਹਿਲਾਂ ਉਹ ਕੀ ਕਹਿੰਦੇ ਆ ਵੀ ਓਕੇ ਪਹਿਲਾਂ ਮੇਰੇ ਲਈ ਮਨੀ ਬਣਾ, ਤੁਹਾਡੀ ਮਨੀ ਚੋਂ ਹੀ ਤੁਹਾਨੂੰ ਮਨੀ ਦੇ, ਮਨੀ ਚੋਂ ਤੁਹਾਨੂੰ ਮਨੀ ਦੇ ਦੇਣੀ। ਇਹ ਨਹੀਂ ਹੈਗਾ ਵੀ ਓਕੇ ਅਸੀਂ ਤੁਹਾਨੂੰ ਅੱਜ ਪਹਿਲੇ ਦਿਨ ਹੀ ਚੈੱਕ ਦੇ ਦਈਏ, ਉਹ ਤਾਂ ਫਿਰ ਆਪਣੇ ਕੋਲੋਂ ਦੇਣਾ ਪਊਗਾ ਉਹਨਾਂ ਨੂੰ। ਫਸਟ ਉਹ ਕੰਮ ਕਰਾਉਂਦੇ ਆ, ਉਹਦੀ ਮਨੀ ਆ ਜਾਂਦੀ ਹੈ, ਦੈਨ ਦੇ ਪੇ। ਸੋ ਆਪਾਂ ਹੁਣ ਵਾਪਸ ਆਉਂਦੇ ਆ ਐਂਟਰਪ੍ਰੈਨਿਓਰਸ਼ਿਪ ਤੇ। ਜੀ ਬਿਲਕੁਲ। ਕਿਉਂਕਿ ਆਪਾਂ ਵੀ ਐਂਟਰਪ੍ਰੈਨਿਓਰ ਹੈਗੇ, ਠੀਕ ਆ, ਵੀ ਆਰ ਵਰਕਿੰਗ ਹਾਰਡ, ਵੀ ਵਰਕਿੰਗ consciously about this thing, and ਲੋਕਾਂ ਨੇ ਟੀਚਰਾਂ ਵੀ ਕੀਤੀਆਂ, they made a fun of us। ਚਲੋ ਕੋਈ ਨਹੀਂ, ਇਹ ਉਹਨਾਂ ਦਾ ਸੁਭਾਅ ਆ। ਠੀਕ ਹੈ। ਕਈ ਵਾਰੀ ਉਹ ਜਿਹੜੀਆਂ ਟੀਚਰਾਂ ਆ ਉਹ ਤੁਹਾਨੂੰ ਬਿਜ਼ਨਸ, ਕੋਈ ਵੀ ਚੀਜ਼ ਆ ਨਾ, ਉਹ ਤੁਹਾਨੂੰ ਬਿਲਡ ਕਰਨ, ਬਿਜ਼ਨਸ ਬਿਲਡ ਕਰਨ ਲਈ ਉਤਸ਼ਾਹਿਤ ਵੀ ਕਰਦੀ ਆ। ਸੋ ਗੱਲ ਇਹ ਆ ਜਾਂਦੀ ਆ ਵੀ ਜਦੋਂ ਹੁਣ ਮੈਂ ਬਿਜ਼ਨਸ ਬਿਲਡ ਕਰਨਾ ਤਾਂ ਫਰਸਟ ਸਟੈਪ ਕੀ ਹੈਗਾ ਆ, ਹਾਊ ਟੂ ਚੇਂਜ ਅ ਮਾਈਂਡਸੈਟ। ਪਰ ਉਹ ਮਾਈਂਡਸੈਟ ਚੇਂਜ ਕਰਨ ਲਈ ਪਹਿਲੀ ਚੀਜ਼ ਆਪਾਂ ਨੂੰ ਕਿਹੜੀ ਚੇਂਜ ਕਰਨੀ ਹੈ? ਲੱਗਦਾ ਵੀ ਐਸੋਸੀਏਸ਼ਨ ਚੇਂਜ ਕਰਨੀ ਪਊਗੀ, ਕਿ ਸੋਚ ਚੇਂਜ ਕਰਨੀ ਪਊਗੀ, ਵਿਜ਼ਨ ਚੇਂਜ ਕਰਨੀ ਪਊਗੀ, ਮੈਂ ਕਿੱਥੇ ਜਾਣਾ, ਮੈਨੂੰ ਕੀ ਚਾਹੀਦਾ ਜ਼ਿੰਦਗੀ ਦੇ ਵਿੱਚ। ਬੋਥ, ਜੋ ਤੁਸੀਂ ਕਈਆਂ 2-3 ਚੀਜ਼ਾਂ, ਸੋ ਸਾਰੀਆਂ ਇਹ ਚੇਂਜ ਕਰਨੀਆਂ ਪਊਗੀਆਂ। ਜੇ ਮੈਂ ਐਸੋਸੀਏਸ਼ਨ ਚੇਂਜ ਕਰੂੰਗੀ ਐਂਡ ਜਿਸ ਫੀਲਡ ਵੱਲ ਨੂੰ ਮੈਂ ਜਾਣਾ ਉਸ ਫੀਲਡ ਦੀ ਮੈਨੂੰ ਇਨਫੋਰਮੇਸ਼ਨ ਲੈਣੀ ਪਊਗੀ, ਉਸ ਹਿਸਾਬ ਦੇ ਨਾਲ ਹੀ ਮੇਰੀ ਸੋਚ ਚੇਂਜ ਹੋਊਗੀ। ਜੇ ਮੈਂ ਉਹਨੂੰ ਸਿੱਖਣਾ ਨਹੀਂ ਆ ਤੇ ਦੈਨ ਕਹਿੰਦੇ ਨਹੀਂ ਫਰਸਟ ਯੂ ਲਰਨ ਦੈਨ ਯੂ ਅਰਨ। ਸੋ ਜੇ ਅਸੀਂ ਲਰਨ ਕਰਾਂਗੇ ਅਸੀਂ ਕੁਝ ਵੀ ਸਿੱਖ ਸਕਦੇ ਆ, ਤੇ ਬਿਜ਼ਨਸ ਵੀ ਸੇਮ ਥਿੰਗ ਆ। ਸੋ ਸਟਾਰਟ ਕਰਕੇ ਜੇ ਅਸੀਂ ਐਸੋਸੀਏਸ਼ਨ ਬਿਜ਼ਨਸ ਵਾਲਿਆਂ ਦੀ ਕਰਾਂਗੇ ਐਂਡ ਰੀਡ ਕਰਾਂਗੇ, ਲਿਸਨ ਕਰਾਂਗੇ, ਸਿੱਖਾਂਗੇ ਇਹਨੂੰ,
ਅਸੀਂ ਇਸ ਬਿਜ਼ਨਸ ਨੂੰ ਵੀ ਸਿੱਖ ਸਕਦੇ ਹਾਂ। ਪਰ ਬਹੁਤ ਹੀ ਸਿੰਪਲ ਆ ਐਂਟਰਪ੍ਰੀਨਿਓਰਸ਼ਿਪ ਐਂਡ ਦੂਜੇ ਜਿਹੜੇ ਇਹਦੇ ਰਿਵਾਰਡਸ ਆ। ਸੋ ਮੈਂ ਉਹ ਜ਼ਰੂਰ ਐਟ ਦੀ ਐਂਡ ਕਹਿਣਾ ਚਾਹੂੰਗੀ ਕਿ ਜਿੰਨੀ ਵੀ ਕੋਈ ਮਰਜ਼ੀ ਬਾਹਰ ਵਧੀਆ ਜੌਬ ਹੋਵੇ, ਪਰ ਜੋ ਇੱਕ ਆਪਣਾ ਬਿਜ਼ਨਸ ਤੁਹਾਨੂੰ ਦੇ ਸਕਦਾ ਨਾ, ਟਾਈਮ ਫਰੀडम ਜਿਹੜੀ ਦੇ ਸਕਦਾ, ਇੱਕ ਮਨੀ ਦੀ ਫਰੀडम ਦੇ ਸਕਦਾ, ਇੱਕ ਫਲੈਕਸੀਬਿਲਿਟੀ ਦੇ ਸਕਦਾ ਐਂਡ ਇੱਕ ਲਾਈਫ ਸਟਾਈਲ ਜਿਹੜਾ ਇੱਕ ਬਿਜ਼ਨਸ ਦੇ ਸਕਦਾ, ਕੋਈ ਜੌਬ ਤੁਹਾਨੂੰ ਉਹ ਪ੍ਰੋਵਾਈਡ ਨਹੀਂ ਕਰ ਸਕਦੀ। ਸੋ ਸਪੈਸ਼ਲੀ ਫॉर ਲੇਡੀਜ਼, ਜਿੱਥੇ ਅਸੀਂ ਫੈਮਿਲੀ ਦੀ ਵੀ ਟੇਕ ਕੇਅਰ ਕਰਨੀ ਹੁੰਦੀ ਆ, ਆਪਣੀ ਵੀ ਨਾਲ ਦੀ ਨਾਲ ਕਰ ਸਕਦੇ ਹਾਂ ਤੇ ਆਪਣੀ ਫੈਮਿਲੀ ਦੀ ਵੀ ਕਰ ਸਕਦੇ ਹਾਂ, ਪਰ ਨਾਲ ਦੀ ਨਾਲ ਅਸੀਂ ਇਨਕਮ ਨੂੰ ਇੰਜੋਏ ਵੀ ਕਰ ਸਕਦੇ ਹਾਂ। ਸੰਦੀਪ ਤੁਸੀਂ ਕੀ ਕਹਿਣਾ ਚਾਹੋਗੇ ਬਈ? ਡਿਟੋ ਟੂ ਮਨਜੀਤ ਜੀ, ਬਹੁਤ ਵਧੀਆ ਇਹਨਾਂ ਨੇ ਕਿਹਾ ਹੈਗਾ। ਸਪੈਸ਼ਲੀ ਜੇ ਅਸੀਂ ਇੱਕ ਲੇਡੀ ਦੇ ਪਰਸਪੈਕਟਿਵ ਤੋਂ ਕਹੀਏ, ਦਿਸ ਇਜ਼ ਦਾ ਬੈਸਟ ਓਪਰਚੁਨਿਟੀ। ਕੋਈ ਰਿਸਕ ਨਹੀਂ ਹੈਗਾ, ਕੋਈ ਤੁਹਾਨੂੰ ਫਾਈਨੈਂਸ਼ੀਅਲ ਸਟ੍ਰੈਸ ਨਹੀਂ ਹੈਗੀ। ਜੇ ਤੁਸੀਂ ਕੰਮ ਕਰ ਰਹੇ ਹੋ ਉਹਦੇ ਨਾਲ ਕਰ ਸਕਦੇ ਹੈਗੇ, ਪਾਰਟ ਟਾਈਮ ਓਪਰਚੁਨਿਟੀ ਹੈਗੀ ਆ। ਪੀਪਲ ਆਰ देयर ਟੂ ਗਾਈਡ ਯੂ। ਸੋ ਬਹੁਤ ਵਧੀਆ, ਬਹੁਤ ਹੀ ਇੱਕ ਆਮ ਬੰਦੇ ਦਾ ਡ੍ਰੀਮ ਬਿਲਡਿੰਗ ਜਿਹੜਾ ਹੈਗਾ ਆ ਉਹ ਕਰ ਸਕਦਾ ਇਹਦੇ ਵਿੱਚ। ਹਾਂਜੀ, ਸੋ ਐਂਡ ਤੇ ਆਪਾਂ ਇਹੀ ਗੱਲ ਕਹਾਂਗੇ ਵੀ ਐਂਟਰਪ੍ਰੀਨਿਓਰਸ਼ਿਪ ਜਿਹੜੀ ਆ ਇਟਸ ਮੋਸਟ ਇੰਪੋਰਟੈਂਟ ਥਿੰਗ। ਇੱਕ ਤਾਂ ਇਹਦੇ ਨਾਲ ਕੀ ਆ ਪਰਸਨਲ ਡਿਵੈਲਪਮੈਂਟ ਹੁੰਦੀ ਆ, ਦੂਜੀ ਆਪਾਂ ਫਾਈਨੈਂਸ਼ੀਅਲ ਪ੍ਰੋਸਪੈਰਿਟੀ ਜਿਹੜੀ ਆ ਕ੍ਰੀਏਟ ਕਰਦੇ ਆ ਆਪਣੀ ਜ਼ਿੰਦਗੀ ਦੇ ਵਿੱਚ। ਸੋ ਮੋਸਟ ਆਫ ਦਾ ਟਾਈਮ ਜਿਹੜੇ ਲੋਕ ਜਦੋਂ ਆਪਾਂ ਸੋਚਦੇ ਆ, ਸਾਰੇ ਸੋਚਦੇ ਆ ਵੀ ਲੋਕ ਕੀ ਕਹਿਣਗੇ, ਪਹਿਲੀ ਗੱਲ ਤਾਂ ਇਹਨੂੰ ਆਪਣੇ ਮਨ ਚੋਂ ਬਾਹਰ ਕੱਢ ਦਿਓ। ਲੋਕ ਕੁਝ ਨਹੀਂ ਸੋਚਦੇ ਬਿਕਾਜ਼ ਦੇ ਆਰ ਟੂ ਬਿਜ਼ੀ। ਉਹਨਾਂ ਨੂੰ ਆਪਣੇ ਬਾਰੇ ਨਹੀਂ ਪਤਾ ਉਹ ਕੌਣ ਆ, ਤਾਂ ਉਹ ਤੁਹਾਡੇ ਬਾਰੇ ਕੀ ਸੋਚਣਗੇ। ਠੀਕ ਹੈ। ਤੇ ਸੈਕੰਡ ਥਿੰਗ ਜਿਹੜੀ ਆਪਾਂ ਨੂੰ ਚੇਂਜ ਕਰਨੀ ਪਊਗੀ ਤਾਂ ਮਾਈਂਡਸੈਟ। ਬਿਜ਼ਨਸ ਮੈਂ ਚਾਹੁੰਦਾ ਪਰ ਮੈਨੂੰ ਮਾਈਂਡਸੈਟ ਨਾ ਚੇਂਜ ਹੋਵੇ, ਇਹ ਵੀ ਨਹੀਂ ਹੋਣਾ। ਮਾਈਂਡਸੈਟ ਚੇਂਜ ਕਰੋ। ਥਰਡ ਥਿੰਗ ਹੈਗੀ ਆ ਆਪਣੀਆਂ ਜਿਹੜੀਆਂ, ਤੁਸੀਂ ਦੇਖੋ ਜੋ ਤੁਸੀਂ ਸ਼ਾਪਿੰਗ ਅੱਜ ਕਰ ਰਹੇ ਆ, ਕੀ ਤੁਸੀਂ ਉਹ 'ਚ ਮਨੀ ਬਣਾ ਸਕਦੇ ਆ? ਕਈ ਵਾਰ ਆਪਾਂ ਉਹ ਨਹੀਂ ਬਿਜ਼ਨਸ, ਦੇਖੋ ਗੱਲ ਇਹ ਆ ਐਵਰੀਥਿੰਗ ਇਜ਼ ਗੋਜ਼ ਆਨਲਾਈਨ ਐਂਡ ਸਾਡੀਆਂ ਅੱਖਾਂ ਦੇ ਸਾਹਮਣੇ 1 ਸਾਲ ਦੇ ਵਿੱਚ ਜਿਹੜੀ ਡਰਾਸਟਿਕ ਚੇਂਜ ਹੋਈ ਆ, ਜਿੱਥੇ ਅਸੀਂ ਕੁਝ ਨਹੀਂ ਕਰ ਸਕੇ, ਜਸਟ ਵਾਚ ਇਟ। ਹੁਣ ਜੇ ਸ਼ਾਪਿੰਗ ਆਨਲਾਈਨ ਜਾ ਚੁੱਕੀ ਆ, ਕੈਨ ਯੂ ਮੇਕ ਮਨੀ ਆਊਟ ਆਫ ਦੈਟ? ਯੂ ਟੈਲ ਮੀ ਐਨੀਵਨ ਹੂ ਮੇਕਸ ਮਨੀ ਵੈਨ ਦੇ ਜਸਟ ਸਟਾਰਟ ਬਾਇੰਗ ਫਰਮ ਆਨਲਾਈਨ? ਨੋ ਵੇ। ਸੋ ਉਹਦੇ ਵਿੱਚ ਕੀ ਆ, ਅਸੀਂ ਵੀ ਪੁੱਟ ਯੂ ਗਾਈਜ਼ ਇਨ ਦ ਮਿਡਲ, right? We move, we positioning yourself. We position you in the middle. So moving from consumer to in the middle means prosumer. That's the most important thing. ਜਦੋਂ ਤੁਹਾਡਾ ਕੋਈ ਲਿੰਕ ਤੁਹਾਡਾ ਕਿਸੇ ਮੈਨੂਫੈਕਚਰਰ ਦੇ ਨਾਲ ਜੁੜ ਗਿਆ, then you can make money. It's bad thing? No, it's a wonderful thing. Because money ਦੀ ਜਿਹੜੀ ਇਕੁਐਲਿਟੀ ਜਿਹੜੀ ਆ ਅੱਜ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ money is going one way. It's not coming ਵਾਪਸ ਨਹੀਂ ਆ ਰਹੀ, ਇਟਸ ਨਾਟ ਕਮਿੰਗ ਬੈਕ, ਇਟਸ ਗੋਇੰਗ ਵਨ ਵੇ। ਸੋ ਆਪਾਂ ਨੂੰ ਕੀ ਆ, ਉਹਨੂੰ ਚੇਂਜ ਕਰਨ ਦੀ ਲੋੜ ਆ ਵੀ ਆਪਾਂ ਡਿਸਟ੍ਰੀਬਿਊਟ ਕਰ ਰਹੇ ਆ ਲੋਕਾਂ ਦੇ ਵਿੱਚ ਜਿਹੜੀ ਮਨੀ ਇੱਕ ਪਾਸੇ ਜਾ ਰਹੀ ਆ ਵੱਡੀਆਂ ਕਾਰਪੋਰੇਸ਼ਨਸ ਨੂੰ, ਥੋੜੇ ਜਿਹੇ ਹੱਥਾਂ ਦੇ ਵਿੱਚ ਜਿਹੜੀ ਮਨੀ ਆ ਹਾਂ, ਉਹਨੂੰ ਮੋਰ ਡਿਸਟ੍ਰੀਬਿਊਟ ਕਿਸ ਤਰੀਕੇ ਨਾਲ ਕੀਤਾ ਜਾ ਸਕਦਾ, ਡਿਸਟ੍ਰੀਬਿਊਸ਼ਨ ਕਿੱਦਾਂ ਕੀਤਾ ਜਾਵੇ ਸੋ ਹੋਰ ਲੋਕ ਜਿਹੜੇ ਆ ਪ੍ਰੋਸਪਰ ਰਹਿ ਸਕਣ। ਉਹਦਾ ਫਾਇਦਾ ਕੀ ਹੈਗਾ? ਜੇ ਸਮਾਜ ਪ੍ਰੋਸਪਰ ਹੈਗਾ ਉੱਥੇ ਸ਼ਾਂਤੀ ਆ, ਉੱਥੇ ਜਿਹੜਾ ਆ ਉਹ ਸਮਾਜ ਦੇ ਵਿੱਚ ਰਹਿਣਾ ਖੁਸ਼ਗਵਾਰ ਹੋ ਜਾਂਦਾ। ਬਿਲਕੁਲ। ਜਦੋਂ ਤੁਸੀਂ ਬਾਹਰ ਦੇਖੋਗੇ ਲੋਕਾਂ ਦੇ ਵਿੱਚ, ਜਿੱਦਾਂ ਬਿਲ ਬ੍ਰਿਟ ਵੀ ਇੱਕ ਗੱਲ ਕਹਿੰਦਾ ਹੁੰਦਾ, ਜਦੋਂ ਸਿਟੀ ਮੈਨੇਜਰ ਸੀ ਸਾਰਿਆਂ ਨਾਲੋਂ ਵੱਧ ਕ੍ਰਾਈਮ ਉੱਥੇ ਹੁੰਦਾ ਸੀ ਜਿੱਥੇ ਗਰੀਬੀ ਆ। ਉੱਥੇ ਰੈੱਡ ਪੈਨ ਜਿਹੜੀਆਂ ਸੀਗੀਆਂ ਜ਼ਿਆਦਾ, ਜਿਹੜੀਆਂ ਸੀ ਥੰਬਨੇਲ ਜਿਹੜੀਆਂ ਉੱਥੇ ਜ਼ਿਆਦਾ ਲੱਗਦੀਆਂ ਸੀਗੀਆਂ। ਤਾਂ ਉਹਦਾ ਜਿਹੜੀ ਮਨੀ ਆ ਇਹ ਇੱਕ ਬਲੈਸਿੰਗ ਆ, ਇਹ ਬੈਡ ਥਿੰਗ ਨਹੀਂ ਹੈਗੀ। ਜ਼ਿਆਦਾ ਮਨੀ ਹੋਊਗੀ ਉਨਾ ਹੀ ਲੋਕਾਂ ਦੀ ਤੁਸੀਂ ਜ਼ਿਆਦਾ ਮਦਦ ਕਰ ਸਕਦੇ ਆ। ਸੋ ਆਪਾਂ ਇਹੀ ਕਹਿੰਦੇ ਆ, ਤੁਹਾਨੂੰ ਸੱਦਾ ਦਿੰਦੇ ਆ, ਜੇ ਤੁਹਾਨੂੰ ਹੋਰ ਜਾਣਕਾਰੀ ਦੀ ਲੋੜ ਹੈਗੀ ਆ ਤੁਸੀਂ ਸਾਨੂੰ ਕਾਲ ਕਰ ਸਕਦੇ ਆ, ਮਨਜੀਤ ਨੂੰ ਕਾਲ ਕਰ ਸਕਦੇ ਆ 6472193660 ਐਂਡ ਸੰਦੀਪ You can call me at 416-602-7504. ਠੀਕ ਹੈ ਜੀ। ਔਰ ਤੁਸੀਂ ਜਾਂ ਮੈਨੂੰ ਕਾਲ ਕਰ ਸਕਦੇ ਆ 4165655900। ਸੋ ਆਪਾਂ ਲਓ ਆ ਜਾ ਕੰਮ ਕਰਦੇ ਆ ਇਕੱਠੇ ਹੋ ਕੇ, ਲੈਟਸ ਮੇਕ ਮਨੀ ਟੂਗੇਦਰ, ਲੈਟਸ ਲਿਵ ਅ ਗ੍ਰੇਟ ਲਾਈਫ। ਸੋ ਆਪਾਂ ਇੱਕ ਦੂਜੇ ਦੀ ਹੈਲਪ ਕਰਾਂਗੇ, ਇਸ ਤਰੀਕੇ ਦੇ ਨਾਲ ਹੀ ਆਪਾਂ ਵਧੀਆ ਸਮਾਜ ਜਿਹੜਾ ਉਹ ਸਿਰਜ ਸਕਦੇ ਆ। ਸੋ ਇੰਨੇ ਹੀ ਕਹਿੰਦੇ ਹੋਏ ਆਪਾਂ ਇਜਾਜ਼ਤ ਲਈਏ ਜੀ ਦਰਸ਼ਕਾਂ ਤੋਂ। ਸਤਿ ਸ਼੍ਰੀ ਅਕਾਲ।